इस तरह हुण की है, ये जिहड़े विकार ने गुरसिख प्यारिओ, काम क्रोध लोभ मोह अहंकार, वाहिगुरु गुरु रामदास महाराज जी ने इन्हां नूं परे कर दिता अपने सिखां तो। ये सतगुरु जी तुहानूं लोभ है ही नहीं, चार पदार्थ आले दाले फिरदे हैं पर कदे इच्छा कीती हो नहीं, कदे कोई मंग कीती हो नहीं। ये लोभ ने गुरसिख प्यारिओ। बहुत लंबी कथा आउंदी है, थोड़े जे शब्दां विच सुण लो। जेड़े ऋषि होए ने बहुत वड्डे गुरमुख प्यारिओ, विश्वामित्र जी, एक होए ने वशिष्ठ जी। विश्वामित्र सी ने जेड़ा दे लो किड्डा वड्डा ऋषि सी, ओनू लोभ हो गया। हरीचंद राजा सी बनारस दा, ਇਹਦੀ ਇੱਕ ਪਰਨ ਹੁੰਦਾ ਸੀ, ਸਵੇਰੇ ਰੋਟੀ ਤਾਂ ਖਾਂਦਾ ਸੀ, ਸਿਉਨੇ ਦੇ ਭਾਰ ਬੰਨ ਕੇ ਵੰਡਦਾ ਹੁੰਦਾ ਸੀ। ਭਾਰ ਬੰਨੇ 21, ਉਹ ਭਾਰ ਦੇਣੇ ਦਾਨ ਤਾਂ ਅਨਜਲ ਕਰਦਾ ਹੁੰਦਾ ਸੀ। ਤੇ ਗੁਰਮੁਖ ਪਿਆਰਿਓ, ਵਿਸ਼ਵਾਮਿੱਤਰ ਜੀ ਨੂੰ ਗੁਰਮੁਖ ਪਿਆਰਿਓ ਲਾਲਚ ਮੋਹ ਲੋਭ ਹੋ ਗਿਆ ਕਿ ਇਹਨੂੰ ਚੇਲਾ ਬਣਾਵਾਂ, ਇਹ ਤਾਂ ਬਹੁਤ ਦਾਨੀ ਹੈ, ਇਹ ਮੇਰਾ ਚੇਲਾ ਬਣ ਜਾਵੇ। ਤੇ ਉਹਨੂੰ ਲਾਲਚ ਕੀ ਦਿੱਤਾ? ਉਹਦਾ ਹਰੀਚੰਦ ਰਾਜੇ ਦਾ ਬਾਪ ਹੋਇਆ ਸੀ ਤ੍ਰਿਸ਼ੰਕੂ, ਤੇ ਕਹਿੰਦਾ ਮੈਂ ਤੇਰੇ ਬਾਪ ਨੂੰ ਜਿਉਂਦੇ ਨੂੰ ਸੁਰਗ ਪਹੁੰਚਾਉਣਾ, ਤੂੰ ਮੇਰਾ ਚੇਲਾ ਬਣ। ਲੋਕਾਂ ਤਾਂ ਮਰ ਕੇ ਤੇ ਪਹੁੰਚਾਉਣੇ ਨਾ, ਅਰਦਾਸਾਂ ਕਰਕੇ ਕਿ ਸੱਚਖੰਡ ਨਿਵਾਸ ਬਖਸ਼ੀ, ਮੈਂ ਤੈਨੂੰ ਜਿਉਂਦੇ ਨੂੰ ਪਹੁੰਚਾਉਣਾ। ਤੇਰੇ ਬਾਪੂ ਤ੍ਰਿਸ਼ੰਕੂ ਉਹਦਾ ਬਾਪ ਸੀ। ਤਿੰਨ ਹਰੀਚੰਦ ਪ੍ਰਿਥਵੀ ਪਤ ਰਾਜੇ, ਛੋਟਾ ਰਾਜਾ ਨਹੀਂ ਸੀ। ਕਿਤੇ ਵਹਿਮ ਕਰੋ ਵੀ ਸਿਉਨੇ ਦੇ ਭਾਰ ਕਿਵੇਂ ਦਿੰਦਾ ਹੈ। मेरे गुरु ग्रंथ साहब ने कहता सारी धरती दा राजा। तिन हरी चंद पृथ्वी पत राजे, कागद कीम न पाई, अवगुण जाने ता पुण्य करे क्यों, क्यों ते विश्राम, क्यों ने खास विखाई। क्यों क्यों कट्ठा पाठ नहीं करना। अवगुण जाने ता पुण्य करे क्यों, क्यों ने खास विखाई। ते ओनू ऋषि नू लालच हो गया, एडा वड्डा राजा मेरा चेला बन जाए मैं तो तर जूंगा। ते गुरसिख प्यारे, तेरे बाप नू मैं सीधा ही सुर्ग पहुंचाऊंगा। कहना जी पहुंचा दो, मैं थोड़ा चेला। वो मंत्र पढ़े ते गुरमुख प्यारे, त्रिशंकु सी निगुरा, जादो दरवाजे च सचखंड दे जावे देवते धक्का मार के घेर देन। कहंदे निगोरे नू तां इत्थे जगह ही नहीं हैगी, इहने गुरु नहीं धारण कीता त्रिशंकु ने। वो गुरमुख प्यारे डेग दे करन। जे तुसीं परना साहब नू जाओ ना कदे, ਤਾਂ ਸਸਾਰਾਮ ਇੱਕ ਸ਼ਹਿਰ ਆਉਂਦਾ 100 ਮੀਲ ਦੂਰ ਬਨਾਰਸ ਕਾਂਸੀ ਤੋਂ। ਸਸਰਾਮ ਉਹਦਾ ਅਸਲ ਨਾਮ ਹੈ, ਸਸਾਰਾਮ। ਸਸਰਾਮ ਜਿੱਥੇ ਦੇ ਬਾਬੂ ਜਗਜੀਵਨ ਰਾਮ ਜੀ ਹੁੰਦੇ ਸੀ, ਤੁਹਾਡੇ ਕੈਬਨਿਟ ਆਪਣੇ ਦਿੱਲੀ ਦੇ ਮਿਨਿਸਟਰ, ਉਹ ਸਸਰਾਮ ਦੇ ਸੀ। ਬਿਹਾਰ ਦਾ, ਇਹ ਬਿਹਾਰ ਦੇ ਬਾਰਡਰ ਤੇ ਹੈ। ਤੇ ਮੁਗਲ ਸਰਾਏ ਤੋਂ 100 ਮੀਲ ਹੈ। ਉਹ ਤੋਂ 40 ਮੀਲ ਅੱਗੇ ਜਾਓ, ਤੁਹਾਨੂੰ ਸੜਕ ਦੇ ਉੱਤੇ ਇੱਕ ਕਰਮਨਾਸਾ ਨਦੀ ਮਿਲੂਗੀ। ਕਰਮਨਾਸਾ ਉਸ ਨਦੀ ਦਾ ਇਹ ਇਤਿਹਾਸ ਹੈ, ਜਿਹੜਾ ਉਹਦੇ ਵਿੱਚ ਨਹਾ ਲਵੇ ਉਹਦੇ ਸਾਰੇ ਪੁੰਨ ਕੀਤੇ ਹੋਏ ਨਾਸ ਹੋ ਜਾਣੇ। ਕੋ ਸਤਨਾਮ, ਉਹਦਾ ਨਾਮ ਹੈ ਕਰਮਨਾਸਾ ਨਦੀ। ਪੜਨਾ ਸਾਹਿਬ ਇਹ ਉਦੋਂ ਬਣੀ ਹੈ ਜਦੋਂ ਤ੍ਰਿਸ਼ੰਕੂ ਨੂੰ ऋषि जी मंत्र पढ़ के उपर ਨੂੰ ਚੜਾਉਣ ਤੇ ਦੇਵਤੇ ਧੱਕਾ ਮਾਰ ਕੇ ਹੇਠ ਘੇਰ ਦੇਣ। ਕਹਿੰਦੇ ਤੇ ਨਿਗੋਰੇ ਦੇ ਸਾਰੇ ਕਰਮ ਨਾਸ, ਕੋਈ ਕਰਮ ਕੰਮ ਨਹੀਂ ਕਰੂਗਾ ਨਿਗੋਰੇ ਦਾ। ਤੇ ਜਦੋਂ ਗੁਰਮੁਖ ਪਿਆਰਿਓ ਦੇਖਿਆ ਵੀ ਇਹ ਤੇ ਕੁਝ ਨਹੀਂ ਬਣਦਾ, ਤੇ ਹਰੀਚੰਦ ਰਾਜੇ ਨੇ ਵਸ਼ਿਸ਼ਟ ਮੁਨੀ ਦੀ ਚਰਨ ਵਿੱਚ ਜਾ ਕੇ ਕਹਿੰਦਾ ਜੀ ਤੁਸੀਂ ਮੈਨੂੰ ਬਖਸ਼ੋ, ਤੇ ਤਾਂ ਕੁਝ ਨਹੀਂ ਬਣਿਆ। ਲਓ ਇੰਨੇ ਵਿੱਚ ਲੋਭ ਬਸ ਹੋ ਕੇ ਨਾ ਵੱਡਾ ਭਾਰੀ ऋषि ਮੁਨੀ ਗੁਰਮੁਖ ਪਿਆਰਿਓ ਮਨ ਵਿੱਚ ਕਹਿੰਦਾ ਇਹਦੇ ਬਾਪ ਨੂੰ ਮੈਂ ਤਾਰਦਾ ਫਿਰਦਾ ਤੇ ਚੇਲਾ ਕਿਸੇ ਹੋਰ ਦਾ ਜਾ ਕੇ ਬਣਦਾ ਫਿਰਦਾ। ਚੇਲਾ ਕਿਸੇ ਹੋਰ ਦਾ ਬਣੇ ਤੇ ਬਾਪ ਨੂੰ ਮੈਂ ਤਾਰਾਂ। ਸੂਰ ਦਾ ਰੂਪ ਧਾਰਨ ਕੀਤਾ ਵਿਸ਼ਵਾਮਿੱਤਰ ਜੀ ਨੇ, ਤੇ ਸੂਰ ਬਣ ਕੇ ਨਾ ਹਰੀਚੰਦ ਰਾਜੇ ਦੇ ਬਾਗ ਨੂੰ ਪੱਟਣ ਲੱਗ ਗਿਆ ਜਾ ਕੇ। ਉਹ ਮਾਲੀ ਕਹਿੰਦਾ ਰਾਜਿਆ ਤੇਰਾ ਬਾਗ ਸੂਰ ਪੱਟ ਦੇ। ਉਹ ਚਲੇ ਅਸੀਂ ਦਾਨ ਕਰਨ, ਸਵੇਰ ਦਾ ਮੌਕਾ। ਕਹਿੰਦਾ ਬਾਗ ਬਹੁਤ ਸੁੰਦਰ ਹੈ, ਪਹਿਲਾਂ ਇਹਨੂੰ ਮੈਂ ਮਾਰਾਂ ਖਤਮ ਕਰਾਂ। ਹੁਣ ਕਿੱਥੇ ਖਤਮ ਹੋਣਾ ਸੀ, ਤੀਰ ਕਮਾਨ ਲੈ ਕੇ ਪਿੱਛੇ ਪਿੱਛੇ ਹਰੀਚੰਦ, ਮੂਹਰੇ ਮੂਹਰੇ ਸੂਰ ਵਿਸ਼ਵਾਮਿੱਤਰ ਬਣਿਆ ਵਾ ਗੁਰਸਿੱਖ ਪਿਆਰਿਓ। ਜੰਗਲ ਵਿੱਚ ਚਲੇ ਗਏ, ਉੱਥੇ ਜਾ ਕੇ ਖੂਹੀ ਆ ਗਈ ਤੇ ਪੰਡਤ ਬਣ ਕੇ ਬਹਿ ਗਿਆ ਖੂਹ ਤੇ। ਬ੍ਰਾਹਮਣ रूप बदल लिया। राजा आया ते आया ते आया। ऋषि जी कहते हो राजा तू तो बहुत दानी बड़ा राजा है, तू अज मुड़ जा क्यों फिर दे। हरीचंद कहना जी मैं तो अज दान नहीं होया, मेरा परण टुट गया, प्यास लगी हुई है, मैं तो उस करके मैं दुखी है। वो विश्वामित्र जी बड़े ब्राह्मण कहते कोई नहीं तू परण कर के दान तेनू दूंगा, मैं तेनू पानी पिला देने। संकल्प कर ले, आप भी सुख सुख लेने।
ਉਹ ਹਰੀ ਚੰਦ ਨੇ ਗੁਰਮੁਖ ਪਿਆਰੇ ਉਹ ਬਾਣੀ ਦੀ ਤੁਕ ਸਮਝੇ ਇੱਥੇ ਪੜਨ ਵਾਲੇ ਔਗਣ ਜਾਣੇ ਤਾਂ ਪੁੰਨ ਕਰੇ ਕਿਉਂ। ਜੇ ਉਹਨੂੰ ਪਤਾ ਹੁੰਦਾ ਵੀ ਇਹ ਕੰਮ ਖਰਾਬ ਹੈ ਫਰੇਬ ਹੈ ਨਾ ਫੇਰ ਪੁੰਨ ਕਰਨ ਦਾ ਪਰਨ ਨਹੀਂ ਸੀ ਕਰਦਾ। ਔਗਣ ਜਾਣੇ ਤਾਂ ਪੁੰਨ ਕਰੇ ਕਿਉਂ। ਜਾਣ ਨਹੀਂ ਸਕਿਆ ਉਹਨੂੰ ਵੀ ਫਰੇਬ ਹੋ ਰਿਹਾ ਮੇਰੇ ਨਾਲ, ਕਹਿੰਦਾ ਜੀ ਤੁਹਾਨੂੰ ਦਊਂ 18 ਪਾਰ। ਚੱਲ ਆ ਗਏ ਗੁਰਮੁਖ ਪਿਆਰਿਓ। ਫਿਰ ਇੰਨਾ ਗੁੱਸੇ ਵਿੱਚ ਆਇਆ ਨਾ, ਲੋਭ ਦਾ ਬਸ ਹੋਇਆ ਕਿ ਮੇਰਾ ਚੇਲਾ ਨਹੀਂ ਬਣਿਆ ਇਹ। ਉਹ ਰਿਸ਼ੀ ਨੇ ਹਰੀ ਚੰਦ ਰਾਜੇ ਦੀ ਸਾਰੀ ਵਿਭੂਤੀ ਮਾਇਆ ਸਵਾ ਬਣਾਤੀ ਗੁਰਮੁਖ ਪਿਆਰਿਓ। ਐ ਨੇ ਕਰਨੀਆਂ ਨਾ ਰਿਸ਼ੀਆਂ ਮੁਨੀਆਂ ਦੀਆਂ। ਪਤਾ ਨਹੀਂ ਫੇਰ ਵੀ ਲੋਕ ਕਿਉਂ ਪਿੱਛੇ ਫਿਰਦੇ, ਕਹਿੰਦੇ ਸਾਨੂੰ ਤਾਰਨਗੇ ਅੱਜ ਖੇ ਆਖੋ ਸਤਨਾਮ। ਆਪ ਡੁੱਬੇ ਛੋ ਬੇਦ ਮੇ ਚੇਲੇ ਦੀਏ ਭਾਏ, ਜਿਨ੍ਹਾਂ ਦੀ ਆਪਣੀ ਤਾਸ ਹੈ। ਇੱਕ ਚੇਲਾ ਬਣਾਉਣ ਖਾਤਰ ਵੇਖ ਲੋ ਸੂਰ ਬਣਿਆ, ਕਿੰਨਾ ਲਾਲਚ ਕੀਤਾ ਲੋਭ ਕਿ ਚੇਲਾ ਮੇਰਾ ਬਣੇ। ਹਰੀ ਚੰਦ ਵੱਡਾ ਰਾਜਾ, ਉਹਦੇ 21 ਭਾਰ ਕਰਦਾ ਹੁੰਦਾ ਸੀ ਦਾਨ, 18 ਹੀ ਹੋਏ ਗੁਰਮੁਖ ਪਿਆਰਿਓ। ਸਾਰੀ ਵਿਭੂਤੀ ਨਸ਼ਟ ਕਰਤੀ, ਫੇਰ ਵੀ ਉਹਦੇ ਦਇਆ ਨਹੀਂ ਕੀਤੀ। ਕਾਹਦੇ ਸੰਤ ਕਾਹਦੇ ਰਿਸ਼ੀ, ਤੁਹਾਨੂੰ ਪਤਾ ਹੈ ਉਹਨੂੰ ਕੀ ਕੀਤਾ ਫਿਰ। ਕਿਉਂ ਨਿਖਾਸ ਬਕਾਈ। ਨੋਟ ਕਰ ਲਿਓ, ਨਿਖਾਸ ਨਾਮ ਬਨਾਰਸ ਦਾ ਹੈ, ਕਾਂਸੀ ਦਾ। ਇਹਨੂੰ ਨਿਖਾਸ ਕਹਿੰਦੇ, ਮੰਡੀ ਹੈ ਉੱਥੇ। ਉਸ ਮੰਡੀ ਵਿੱਚ ਜਾ ਕੇ ਵੇਚਤਾ। ਐਡੇ ਵੱਡੇ ਰਿਸ਼ੀ ਨੇ ਹਰੀ ਚੰਦ ਰਾਜੇ ਨੂੰ ਵੇਚਿਆ ਕਿਹਦੇ ਕੋਲ, ਪੀਲਾਂ ਦੇ ਕੋਲ, ਜਿੱਥੇ ਮੁਰਦ ਘਾਟ ਸੀ ਨਾ ਮੁਰਦਿਆਂ ਦੇ, ਉੱਥੇ 1.25 ਰੁਪਈਆ ਲੈ ਕੇ ਸੰਸਕਾਰ ਕਰਨ ਦਿੰਦਾ ਸੀ ਮੁਰਦੇ ਦਾ। ਉਸ ਠੇਕੇਦਾਰ ਕੋਲ ਰਾਜੇ ਹਰੀ ਚੰਦ ਨੂੰ ਵੇਚਤਾ। ਕਿਉਂ ਨੇ ਖਾਸ ਬਿਕਾਈ। ਦੇਖੋ ਲੋਭ ਲਾਲਚ ਕਿੱਥੇ ਤੱਕ ਸਾਨੂੰ ਲੈ ਜਾਂਦਾ ਹੈ। ਇਹ ਇੰਨਾ ਬੁਰਾ ਹੈ। ਮਹਾਰਾਜ ਕਹਿੰਦੇ ਉਹ ਐਸੇ ਵੱਡੇ ਰਾਜੇ ਨੂੰ, ਦਾਨੀ ਨੂੰ, ਉੱਥੇ ਜਾ ਕੇ ਮੁਰਦ ਘਾਟ ਵਿੱਚ 1.25 ਰੁਪਈਏ 1 ਰੁਪਈਏ ਵਿੱਚ ਵੇਚਤਾ। ਕਿਉਂ ਨਿਖਾਸ। ਤਾਂ ਬਚਨ ਆਇਆ ਬਾਣੀ ਵਿੱਚ, ਇਹ ਜਿਹੜੇ ਲੋਭ ਲਾਲਚ ਕਾਮ ਕ੍ਰੋਧ ਹਨ ਗੁਰੂ ਰਾਮਦਾਸ ਜੀ, ਇਹ ਤਾਂ ਤੇਰੇ ਦਰਬਾਰ ਨੇ ਖੰਡ ਖੰਡ ਕੀਤੇ ਨੇ। ਨਾ ਇੱਥੇ ਨਾ ਕਾਮੰ ਨਾ ਕ੍ਰੋਧੰ ਨਾ ਲੋਭੰ ਨਾ ਮੋਹੰ। ਇਹ ਗੁਰੂ ਦਾ ਦਰ ਹੈ ਗੁਰਸਿੱਖ ਪਿਆਰਿਓ। ਇੱਥੇ ਹੁਣ ਤੁਸੀਂ ਬੈਠੇ ਹੋ ਦਰ ਦੇ ਉੱਤੇ, ਇਹ ਵਿਕਾਰ ਇੱਥੇ ਹੈ ਹੀ ਨਹੀਂ ਕੋਈ, ਇੱਥੇ ਉਪਜਣਾ ਹੀ ਨਹੀਂ ਗੁਰਸਿੱਖ ਪਿਆਰਿਓ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਿਸ ਕਾਮ ਨੇ, ਜਿਸ ਕ੍ਰੋਧ ਨੇ, ਜਿਸ ਲੋਭ ਨੇ, ਜਿਸ ਮੋਹ ਨੇ, ਉਹ ਲੋਭ ਹੈ ਨਾ, ਐਸੇ ਦਾਨੀ ਹਰੀ ਚੰਦ ਰਾਜੇ ਨੂੰ ਗੁਰਮੁਖ ਪਿਆਰਿਓ ਕਿਸ ਭਿਖਾਰੀ ਮੁਰਦ ਘਾਟ ਵਿੱਚ ਵੇਚਤਾ ਜਾ ਕੇ। ਉਹ ਇੱਥੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਜਾਈਏ। ਗੁਰੂ ਰਾਮਦਾਸ ਤੁਸੀਂ ਇਹਨਾਂ ਤੋਂ ਵਿਰਕਤ ਹੋ, ਇਹਨਾਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ। ਤੇ ਜਿਹੜੇ ਸਿੱਖ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਦੇ ਵੀ ਇਹ ਵਿਕਾਰ ਨਾਸ਼ ਹੋ ਜਾਂਦੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਤੁਸੀਂ ਖਤਮ ਕਰ ਦਿੰਦੇ ਹੋ। ਉਹ ਸਿੱਖ ਫਿਰ ਹੋਰਾਂ ਨੂੰ ਵੀ ਤਾਰਨ ਦੇ ਯੋਗ। ਜਿਹੜਾ ਖੁਦ ਪਾਰਸ ਬਣ ਜਾਵੇ ਉਹ ਹੋਰਾਂ ਲੋਹਿਆਂ ਨੂੰ ਵੀ ਪਾਰਸ ਬਣਾ ਦਿੰਦਾ ਹੈ। ਜਨਮ ਕਾਲ ਕਰ ਜੋੜ। ਇਹ ਗੁਰੂ ਰਾਮਦਾਸ ਮਹਾਰਾਜ ਆਪ कैसे हो। देखो कैसी वड्याई है इस दर्दी प्रेमियों। जन्म और काल, जन्म कहिए जन्म ਦਾ ਸਮਾਂ, ਮੌਤ ਆਦ ਔਰ ਅੰਤ, ਜਨਮ ਮਰਨ ਕਰ ਜੋੜ, ਕਰ ਨਾਮ ਹੈ ਹੱਥ, ਜੋੜ ਨਾਮ ਬਨ ਕੇ। ਇਹ ਜਿਹੜਾ ਜਨਮ ਤੇ ਮਰਨ ਦਾ ਕਾਲ ਦਾ ਸਮਾਂ ਹੈ ਨਾ, ਕਾਲ ਜਿਹਨੂੰ ਕਹਿੰਦੇ ਜਨਮ ਮਰਨ, ਇਹ ਗੁਰੂ ਰਾਮਦਾਸ ਜੀ ਇਹ ਵੀ ਤੁਹਾਡੇ ਚਰਨਾਂ ਵਿੱਚ ਹੱਥ ਬੰਨ ਕੇ ਖੜੇ ਨੇ ਦੋਵੇਂ ਸਮੇਂ। ਐਨੀ ਸਮਰੱਥਾ ਗੁਰੂ ਨਾਨਕ ਦੇ ਦਰ ਦੀ। ਜਨਮ ਕਾਲ ਕਰ ਜੋੜ, ਹੱਥ ਬੰਨ ਕੇ ਖੜਨਾ। ਇਹ ਦੋਵੇਂ ਸਮੇਂ ਜਨਮ ਮਰਨ ਦੀ ਜੋ ਕਿਰਿਆ ਚੱਲ ਰਹੀ ਹੈ, ਇਹ ਕਾਲੇ ਕਰਦਾ ਹੈ ਨਾ। ਸਮੇਂ ਦੇ ਮੁਤਾਬਕ ਹੀ ਜਨਮ, ਸਮੇਂ ਦੇ ਮੁਤਾਬਕ ਹੀ ਮੌਤ। ਉਹ ਸਮਾਂ ਦੋਵੇਂ ਹੱਥ ਬੰਨ ਕੇ ਖੜੇ ਨੇ ਤੁਹਾਡੇ ਦਰਬਾਰ ਵਿੱਚ। ਹੁਕਮ ਜੋ ਹੋਏ ਸੋ ਮੰਨਾ। ਉਹ ਜਿਹੜਾ ਕਾਲ ਹੈ ਉਹ ਵੀ ਹੱਥ ਬੰਨ ਕੇ ਖੜਾ, ਮੈਨੂੰ ਹੁਕਮ ਕਰੋ ਮੈਂ ਕੀ ਕਰਾਂ, ਕਿਹਨੂੰ ਜਨਮ ਦਵਾਂ, ਕਿਹਨੂੰ ਖਤਮ ਕਰਾਂ। ਪਿੱਛੇ ਕਥਾ ਸੁਣੀ ਨਹੀਂ ਤੁਸੀਂ? 22 ਸਾਲ ਗੁਰਗੱਦੀ ਕੀਤੀ ਹੈ ਗੁਰੂ ਅਮਰਦਾਸ ਜੀ ਨੇ, ਤੇ ਕਾਲ ਨੂੰ ਹੁਕਮ ਕਰ ਦਿੱਤਾ ਸੀ ਜਿੰਨਾ ਚਿਰ ਅਸੀਂ ਗੱਦੀ ਕਰਨੀ ਹੈ ਗੋਇੰਦਵਾਲ ਸਾਹਿਬ ਨਹੀਂ ਵੜਨਾ। ਤੁਸੀਂ ਅੱਜ ਇਤਿਹਾਸ ਪੜ੍ਹ ਲਓ ਜਾ ਕੇ, ਉੱਥੇ ਪੁੱਛ ਲਓ ਬਜ਼ੁਰਗਾਂ ਤੇ। 22 ਸਾਲ ਵਿੱਚ ਨਾ ਬੱਚਾ, ਨਾ ਜਵਾਨ, ਨਾ ਕੋਈ ਬਿਰਧ। ਗੋਇੰਦਵਾਲ ਸਾਹਿਬ ਨਹੀਂ ਮਰਿਆ ਗੁਰਸਿੱਖ ਪਿਆਰਿਓ। ਬਚਨ ਕਰ ਦਿੱਤਾ ਸੀ ਇਹ ਜਨਮ ਕਾਲ ਕਰ ਜੋੜ, ਦੋਵੇਂ ਹੱਥ ਬਨ ਕੇ ਖੜੇ ਨੇ। ਅੰਤ ਸਮਾਂ ਤੇ ਜਨਮ ਦਾ ਸਮਾਂ, ਆਦ ਅੰਤ, ਜਿਹਦੀ ਕਿਰਿਆ ਵਿੱਚ ਸਾਰਾ ਸ੍ਰਿਸ਼ਟੀ ਚੱਲ ਰਹੀ ਹੈ। ਹੁਕਮ ਜੋ ਹੋਏ ਸੋ ਮੰਨੇ। हे ਗੁਰੂ ਰਾਮਦਾਸ ਜੀ, ਇਸ ਸਮੇਂ ਨੂੰ ਵੀ ਜੋ ਤੁਸੀਂ ਹੁਕਮ ਕਰਦੇ ਹੋ, ਹੱਥ ਬੰਨੀ ਖੜੇ ਨੇ, ਉਹੀ ਮੰਨਦੇ ਹਨ। ਭਵ ਸਾਗਰ ਬੰਦਿਓ
ਸਿਖ ਤਾਰੇ ਸੋ ਪ੍ਰਸੰਨ ਤੁਸੀਂ ਬਹੁਤ ਖੁਸ਼ੀ ਕੀਤੀ ਹੈ, ਸੰਸਾਰ ਉੱਤੇ ਕਿਰਪਾ ਕੀਤੀ ਹੈ, ਪ੍ਰਸੰਨਤਾ ਕਰਨੀ, ਕਿਸੇ ਤੇ ਮਿਹਰ ਕਰਨੀ, ਦਿਆਲਤਾ ਹੋ ਕੇ ਤੁਸੀਂ ਭਵ ਸਾਗਰ ਸੰਸਾਰ ਨੂੰ ਤਾਰਨ ਖਾਤਰ ਨਾਮ ਦਾ ਜਹਾਜ਼ ਬੰਨ ਦਿੱਤਾ, ਬਾਣੀ ਦਾ ਜਹਾਜ਼ ਪੈਦਾ ਕਰ ਦਿੱਤਾ। ਇਹ ਸੰਸਾਰ ਨੂੰ ਤਾਰਨ ਖਾਤਰ ਸ੍ਰੀ ਅੰਮ੍ਰਿਤਸਰ ਸਾਹਿਬ ਸਾਂਝਾ ਤੀਰਥ ਸਾਰਿਆਂ ਦੇ ਵਾਸਤੇ ਸਾਂਝਾ ਪੁਰਬ ਬਣਾ ਦਿੱਤਾ। ਤੁਸੀਂ ਇਹ ਸੰਸਾਰ ਨੂੰ ਤਾਰਨ ਵਾਸਤੇ ਕਾਹਤੇ ਤਾਰਨੇ ਸੀ? ਜੇ ਕੋਈ ਡੁੱਬਦਾ ਹੋਵੇ ਤਾਂ ਹੀ ਤਾਰੀਦਾ, ਜਿਹੜਾ ਡੁੱਬੇ ਹੀ ਨਹੀਂ ਉਹਨੂੰ ਤਾਰਨਾ ਕੀ ਹੈ? ਇਹ ਜਿਹੜੇ ਉੱਪਰ ਚਾਰੇ ਪੰਜੇ ਦੱਸੇ ਨੇ, ਕਾਮ ਗੈ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਮਾਨ ਸ਼ਿਵ ਝਾੜਿਓ, ਇਹਨਾਂ ਪੰਜਾਂ ਵਿੱਚ ਸੰਸਾਰ ਡੁੱਬਦਾ ਜਾਂਦਾ ਸੀ। ਇਹਨਾਂ ਪੰਜਾਂ ਨੂੰ ਦੂਰ ਕਰਕੇ ਤੁਸੀਂ ਗਿਆਨ ਪ੍ਰਕਾਸ਼ ਉਪਦੇਸ਼ ਦੇ ਨਾਲ ਸੰਸਾਰ ਨੂੰ ਤਰਨ ਖਾਤਰ ਬੇੜਾ ਬਣਾ ਦਿੱਤਾ ਹੈ। ਸਿਰ ਆਤਪਤ ਸੰਚੋ ਤਖਤ ਸਿਰ ਆਤਪਤ ਸੱਚੋ ਤਖਤ, ਤੁਹਾਡੇ ਸਿਰ ਉੱਤੇ ਸਦਾ ਰਹਿਣ ਵਾਲਾ ਸੱਚ। ਆਤਪਤ ਗੁਰਮੁਖ ਪਿਆਰਿਓ, ਜਿਵੇਂ ਸੂਰਜ ਦੀ ਜਿਹੜੀ ਤਪਸ਼ ਹੈ ਉਹ ਆਪਾਂ ਛਤਰੀ ਲੈ ਲਈਏ ਉਹਦੇ ਨਾਲ ਘਟ ਜਾਂਦੀ ਹੈ, ਉਹ ਭਾਈ ਉਹਦਾ ਤਪ ਤੇਜ ਘਟ ਜਾਂਦਾ ਹੈ। ਇਸੇ ਕਰਕੇ ਸਾਰ ਗੁਤਾਵਲੀ ਵਿੱਚ ਲਿਖਿਆ ਪੰਡਤ ਹਰਦਿਆਲ ਜੀ ਨੇ, ਛਾਇਆ ਕਰ ਆਤਪ ਕੀ ਤਪਸ ਨਿਵਾਰੀ ਹੈ। ਤੁਹਾਡੇ ਸਿਰ ਉੱਤੇ ਕਾਲ ਪੁਰਖ ਵਾਹਿਗੁਰੂ ਨੇ ਆਦ ਤੋਂ ਅੰਤ ਤੱਕ ਦਾ ਜਿਹੜਾ ਛਤਰ ਹੈ, ਬਾਕੀ ਛਤਰ ਰਾਜਿਆਂ ਤੇ ਝੁਲਦੇ ਨੇ, ਉਹ ਤਾਂ ਕੋਈ 10 ਸਾਲ ਰਾਜ ਕਰੂ, ਕੋਈ 20 ਸਾਲ ਕਰੂ, ਕੋਈ 50 ਸਾਲ ਕਰ ਲੂ। ਆ ਬਾਬਾ ਰਹਿੰਦੀ ਦੁਨੀਆ ਤੱਕ ਇਹ ਛਤਰ ਝੁਲੂਗਾ। ਅੱਜ ਕਹੇ ਆਖੋ ਸਤਿਨਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਰਹਿੰਦੀ ਦੁਨੀਆ ਤੱਕੇ ਚੌਰ ਹੋਣੇ, ਰਹਿੰਦੀ ਦੁਨੀਆ ਤੱਕੇ ਛਤਰ ਝੁੱਲੇ। ਸੋ ਛਤ ਨਰੰਜਨੀ, ਛਾਇਆ ਦੇਣ ਵਾਲਾ ਸ਼ਾਂਤੀ, ਬਾਲ ਬਿਰਧ ਜੋਬਨ, ਤਿੰਨੇ ਕਾਲ ਲੰਘ ਚੁੱਕੇ ਸਮੇਂ, ਵਰਤਮਾਨ ਆਉਣ ਵਾਲਾ ਸਮਾਂ, ਤਿੰਨਾਂ ਕਾਲਾਂ ਵਿੱਚ ਸ਼ਾਂਤੀ ਦੇਣ ਵਾਲਾ ਉਹ ਛਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦਾ ਆਪ ਦੇ ਸਿਰ ਉੱਤੇ ਝੁੱਲ ਰਿਹਾ ਹੈ। ਜੋਗ ਭੋਗ ਸੁਜਤ ਬਲ, ਰਾਜਿਆਂ ਕੋਲ ਰਾਜੇ ਦਾ ਛਤਰ ਹੁੰਦਾ ਭਾਈ, ਜੋਗੀਆਂ ਕੋਲ ਜੋਗ ਦਾ ਹੁੰਦਾ। ਪਰ ਗੁਰੂ ਰਾਮਦਾਸ ਤੁਹਾਡੀ ਗੱਦੀ ਕੈਸੀ ਹੈ? ਇਹ ਗੁਰੂ ਨਾਨਕ ਦਾ ਦਰ ਕੈਸਾ ਹੈ? ਇਹ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਇਹ ਗੁਰੂ ਨਾਨਕ ਦਾ ਦਰ ਹੈ। ਤੁਸੀਂ ਰਾਜਿਆਂ ਦੇ ਰਾਜੇ, ਜੋਗੀਆਂ ਦੇ ਜੋਗੀ। ਦੂਜਾ ਅਰਥ, ਇਹ ਉਹ ਦਰਬਾਰ, ਉਹ ਬਾਦਸ਼ਾਹ ਦਾ ਤਖਤ ਹੈ ਗੁਰਗੱਦੀ ਦਾ, ਕਿ ਤੁਸੀਂ ਭੋਗ ਵਿੱਚ ਰਹਿਣ ਵਾਲੇ, ਪਦਾਰਥਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ, ਮਾਇਆ ਵਿੱਚ ਫਸੇ ਹੋਏ ਰਹਿੰਦਿਆਂ ਨੂੰ, ਮਾਇਆ ਵਿੱਚ ਰਹਿੰਦਿਆਂ ਨੂੰ ਇਹ ਜੋਗ ਕਹੀਏ, ਵਾਹਿਗੁਰੂ ਨਾਲ ਜੋੜ ਦਿੰਦੇ ਹੋ। ਤੁਸੀਂ ਰਾਜ ਛੱਡਣ ਨੂੰ ਨਹੀਂ ਕਿਹਾ, ਪੁੱਤਰ ਕਲਤਰ ਛੱਡਣ ਨੂੰ ਨਹੀਂ ਕਿਹਾ, ਮਾਇਆ ਤਿਆਗਣ ਨੂੰ ਨਹੀਂ ਕਿਹਾ। ਵਿੱਚ ਰਹਿੰਦੇ ਸਿੱਖਾਂ ਨੂੰ ਇਹ ਤੁਸੀਂ ਜੋਗੀ ਬਣਾਤਾ, ਵਿੱਚ ਰਹਿੰਦਿਆਂ ਨੂੰ। ਕਿਉਂਕਿ ਸਾਡੇ ਗੁਰੂ ਨਾਨਕ ਦੀ ਵਡਿਆਈ ਹੈ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿਚੇ ਗਤ ਪਾਈ। ਇਹ ਰਾਜ ਜੋਗ, ਇਹ ਤੁਹਾਨੂੰ ਗੁਰੂ ਰਾਜ ਜੋਗ ਦੀਆਂ ਨੇ। ਗੁਰੂ ਰਾਮਦਾਸ ਪਿੱਛੇ ਸੁਣਿਆ ਤੁਸੀਂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ, ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਰਾਜ ਜੋਗ, ਰਾਜ ਕਰਦਿਆਂ ਜੋਗ ਕਮਾਉਣਾ, ਪਾਣੀ ਵਿੱਚ ਖੜ ਕੇ ਸੁੱਕੇ ਰਹਿਣਾ। ਜਿਵੇਂ ਕਮਲ ਨਿਰਾਲਮ ਰਹਿੰਦਾ ਪਾਣੀ ਵਿੱਚ ਖੜਾ ਹੀ ਸੁੱਕਾ, ਜਿਵੇਂ ਮੁਰਗਾਈ, ਜਿਉਂ ਮੁਰਗਾਈ ਪੰਖ ਨਾ ਪੀਜੇ। ਇੱਥੇ ਬੜੀਆਂ ਮੁਰਗਾਈਆਂ ਨੇ ਦਰਿਆਵਾਂ ਵਿੱਚ, ਚੁੱਭੀਆਂ ਵੀ ਮਾਰਦੀਆਂ ਨੇ, ਵਿੱਚੇ ਰਹਿੰਦੀਆਂ ਨੇ। ਜਦ ਮਰਜੀ ਫੜ ਕੇ ਦੇਖ ਲੋ, ਖੰਭ ਸੁੱਕੇ ਦਾ ਸੁੱਕਾ। ਇਹ ਰਾਜ ਜੋਗ ਗੁਰਸਿੱਖਾਂ ਨੂੰ ਦਿੱਤਾ। ਮਾਇਆ ਵਿੱਚ ਰਹਿ ਕੇ ਗੁਰਮੁਖ ਮਾਇਆ ਵਿੱਚ ਉਦਾਸੀ। ਗੁਰੂ ਰਾਮਦਾਸ ਸੱਚ ਸਲਭਣ, ਉਹ ਸਲਭਣ ਜੀ ਬਚਨ ਕਰਦੇ ਨੇ ਭੱਟ ਸਾਹਿਬ ਜੀ, ਮੈਂ ਐਵੇਂ ਨਹੀਂ ਬਚਨ ਕੀਤਾ। ਇਹ ਰਾਜ ਵਿੱਚ ਜੋਗ ਕਰਨ ਵਾਸਤੇ ਗੁਰੂ ਰਾਮਦਾਸ ਜੀ ਮੈਂ ਸੱਚਾ ਬਚਨ ਕੀਤਾ। ਐ ਸੰਸਾਰ ਦੇ ਲੋਕੋ, ਇੱਕ ਉਪਮਾ ਕਰਨ ਲੱਗੇ ਆਪਾਂ ਬਹੁਤ ਗਾਹਾਂ ਵੱਧ ਜਾਂਦੇ, ਝੂਠੀ ਉਪਮਾ ਕਰੀ ਜਾਂਦੇ ਬਾਅਦ ਤੋਂ ਵੱਧ। ਪਰ ਨਹੀਂ, ਇਹ ਬਾਣੀ ਵਿੱਚ ਜਿਹੜੀ ਉਪਮਾ ਹੈ, ਭੱਟ ਜੀ ਕਹਿੰਦੇ ਮੈਂ ਬਿਲਕੁਲ ਸੱਚਾ ਬਚਨ ਕੀਤਾ। ਇਹ ਗੁਰੂ ਨਾਨਕ ਦਾ ਦਰ, ਇਹ ਰਾਜ ਜੋਗ ਹੈ। ਰਾਜੇ ਵੀ ਆ ਕੇ ਮੱਥੇ ਟੇਕਦੇ, ਸ਼ਹਿਨਸ਼ਾਹ ਨੇ ਵੀ ਆ ਕੇ ਮੱਥੇ ਟੇਕੇ। ਦਿੱਲੀ ਦਾ ਪਤੀ ਅਕਬਰ, ਉਹ ਵੀ ਭੁੰਜੇ ਬੈਠ ਗਿਆ, ਗੋਇੰਦਵਾਲ ਸਾਹਿਬ ਆ ਕੇ ਹੱਥ ਤੇ ਲੈ ਕੇ ਪ੍ਰਸ਼ਾਦੇ ਛਕ ਲਏ। ਬੜੇ ਬੜੇ ਜੋਗੀ ਰਿਸ਼ੀ ਮੁਨੀ, ਉਹ ਵੀ ਆ ਕੇ ਗੁਰੂ ਨਾਨਕ ਦੇ ਦਰ ਤੇ ਝੁਕ ਗਏ।
ਇਹ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਆਪ ਦਾ ਦਰ। ਤੂੰ ਅਟਲ ਰਾਜ ਅਭਾਗ ਦਲ। ਇਹ ਜਿਹੜਾ ਤੁਹਾਡਾ ਗੁਰੂ ਨਾਨਕ ਦੇ ਦਰ ਦਾ ਰਾਜ ਜੋਗ ਹੈ, ਅਟਲ ਕਦੇ ਟਲਣਾ ਹੀ ਨਹੀਂ। ਜਿਹੜੇ ਦੁਨੀਆ ਦੇ ਰਾਜੇ ਹੁੰਦੇ ਆ ਉਹ ਤਾਂ ਚਿੰਤਾ ਹੀ ਰਹਿੰਦੀ ਹੈ ਗੁਆਂਢੀ ਰਾਜਾ ਹਮਲਾ ਨਾ ਕਰ ਦੇਵੇ, ਮੇਰੇ ਤੋਂ ਰਾਜ ਕੋਈ ਖੋਹ ਨਾ ਲਵੇ। ਤੇ ਗੁਰਸਿੱਖ ਪਿਆਰਿਓ, ਇਹ ਜਿਹੜੇ ਹੁਣ ਦੇ ਰਾਜੇ ਨੇ, ਮਿਨਿਸਟਰ, ਇਹਨਾਂ ਨੂੰ ਤਾਂ ਸਕੇ ਭਾਈਆਂ ਤੋਂ, MLA ਤੋਂ ਹੀ ਫਿਕਰ ਹੈ, MLA ਤੋੜ ਕੇ ਮੇਰੇ ਤੋਂ ਝੰਡੀ ਨਾ ਲਵਾ ਲਵੇ। ਇਹ ਕਾਹਦੇ ਰਾਜ ਨੇ? ਇਹ ਤਾਂ ਪਰ ਤੁਹਾਡਾ ਗੁਰੂ ਨਾਨਕ ਦੀ ਗੱਦੀ ਦਾ ਰਾਜ ਅਟਲ ਅਭੰਗ, ਜਿਹੜਾ ਭਿੱਗੇ ਨਾ ਭਾਵ ਟੁੱਟੇ ਨਾ, ਅਟਲ ਜਿਹੜਾ ਸਦਾ ਰਵੇ, ਉਹ ਗੁਰੂ ਨਾਨਕ ਦਾ ਰਾਜ ਹੈ। ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਜੁਗੋ ਜੁਗ ਅਟਲ ਸਤਿਗੁਰੂ ਨਾਨਕ ਦੀ ਗੱਦੀ ਤੇ ਆ ਬਿਰਾਜਮਾਨ ਹੋ। ਤੂੰ ਸਤਿਗੁਰ ਚੌ ਜੁਗੀ। ਇਹ ਸਤਿਗੁਰ ਗੁਰੂ ਰਾਮਦਾਸ ਜੀ, ਤੁਸੀਂ ਐਂ ਨਹੀਂ ਹੁਣ ਅੰਮ੍ਰਿਤਸਰ ਬੈਠੇ ਹੋ, ਉਹ ਚਾਰੇ ਯੁੱਗਾਂ ਵਿੱਚ ਜਿਹੜਾ ਪਰਮੇਸ਼ਰ ਪ੍ਰਗਟ ਹੁੰਦਾ ਰਿਹਾ, ਸਾਰੀ ਕਥਾ ਤੁਸੀਂ ਸੁਣ ਲਈ ਹੈ ਪਿੱਛੇ। ਆਪਣੇ ਭਗਤਾਂ ਖਾਤਰ ਕਿੰਨੇ ਰੂਪ ਧਾਰੇ ਪਿਛਲੇ ਯੁੱਗਾਂ ਵਿੱਚ, 6 ਰੂਪ ਧਾਰੇ ਸਤਿਯੁਗ ਵਿੱਚ, ਫਿਰ ਤ੍ਰੇਤੇ ਵਿੱਚ ਰਾਮ ਜੀ ਦੇ ਰੂਪ ਵਿੱਚ, ਫਿਰ 8ਵਾਂ ਸਰੂਪ ਕ੍ਰਿਸ਼ਨ ਮਹਾਰਾਜ ਦੁਆਪਰ ਵਿੱਚ। ਕਿੰਨੇ ਭਗਤਾਂ ਦੇ ਖਾਤਰ ਸਾਧ ਸੰਗਤ ਕੌਤਕ ਕੀਤੇ। ਕੰਸ ਆਦਿਕ ਨੂੰ ਮਾਰ ਕੇ ਉਗਰਸੈਨ ਨੂੰ ਰਾਜ ਦਿੱਤਾ, ਫਿਰ ਰਾਵਣ ਨੂੰ ਮਾਰ ਕੇ ਭੀਸ਼ਣ ਨੂੰ ਰਾਜ ਦਿੱਤਾ। ਉਹ ਜਿਹੜੇ ਚਾਰੇ ਯੁੱਗਾਂ ਵਿੱਚ ਤੁਸੀਂ ਆਉਂਦੇ ਰਹੇ ਹੋ, ਉਹੀ ਅਕਾਲ ਪੁਰਖ ਦਾ ਰੂਪ ਗੁਰੂ ਰਾਮਦਾਸ ਤੁਸੀਂ ਹੋ। ਤੁਸੀਂ ਉਹ ਪਿਛਲੇ ਯੁੱਗਾਂ ਵਿੱਚ ਸੀ, ਤੁਸੀਂ ਉਹ ਹੁਣ ਭਰਪੂਰ ਸਾਰੇ ਸੰਸਾਰ ਦੇ ਸਾਹਮਣੇ ਹੋ। ਆਪ ਆਪੇ ਪਰਮੇਸ਼ਰ। ਆਪ ਆਪੇ ਪਰਮੇਸ਼ਰ ਦਾ ਕੀ ਗੁਣ ਹੈ? ਉਹ ਕਿਸੇ ਦਾ ਬਣਾਇਆ ਨਹੀਂ ਹੁੰਦਾ, ਉਹ ਕਿਸੇ ਦਾ ਪੈਦਾ ਕੀਤਾ ਨਹੀਂ ਹੁੰਦਾ। ਰੱਬ ਹੁੰਦਾ ਹੀ ਉਹ ਹੈ ਜਿਹੜਾ ਆਪਣੇ ਆਪ ਤੋਂ ਹੀ ਹੋਵੇ। ਸੈਭੰ ਸੁਤੇ ਪ੍ਰਕਾਸ਼। ਕਿਉਂਕਿ ਜਿਹੜਾ ਕਿਸੇ ਦਾ ਬਣਾਇਆ ਵਾ ਹੋਊਗਾ ਤਾਂ ਫਿਰ ਜਾਊਗਾ, ਇੱਥੇ ਉਹਨੇ ਰਹਿਣਾ ਕਿੱਥੇ? ਸਿੱਧੀ ਜੀ ਗੱਲ ਸੁਣ ਲਓ, ਆਪਾਂ ਨੇ ਕਿਉਂ ਮਰਨੇ? ਕਿਉਂਕਿ ਆਪਾਂ ਨੂੰ ਬਣਾਉਣ ਵਾਲੇ ਮਾਂ ਬਾਪਾਂ ਨੇ ਨਹੀਂ ਰਹਿਣਾ। ਅੱਜ ਕਹੇ ਆਖੋ ਸਤਨਾਮ। ਜਾਂ ਸਾਨੂੰ ਬਣਾਉਣ ਵਾਲਾ ਨਹੀਂ ਰਹੂ ਤੇ ਅਸੀਂ ਬਣੇ ਹੋਏ ਕਿੱਥੇ ਰਵਾਂਗੇ? ਆਪਾਂ ਨੇ ਨਹੀਂ ਰਹਿਣਾ, ਆਪਣੀ ਔਲਾਦ ਦਾ ਵੀ ਇੱਕ ਸਮਾਂ ਆਉਣਾ। ਪਰ ਜਿਹੜਾ ਕਿਸੇ ਨੇ ਬਣਾਇਆ ਹੀ ਨਹੀਂ, ਉਹ ਖਤਮ ਕਿੱਥੋਂ? ਨਾ ਕਿ ਚਾਹੇ ਨਾ ਕਿ ਜਾਇਬੋ ਰਾਮ ਕੀ ਦੁਹਾਈ। ਉਹ ਵਾਹਿਗੁਰੂ ਦਾ ਤਾਂ ਇੱਕੋ ਲਕਸ਼ਣ ਹੈ, ਸੈਭੰ, ਆਪਣੇ ਆਪ ਤੋਂ ਪ੍ਰਕਾਸ਼, ਆਪਣੇ ਆਪ ਪੈਦਾ ਹੋਣ ਵਾਲਾ। ਤੁਸੀਂ ਆਪ ਪਰਮੇਸ਼ਰ, ਪ੍ਰਕਿਰਤੀ ਤੋਂ ਪਰੇ, ਪਰਮ ਈਸ਼ਵਰ, ਸਾਰਿਆਂ ਤੋਂ ਉੱਤਮ, ਸਾਰਿਆਂ ਤੋਂ ਵੱਡੇ, ਜੋ ਪਰੇ ਹੋ। ਕਾਹਤੋਂ? ਮਨ ਵਿੱਚ ਕਰਮ ਕਰਕੇ ਵੀ ਸਾਡੀ ਪਹੁੰਚ ਨਹੀਂ ਉੱਥੇ, ਇੰਦਰੀਆਂ ਕਰਕੇ ਸਾਡੀ ਪਹੁੰਚ ਨਹੀਂ, ਆਗਮ ਨਿਗਮ ਵੇਦ ਸ਼ਾਸਤਰ ਉੱਥੇ ਪਹੁੰਚ ਨਹੀਂ ਸਕਦੇ। ਤੁਸੀਂ ਉਹ ਪਰੇ ਤੋਂ ਪਰੇ, ਤੂੰ ਪਰੇ ਪਰੇ ਪਰੰਪਰ ਸਵਾਮੀ ਮਹਾਰਾਜ ਦੀ ਬਾਣੀ ਵਿੱਚ ਪਾਠ ਆਉਂਦਾ ਹੈ, ਉਹੀ ਸਰੂਪ ਤੁਸੀਂ ਗੁਰੂ ਰਾਮਦਾਸ ਮਹਾਰਾਜ ਹੋ। ਸੁਰ ਨਰ ਸਾਧਕ ਸਿੱਧ ਸਿੱਖ। ਸੁਰ ਨਰ, ਸੁਰ ਕਹੀਏ ਦੇਵਤੇ, ਨਰ ਕਹੀਏ ਆਦਮੀ, ਆਪਣਾ ਮਾਤ ਲੋਕ ਤੇ ਰਾਖਸ਼ ਲੋਕ, ਸਿੱਖ ਸਿੱਧ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਹਨ। ਸੇਵੰਤ ਤੁਰ ਤੁਰ। ਇਨ੍ਹਾਂ ਲੋਕਾਂ ਦੇ ਦੇਵੀ ਦੇਵਤੇ, ਰਾਖਸ਼, ਮਨੁੱਖ, ਸਿੱਧ, ਸੰਤ, ਰਿਸ਼ੀ, ਮੁਨੀ, ਧੁਰਨ ਤੁਰ। ਤੁਸੀਂ ਉਹਨਾਂ ਦੇ ਧੁਰੇ। ਜਿੰਨਾ ਵੀ ਕੰਮ ਚੱਲਦਾ ਹੁੰਦਾ ਧੁਰੇ ਦੇ ਆਲੇ ਦੁਆਲੇ ਹੀ ਚੱਲਦਾ ਹੁੰਦਾ। ਐਕਸਲ ਟੁੱਟ ਜਾਵੇ, ਧੁਰਾ ਟੁੱਟ ਜਾਵੇ ਤੇ ਕੰਮ ਗਿਆ। ਗੁਰਸਿੱਖ ਪਿਆਰਿਓ, ਆਪਣੇ ਘਰਾਂ ਦਾ ਵੀ ਇਹੀ ਹਾਲ ਹੈ। ਇੱਕੋ ਲਾਣੇਦਾਰ ਚੰਗਾ ਹੁੰਦਾ ਧੁਰਾ। ਜੇ ਸਾਰੇ ਹੀ ਮੈਂਬਰ ਲੰਬੜਦਾਰ ਬਣ ਜਾਣ ਪਰ ਘਰ ਜੁੜੂਗਾ। ਇਹ ਅੱਜ ਕਹੇ ਆਖੋ ਸਤਨਾਮ। ਇੱਕ ਧੁਰੇ ਦੇ ਆਲੇ ਦੁਆਲੇ ਇੱਕ ਦਾ ਬਚਨ ਮੰਨੋ। ਸਾਰੀ ਸਿੱਖ ਜਗਤ ਨੂੰ ਇੱਕ ਧੁਰਾ ਬਖਸ਼ਿਆ। ਕਿਹੜੀ? ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇੱਕ ਧੁਰੇ ਦੇ ਆਲੇ ਦੁਆਲੇ ਲਾਇਆ। ਪ੍ਰਿਥਵੀ ਸਾਰੀ ਇੱਕ ਧੁਰੇ ਦੇ ਧਰੁਵ ਦੇ ਆਲੇ ਦੁਆਲੇ ਘੁੰਮ ਰਹੀ ਹੈ। हे ਗੁਰੂ ਰਾਮਦਾਸ ਜੀ, ਚਾਰੇ ਯੁੱਗਾਂ ਤੋਂ ਰਿਸ਼ੀਆਂ ਦੇ, ਮੁਨੀਆਂ ਦੇ, ਸਿੱਖ ਜੋ ਸਿੱਖਿਆ ਲੈਣ ਆਉਂਦੇ ਨੇ ਤੁਹਾਤੋਂ, ਸੇਵਕ, ਸਾਧ ਜੋ ਸਾਧਨਾ ਸਾਧ ਰਹੇ ਨੇ, ਸਿੱਧ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਨੇ, ਸੁਰ ਦੇਵ ਲੋਕ ਦੇ ਲੋਕ ਦੇਵਤੇ, ਨਰ ਮਾਤ ਲੋਕ ਦੇ, ਅਸੁਰ ਜਿਹੜੇ ਹਨ ਰਾਖਸ਼। ਗੁਰਸਿੱਖ ਪਿਆਰਿਓ, ਇਹਨਾਂ ਦਾ ਸਾਰਿਆਂ ਦਾ ਤੁਸੀਂ ਧੁਰਾ, ਇਹ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਨੇ। ਤੁਹਾਡੀ ਉਹ ਆਸ ਓਟ ਲੈ ਰਹੇ ਨੇ। ਘੁੰਮਣ ਵਾਸਤੇ, ਤੁਰਨ ਫਿਰਨ ਖਾਤੇ ਧੁਰੇ ਦਾ ਹੀ ਆਸਰਾ ਹੁੰਦਾ। ਤੁਸੀਂ ਸਭ ਦੇ ਧੁਰਨ ਧੁਰ, ਸਭ ਤੋਂ ਪਹਿਲੇ ਧੁਰੰਧਰ। ਤੀਸਰਾ ਅਰਥ ਸਾਰਿਆਂ ਦਾ ਆਸਰਾ। ਧਿਰ, ਆਪਾਂ ਕਹਿੰਦੇ ਨੇ ਫਲਾਣੇ ਦੀ ਇਹ ਧਿਰ ਹੈ ਭਾਈ, ਉਹ ਧਿਰ ਆਸਰਾ ਸਾਰਿਆਂ ਦੇ ਤਿੰਨਾਂ ਲੋਕਾਂ ਵਿੱਚ। ਆਦ ਜੁਗਾਦ ਅਨਾਦ। ਤੁਸੀਂ ਆਦ ਹੋ, ਜੁਗਾਦ। ਆਦ ਸ੍ਰਿਸ਼ਟੀ ਬਣਨ ਤੋਂ ਪਹਿਲਾਂ, ਯੁਗ ਆਦ, ਜਦੋਂ ਯੁਗ ਪੈਦਾ ਕੀਤੇ, ਸਤਯੁਗ ਤੋਂ ਸ੍ਰਿਸ਼ਟੀ ਸ਼ੁਰੂ ਹੋਈ। ਸਤਯੁਗ ਵਿੱਚ ਵੀ ਤੁਸੀਂ
ਤ੍ਰੇਤੇ ਵਿੱਚ ਵੀ, ਦੁਆਪਰ ਹੁਣ ਕਲਯੁਗ ਵਿੱਚ ਵੀ। ਹੈ ਤੁਸੀਂ ਉਹ ਪਰ ਹੈ ਅਨਾਦ, ਕਿਸੇ ਨੂੰ ਪਤਾ ਲੱਗਿਆ ਹੀ ਨਹੀਂ ਕਿ ਤੁਸੀਂ ਕਦੋਂ ਦੇ ਨੇ। ਪਰਸੋਂ ਤੁਸੀਂ ਬਾਣੀ ਸੁਣੀ ਸੀ, ਕਹਿ ਨਾ ਸਕੈ ਕੋਉ ਤੂੰ ਕਦ ਕਾ, ਤੂੰ ਸਾਰਿਆਂ ਨੂੰ ਬਣਾਉਣ ਵਾਲਾ ਤਾਂ ਹੈ, ਪਰ ਇਹ ਨਹੀਂ। ਇੱਥੇ ਫੈਕਟਰੀਆਂ ਹੈਗੀਆਂ ਤੁਹਾਡੇ ਇੰਗਲੈਂਡ ਵਿੱਚ ਬਹੁਤ, ਹਰ ਫੈਕਟਰੀ ਦੇ ਉੱਤੇ ਬੋਰਡ ਲੱਗੇ ਹੋਏ ਕਿਹੜੇ ਸਾਲ 'ਚ ਸ਼ੁਰੂ ਹੋਈ ਹੈ, ਹਰ ਚੀਜ਼ ਉੱਤੇ ਉਹਦਾ ਈਅਰ ਲਿਖਿਆ ਹੋਇਆ। ਤੁਹਾਡੀਆਂ ਕਾਰਾਂ ਦੇ ਮਾਡਲ ਲਿਖੇ ਨੇ, ਕਿਸ ਈਅਰ ਦੀ ਹੈ, ਲਿਖਣਾ ਪੈਂਦਾ ਲਾਜ਼ਮੀ। ਇਹ 96 ਮਾਡਲ ਹੈ, ਇਹ 99 ਮਾਡਲ ਹੈ, 2001 ਮਾਡਲ ਲਿਖਿਆ ਹੋਇਆ ਨਾ ਜਦੋਂ ਚੀਜ਼ ਬਣਦੀ ਹੈ। ਇੱਕ ਵਾਹਿਗੁਰੂ ਹੈ ਜਿਹਦੇ ਉੱਤੇ ਮਾਡਲ ਲਿਖਿਆ ਹੀ ਨਹੀਂ, ਅੱਜ ਕੋ ਸਤਨਾਮ ਈਅਰ ਲਿਖਿਆ ਹੀ ਨਹੀਂ, ਪਤਾ ਹੀ ਨਹੀਂ। ਅਨਾਦ, ਉਹਦੇ ਆਦ ਦਾ ਕਿਸੇ ਨੂੰ ਪਤਾ ਹੀ ਨਹੀਂ, ਤੂੰ ਕਦੋਂ ਦਾ ਹੈ। ਕਲਾ ਧਾਰੀ ਤ੍ਰਿਲੋਕ, ਤਿੰਨ ਲੋਕਾਂ ਵਿੱਚ ਜਿਹੜੀ ਸ਼ਕਤੀ ਕਿਸੇ ਸ਼ਕਤੀ ਦੇ ਆਸਰੇ ਖੜੀ ਹੁੰਦੀ ਆ। ਬਿਲਡਿੰਗ ਨੀਹਾਂ ਦੇ ਆਸਰੇ ਖੜੀ ਹੈ, ਨੀਹਾਂ ਧਰਤੀ ਦੇ ਆਸਰੇ ਖੜੀ ਹੈ, ਧਰਤੀ ਪਾਣੀ ਦੇ ਆਸਰੇ ਖੜੀ ਹੈ, ਤੇ ਗੁਰ ਧਰਤੀ ਹੋਰ ਪਰੇ ਹੋਰ ਤੇ ਗਾਂ ਫੇਰ ਪਾਣੀ ਤਾਂ ਹੀ ਖੜਾ ਜੇ ਹੇਠ ਧਰਤੀ ਹੈ। ਗੁਰਸਿੱਖ ਪਿਆਰਿਓ, ਨਹੀਂ ਪਾਣੀ ਕਿੱਥੇ? ਜੇ ਉਸ ਪਾਣੀ ਦੇ ਹੇਠ ਧਰਤੀ ਨਾ ਹੋਵੇ ਤੇ ਫਿਰ ਇਹ ਧਰਤੀ ਦਾ ਬੋਝ ਕਿੱਥੋਂ ਚੱਕੇ ਹੋ? ਐਸੀ ਧਰਤੀ ਹੋਰ ਪਰੇ ਹੋਰ। ਤੇ ਤੁਸੀਂ ਤਾਂ ਸਾਇੰਸ ਪੜ੍ਹੇ ਹੋਏ ਨੇ, ਇੰਗਲੈਂਡ 'ਚ ਰਹਿੰਦੇ ਹੋ, ਅਸੀਂ ਤਾਂ ਸਾਨੂੰ ਤਾਂ ਇੰਡੀਅਨ ਕਹਿੰਦੇ ਹੋ ਤੁਸੀਂ, ਤੇ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਪਾਣੀ ਤੇ ਕਿਉਂ ਧਰਤੀ ਖੜੀ ਕਰੀਏ। ਦੇਖੋ ਮਹਾਰਾਜ ਦੀ ਕੁਦਰਤ, ਧੁਰੰਧਰ ਅਨਾਦੀ ਵਾਹਿਗੁਰੂ, ਇਹ ਸੋਲਿਡ ਕਿਉਂ ਨਹੀਂ ਬਣਾਤੀ? ਪਾਣੀ ਤੇ ਕਿਉਂ ਖੜੀ ਹੈ? ਜਿੱਥੇ ਬੋਰ ਕਰੋ ਉੱਥੇ ਪਾਣੀ, ਕਿਤੇ 100 ਫੁੱਟ, ਕਿਤੇ 5000 ਫੁੱਟ, ਕਿਤੇ 10 ਫੁੱਟ, ਕਿਤੇ ਉੱਪਰੇ ਪਏ। ਇਹ ਕਿਉਂ ਕੀਤੀ ਹੈ ਧਰਤੀ ਪਾਣੀ ਤੇ ਖੜੀ? ਦੇਖੋ ਮਹਾਰਾਜ ਵਰਗਾ ਟੈਕਨੀਸ਼ੀਅਨ, ਉਹਦੇ ਵਰਗਾ ਇੰਜੀਨੀਅਰ ਕਿੱਥੇ ਜੰਮੂ ਕੋਈ? ਉਹਦੀ ਕੁਦਰਤ। ਇਹ ਧਰਤੀ ਪਾਣੀ ਤੇ ਤਾਂ ਖੜੀ ਕੀਤੀ ਹੈ, ਇਹਦੇ ਵਿੱਚ ਵਾਈਬ੍ਰੇਸ਼ਨ ਰਵੇ, ਹਿਲ ਜੁਲ ਰਵੇ। ਜੇ ਧਰਤੀ ਪਾਣੀ ਤੇ ਨਾ ਖੜੀ ਹੁੰਦੀ ਨਾ, ਇੱਕ ਕਦਮ ਵੀ ਆਪਾਂ ਨਹੀਂ ਸੀ ਤੁਰ ਸਕਦੇ। ਆ ਜਿਹੜੀ ਸਾਡੀ ਜੀਵਨ ਦੀ ਵਾਈਬ੍ਰੇਸ਼ਨ ਹਿਲ ਜੁਲ ਹੈ ਨਾ, ਇਹ ਇਸੇ ਕਰਕੇ ਤੁਰੇ ਫਿਰਦੇ ਆ, ਧਰਤੀ ਵਿੱਚ ਹਿਲ ਜੁਲ ਹੈ। ਤੁਸੀਂ ਐਂ ਕਰੋ, ਆਪਣੀਆਂ ਕਾਰਾਂ ਦੇ ਟਾਇਰ ਲੋਹੇ ਦੇ ਪਵਾ ਲਓ, ਕਾਹਨੂੰ ਖਰਚ ਕਰਨਾ? ਘਸਣਗੇ ਹੀ ਨਹੀਂ। ਇੱਥੇ 6 ਮਹੀਨੇ ਬਾਅਦ ਪਟਾਕੇ ਪੈਣੇ ਹੈ, ਕੋਈ ਡੱਲਪ ਦਾ, ਕੋਈ ਹੋਰ ਦਾ ਪਾਉਂਦੇ ਫਿਰਦੇ। ਪਾਓ ਲੋਹੇ ਦੇ, ਲੋਹੇ ਦਾ ਟਾਇਰ ਪਾ ਕੇ ਨਠਾ ਕੇ ਦਿਖਾਇਓ ਮੈਨੂੰ, ਕਦੇ ਵੀ ਨਹੀਂ। ਸਪੀਡ 10 ਕਿਲੋਮੀਟਰ ਤੇ ਜ਼ਿਆਦਾ ਨਹੀਂ ਨੱਠੂ। ਲੋਹੇ ਦੇ ਪਹੀਏ ਪਾਏ ਰੇਲ ਨੂੰ, ਉਹਦੇ ਵਿੱਚ ਦੇਖਿਆ ਪਟੜੀ ਜਾ ਕੇ ਦੇਖਿਓ, ਹਰ 30 ਫੁੱਟ ਤੇ ਜੁਆਇੰਟ ਹੈ, ਹਰ 20 ਫੁੱਟ ਤੇ ਉਹਦੇ ਜੁਆਇੰਟ ਦਿੱਤਾ ਗਿਆ। ਉਹਦੇ ਹੇਠ ਸਲੀਪਰ ਪਾਏ ਨੇ, ਲੋਹੇ ਦੇ ਉਹ ਪਾਏ ਨੇ, ਤਾਂ ਕਿ ਜਦੋਂ ਰੇਲ ਚੱਲੇ ਉਹ ਲਾਈਨ ਹੈ ਜਿਹੜੀ ਵਾਈਬ੍ਰੇਸ਼ਨ ਕਰਦੀ ਰਹੇ, ਮੈਲੇਬਿਲਿਟੀ ਰਵੇ ਉਹਦੇ ਵਿੱਚ, ਉੱਚਾ ਨੀਵਾਂ ਹੋਣ ਦੀ, ਲਚਕ ਰਵੇ ਉਹਦੇ ਵਿੱਚ। ਜੇ ਉਹ ਲਚਕ ਨਾ ਲਾਈਨ ਦੇ ਵਿੱਚ ਹੋਵੇ, 15 ਕਿਲੋਮੀਟਰ ਤੋਂ ਵੱਧ ਟ੍ਰੇਨ ਨਹੀਂ ਨੱਠ ਸਕਦੀ। ਉਹ ਜਿਹੜੀ ਲਾਈਨ ਹੈ ਲੋਹਾ, ਉਹ ਉੱਪਰ ਹੇਠ ਹੁੰਦਾ ਹੈ, ਵਾਈਬ੍ਰੇਟ ਹੁੰਦਾ ਹੈ, ਤਾਂ ਉਹਦੀ ਸਪੀਡ ਬਣਦੀ ਹੈ। ਇਹ ਜਿਹੜੀ ਰਫ਼ਤਾਰ ਹੈ ਨਾ ਦੁਨੀਆ ਦੀ, ਰੋਟੇਸ਼ਨ, ਆਪਣੀ ਚਾਲ, ਇਹ ਤਾਂ ਹੀ ਹੈ ਕਿ ਧਰਤੀ ਹਿੱਲਦੀ ਹੈ। ਉਹ ਹਿੱਲਣ ਕਰਕੇ ਵਾਹਿਗੁਰੂ ਨੇ ਪਾਣੀ ਦੇ ਉੱਤੇ ਖੜੀ ਕੀਤੀ, ਇਹਦੇ ਵਿੱਚ ਵਾਈਬ੍ਰੇਸ਼ਨ ਰਵੇ। ਦੇਖੋ ਧੁਰ, ਹੁਣ ਕੋਈ ਜਾਣ ਹੀ ਨਹੀਂ ਸਕਿਆ ਕਿ ਇੱਥੇ ਜਿਹੜੀ ਧਰਤੀ ਹੈ ਪਾਣੀ ਪਰ ਖੜੀ ਹੈ, ਹੇਠਲਾ ਪਾਣੀ ਕਾਹਦੇ ਪਰ ਖੜਾ ਹੈ? ਦੇਖੋ ਉਹ ਕਿਤੇ ਉਹੀ ਤੁਰਿਆ ਫਿਰਦਾ। ਇਸੇ ਕਰਕੇ ਗੁਰੂ ਨਾਨਕ ਨੂੰ ਮੁਲਤਾਨ ਵਿੱਚ ਕਿਹਾ ਸੀ ਨਾ ਕਾਜੀ ਨੇ, ਮਹਾਰਾਜ ਨੇ ਦੇਤੀ ਬਾਂਗ, ਉੱਚੀ ਉੱਚੀ ਜਪਜੀ ਸਾਹਿਬ ਪੜੀ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ। ਉਹ ਕਾਜੀ ਕਹਿੰਦਾ ਕਿਉਂ ਕੁਫਰ ਤੋਲਦਾ? ਉਹ ਝੂਠ ਨੂੰ ਕੁਫਰ ਕਹਿੰਦੇ। ਮੁਸਲਮਾਨ ਸ਼ਰਾ ਇੱਥੇ ਖੜੀ ਹੈ, 7 ਪਤਾਲ ਹੈ, 7 ਆਕਾਸ਼ ਹੈ, ਬਸ ਉਹ 8ਵੇਂ ਤੱਕ ਗਏ ਹੀ ਨਹੀਂ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਉਹ 7 ਕਿਉਂ ਮੰਨਦੇ ਨੇ। ਇਹ ਜਿਹੜਾ ਇੱਕ ਸੂਰਜ ਹੈ, ਇਹ 7 ਆਕਾਸ਼ਾਂ 7 ਪਤਾਲਾਂ ਨੂੰ ਰੋਸ਼ਨੀ ਦਿੰਦਾ ਹੈ, ਉਹਦਾ ਨਾਮ ਹੈ ਸੂਰਜ ਮੰਡਲ। ਉਹ ਇੱਕ ਸੂਰਜ ਤੱਕੇ ਪੁੱਜੇ, ਅੱਜ ਕਹੇ ਕੋ ਸਤਨਾਮ, ਇੱਕ ਸੂਰਜ ਨੂੰ ਇਹ ਜਾਣਦੇ ਆ, ਬਸ 7 ਤੱਕ ਖੜ ਗਏ। ਜਦ ਬਾਬੇ ਨੇ ਕਿਹਾ ਪਾਤਾਲਾਂ ਪਾਤਾਲ ਲਖ, ਉਹ ਗੁੱਸੇ ਹੋ ਗਿਆ, ਕਹਿੰਦਾ ਸਾਡੀ ਸ਼ਰ੍ਹਾ ਤੋਂ ਉਲਟ ਬੋਲਦਾ, ਇਹ ਕੁਫਰ ਤੋਲਦਾ, ਤੂੰ ਝੂਠ। ਸਤਿਗੁਰ ਸਾਣਦੇ ਸੀ ਇਹਨੇ ਏਦਾਂ ਨਹੀਂ ਮੰਨਣਾ। ਜਿਹੜੇ ਕੱਟੜਵਾਦੀ ਹੁੰਦੇ ਕਦੇ ਨਹੀਂ ਮੰਨਦੇ। ਕਿੰਨੀ ਗਿਆਨ ਦੀ ਗੱਲ, ਕਿੰਨੀ ਸੱਚੀ ਗੱਲ ਕਹੋ, ਉਹ ਬਾ ਆਪਣਾ ਰੌ ਜੁਦਾ ਹੀ ਰੱਖਣਗੇ। ਸਤਿਗੁਰ ਕਹਿੰਦੇ ਚੱਲ ਕਾਜੀਆ ਦਿਖਾ ਕੇ ਲਿਆਈਏ ਤੈਨੂੰ, ਦਿਖਾ ਦਿੰਨੇ। ਕਾਜੀ ਕਹਿੰਦਾ ਜੀ ਮੈਂ ਤਾਂ ਬੁੜਾ ਹੈ, ਇੰਨਾ ਸਫ਼ਰ ਮੇਰੇ ਤੇ ਹੋਣਾ ਨਹੀਂ, ਮੇਰੇ ਮੁੰਡੇ ਨੂੰ ਲੈ ਜਾਓ, ਉਹਦੇ ਭਾਵੇਂ ਬਾਬਾ ਖਿੱਚ ਕੇ ਹੀ ਲੈ ਜਾਊਗਾ। ਕਹਿੰਦਾ ਜੀ ਮੈਂ ਤੇ ਨਹੀਂ ਇੰਨਾ ਤੁਰ ਹੋਣਾ, ਮੈਂ ਬੁੜਾ, ਮੁੰਡੇ ਨੂੰ ਲੈ ਜਾਓ।
ਪੜੋ ਭਾਈ ਗੁਰਦਾਸ ਦੀ ਬਾਣੀ, ਕਿਤੇ ਬਾਣੀ ਨਾਲ ਜੁੜੋ। ਐਵੇਂ ਕੱਚੀਆਂ ਪਿਲੀਆਂ ਧਾਰਨਾ ਸੁਣੀਆਂ, ਬਸ 12 ਬੁੱਢਾ ਸੁਣੀਆਂ, ਇਹਨੇ ਕ ਵੜਦੇ ਇਹਨੇ ਕਰੇ ਨੇ, ਉਹ ਕੱਲ ਨੂੰ ਵੜ ਦੇਣੇ ਹੈ। ਇੱਥੇ ਸਾਡਾ ਇਤਿਹਾਸ ਆ ਗਿਆ, ਹੋਰ ਰਹੀ ਕੱਖ ਨਹੀਂ ਸਾਡੇ ਕੋਲ। ਉੱਥੇ ਭਾਈ ਗੁਰਦਾਸ ਜੀ ਕਹਿੰਦੇ ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਕਹਿੰਦੇ ਭੇਜ ਫਿਰ ਆਪਣੇ ਪੁੱਤ ਨੂੰ ਦਿਖਾਈਏ। ਮੈਂ ਧਿਆਨ ਕੋਈ ਤੁਰ ਕੇ ਥੋੜੋ ਜਾਣਾ ਸੀ, ਮੀਟੋ ਜਰਾ ਅੱਖਾਂ, ਇੱਥੇ ਪੁੱਜ ਜੋ ਕਪੂਰਥਲੇ। ਲਾਓ ਧਿਆਨ, ਫਿਰੋ ਜਲੰਧਰ, ਲਾਓ ਧਿਆਨ ਬੈਠੇ ਕਮੈਂਟਰੀ 'ਚ, ਚੌੜਾ ਬਾਜ਼ਾਰ ਲੁਧਿਆਣਾ ਇੱਥੇ ਦਿਖੂਗਾ। ਅੱਜ ਕੇ ਅਖੋ ਸ਼ਤ ਨੇ ਵੀ ਤਾਂ ਧਿਆਨ ਹੈ, ਇਹ ਧਿਆਨ ਹੈ। ਅੱਖੀ ਮੀਟ ਦਾ ਅਰਥ ਹੈ ਧਿਆਨ ਜੁੜ ਜਾਣਾ। ਮੈਂ ਧਿਆਨ ਨਾਲ ਜਿੱਥੇ ਮਰਜੀ ਫਿਰਿਆ, ਬੈਠੇ ਬੈਠੇ ਹੁਣ ਇੱਥੇ ਬੈਠੇ ਹੋ, ਇੱਥੇ ਗੁਰਦੁਆਰੇ ਸਾਹਿਬ ਧਿਆਨ ਨਾਲ ਦੇਖ ਆਓਗੇ ਵੀ ਅੱਜ ਕਿਹੜੀ ਦਾਲ ਬਣੀ ਹੈ, ਅੱਜ ਕੇ ਅਖੋ ਸ਼ਤ ਨਾ ਮਟਰ ਪਨੀਰ ਹੈਗੇ ਕਿ ਨਹੀਂ। ਇਹ ਧਿਆਨ ਅੱਖੀ ਮੀਟ ਜੋੜਿਆ ਧਿਆਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੈ ਗਏ ਮਹਾਰਾਜ ਫਿਰ ਪਤਾਲਾਂ ਵਿੱਚ। ਲੱਖ ਆਕਾਸ਼ ਪਤਾਲ, ਲੱਖ ਅੱਖ ਫੁਰਕ ਵਿੱਚ, ਇੱਕ ਪਲਕ ਵਿੱਚ ਸਭ ਦਿਖਲਾਈ। ਥੋੜਾ ਜਿਹਾ ਟਾਈਮ ਹੋਇਆ ਸੀ, ਦਿਖਾਤੇ ਧਿਆਨ ਦੇ ਨਾਲ। ਤੇ ਗੁਰਮੁਖ ਪਿਆਰਿਓ, ਉਹ ਕਾਜੀ ਦਾ ਮੁੰਡਾ ਕਹਿੰਦਾ ਨਾ, ਸੱਚੇ ਪਾਤਸ਼ਾਹ ਬਹੁਤ ਸਮਾਂ ਹੋ ਗਿਆ, ਤੁਹਾਡੀ ਗੱਲ ਸੱਚੀ ਹੈ, ਇਹ ਗਿਣਤੀ ਨਹੀਂ ਹੋਣੀ। ਬਹੁਤ ਦੇਖ ਲੈ, ਮੇਰਾ ਅੱਬਾ ਬੁੜਾ ਤਾਂ ਕਿਤੇ ਜਾਂਦੇ ਨੂੰ ਮਰ ਨਾ ਜਾਵੇ। ਅੱਜ ਕੇ ਆਖੋ ਸਤਨਾਮ, ਕਹਿੰਦਾ ਮੁੜੋ ਹੁਣ ਛੇਤੀ। ਬੁੜਾ ਤਾਂ ਫਿਰ ਕਹਿੰਦਾ ਮਰ ਨਾ ਜਾਵੇ, ਉਹਦੇ ਭਾਵੇਂ ਪਤਾ ਨਹੀਂ ਕਿੰਨੇ ਕੁ ਸਾਲ ਬੀਤ ਗਏ। ਗੁਰਸਿੱਖ ਪਿਆਰਿਓ, ਸਤਿਗੁਰ ਕਹਿੰਦੇ ਹੁਣ ਤੈਨੂੰ ਇੱਕ ਹੋਰ ਚੀਜ਼ ਦਿਖਾਉਣੇ ਆਤਾ ਗਿਆ, ਫਿਰ ਤੇਰਾ ਅੱਬਾ ਕਿਤੇ ਸ਼ੰਕਾ ਨਾ ਕਰੇ, ਆ ਤੈਨੂੰ ਸੱਚਖੰਡ ਦਿਖਾਈਏ। ਗੁਰਸਿੱਖੋ ਤੁਸੀਂ ਜੁੜੋ ਜਰਾ ਬਾਣੀ ਨਾਲ, ਬਾਣੀ ਦੇ ਅਰਥਾਂ ਨਾਲ, ਆਪਣੇ ਇਤਿਹਾਸ ਨਾਲ। ਤੁਹਾਨੂੰ ਪਤਾ ਲੱਗੇ ਕਿੰਨਾ ਖਜ਼ਾਨਾ ਤੁਹਾਡੇ ਕੋਲ ਪਿਆ। ਮੈਨੂੰ ਤਾਂ ਇੱਕ ਸ਼ੇਰ ਯਾਦ ਆਉਂਦਾ ਹੈ कि बहुत गौर से सुन रहा था जमाना दास्तां हमारी। ये दुनिया सिखी दी दास्तां बहुत गौर नाल सुन रही, बहुत गौर से सुन रहा था दास्तां जमाना दास्तां हमारी। अब सोच के हम सुनाते सुनाते ही सो गए। गल तां आ वरती है साडे, जमाने ते दुख नहीं है, ਸੁਣਾਉਣ ਵਾਲਾ ਹੀ ਸੌਂ ਗਿਆ। ਆਖੋ ਸਤਨਾਮ। ਸਿੱਖੀ ਦੀ ਗੱਲ, ਬਾਣੀ ਦੀ ਗੱਲ। ਇਹ ਤਾਂ ਪਸ਼ੂ ਪ੍ਰੇਤ ਸੁਣਦੇ ਸੀ, ਰਾਖਸ਼ ਸੁਣਦੇ ਸੀ ਬਾਣੀ, ਪਰ ਅਸੀਂ ਸੁਣਾਉਣ ਵਾਲੇ ਹੀ ਸੌਂ ਗਏ। ਅਸੀਂ ਬਾਣੀ ਸੁਣਾਉਣੀਓ ਛੱਡਤੀ, ਗੁਰਮਤਿ ਦੀ ਵਿਚਾਰ ਸੁਣਾਉਣੀਓ ਛੱਡਤੀ। ਝਗੜੇ ਪੈ ਗਏ ਆਪਸ ਵਿੱਚ। ਮੇਰਾ ਕਿਹਾ ਸੱਚ ਹੈ, ਮੇਰੀ ਪਾਰਟੀ ਸੱਚ ਹੈ, मेरी कथा ठीक है, मेरा पहरावा ठीक है। बाबे नानक ने कहा ही नहीं मेरी बाणी ठीक है, मेरा पहरावा ठीक है, मेरी अकल ठीक है। किधर नूं असीं तुर पे। सुणाउण वाला ही सौ गया गुरसिख प्यारिओ, ते सुणन वालियां दा कोई दोष नहीं। जे किते गुरबाणी दे अर्थ ये गुरुआं दी दास्तां असीं दुनिया नूं दस दिंदे, अद्धी दुनिया हुण नूं सिखां दी बण जांदी। ਅਸੀਂ ਦੱਸ ਨਹੀਂ ਸਕੇ ਗੁਰਸਿੱਖ ਪਿਆਰੇ। ਤੁਹਾਡੀ ਮਿਸਾਲ ਦੇਵਾਂ, ਇਹ ਬੱਚਿਆਂ ਦਾ ਕੋਈ ਕਸੂਰ ਨਹੀਂ, ਤੁਸੀਂ ਇਹਨਾਂ ਨੂੰ ਸਿੱਖੀ ਦੱਸੇ ਨਹੀਂ ਸਕੇ। ਅੱਜ ਕੇ ਆਖੋ ਸਤ, ਸਿੱਖੀ ਦੱਸੇ ਨਹੀਂ ਸਕੇ। ਜਿਹੜੇ ਵੱਡੇ ਵੀ ਤੁਸੀਂ ਸਿੱਖੀ ਛੱਡੀ ਫਿਰਦੇ ਹੋ, ਤੁਹਾਡਾ ਕਸੂਰ ਨਹੀਂ, ਤੁਸੀਂ ਸਿੱਖੀ ਨੂੰ ਸਿੱਖਿਆ ਹੀ ਨਹੀਂ। ਜੇ ਸਿੱਖ ਲੈਂਦੇ ਤੇ ਛੱਡ ਦਿੰਦੇ, ਕੇਸ ਕਟਾ ਦਿੰਦੇ। ਸਿੱਖੀ ਸੀ ਭਾਈ ਤਾਰੂ ਸਿੰਘ ਨੇ ਸਿੱਖੀ, ਖੋਪਰੀ ਤਾਰ ਦੋ ਪਰ ਕੇਸ ਨਹੀਂ ਕੱਟੇ ਜਾਣਗੇ। ਉਹਨਾਂ ਨੂੰ ਪਤਾ ਸੀ। ਅੱਜ ਦੁੱਖ ਦੀ ਗੱਲ, ਜਿੱਥੇ ਜਾਓ ਝਗੜਾ, ਜਿੱਥੇ ਜਾਓ ਪਾਰਟੀ ਬਾਜੀ, ਜਿੱਥੇ ਜਾਓ ਡਾਂਗ ਖੜਕਦੀ ਹੈ, ਈਰਖਾ ਦੁਆਸ਼। ਕਿਹੜਾ ਆਊਗਾ ਤੁਹਾਡੇ ਕੋਲ ਇੱਥੇ ਗੁਰਦੁਆਰੇ? ਗੁਰੂ ਦੀ ਵਿਚਾਰਧਾਰਾ ਦੀ ਗੱਲ ਨਾਲ ਹੀ ਅਸੀਂ ਜੁੜਨਾ ਗੁਰਸਿੱਖ ਪਿਆਰਿਓ। ਆਪੋ ਤਾਪੀ ਸਾਨੂੰ ਪੈ ਗਈ। ਦੇਖ ਲਓ ਤੁਸੀਂ ਕਿੱਡੇ ਕਿੱਡੇ ਗੁਰਦੁਆਰੇ ਬਣਾ ਲਏ, ਲੰਗਰ ਤੁਹਾਡੇ 24 ਘੰਟੇ ਚੱਲਦੇ ਨੇ, ਚਾਹਾਂ ਦੇ ਬਣੇ ਬਣਾਏ ਪਤੀਲੇ ਪਏ, ਛਕੀ ਜਾਓ ਪਾ ਪਾ ਕੇ। ਕੜਾ ਪ੍ਰਸ਼ਾਦ ਵਰਗੇ ਗੱਫੇ ਖੁੱਲੇ ਮਿਲਦੇ ਹੈ, ਤੁਸੀਂ ਹੱਥ ਬੰਨ੍ਹਦੇ ਹੋ ਥੋੜਾ ਦੇਈ, ਅਮਰੀਕ ਸੂਟ ਉਂਚਲਾ ਭਰੀ ਫਿਰਦਾ। ਐਸੀ ਚੀਜ਼ ਦੇ ਲੋ ਇੱਥੇ ਵੰਡ ਵੰਡ ਕੇ ਮਿੰਨਤਾਂ ਕਰਕੇ ਛਕਾ ਰਹੇ ਹੈ। ਆ ਤੁਸੀਂ ਆਏ ਹੋ ਇੱਥੇ 150, ਕੱਲ ਨੂੰ 200-250 ਆਊਗਾ ਐਤਵਾਰ। ਆ ਦੇਖੋ ਬਿਆਸ ਵਾਲਿਆਂ ਦੇ ਜਾ ਕੇ, ਜਿੰਨਾ ਥੋੜਾ ਸਾਲ ਵਿੱਚ ਇਕੱਠ ਹੁੰਦਾ ਨਾ ਇੱਥੇ ਗੁਰਦੁਆਰੇ, ਉਹਨਾਂ ਦੇ ਇੱਕ ਐਤਵਾਰ ਨੂੰ ਹੁੰਦਾ ਹੈ। ਅੱਜ ਕੇ ਆਖੋ ਸਤਨਾਮ, ਇੱਕ ਐਤਵਾਰ ਨੂੰ ਇੰਨਾ ਘੱਟ ਨਾ। ਉੱਥੇ ਰੋਟੀ
ना चाह, कड़ा तो होना ही की है, चाह भी नहीं है, रोटी भी नहीं। पता है ब्यासा डेरे की है, उत्थे कूपन लेना पैंदा जे चाह पीनी है, टिकट लेना पैंदा है। कंटीन है ब्यासा विच, डेरे जाके देख लियो। 15 रुपये दो रोटी की टिकट ले लो, 5 रुपये दो चाह की टिकट ले लो। इत्थे थोड़ियां मिन्नतां करदे गुरुद्वारियां च, इत्थे क्यों नहीं इकट्ठ? वो बाजी ले गए, उत्थे झगड़ा नहीं है कोई, उत्थे इलेक्शन नहीं है, उत्थे आपो तापी नहीं है, बस श्रद्धा है, प्रेम है। ये स्थान तो बने सी ज्यादा पुजदा कोई बाहरों आवे, बर्फ वर्गा ठंडा हो जाए। दुख मनाउणा मना लियो, इत्थे ठंडा आया होया भी तत्ता हुंदा है। अज कहे को सतनाम, इत्थे बर्फ वर्गा आया बाले खांदा है। फिर कहते राज करेगा खालसा, सिक्खी बधूगी साडी। जब तक इस सुधार नहीं तुसी करोगे, ये बिल्डिंगां बुल्डिंगां, ये बाबे दी कथा, ये खंड पाठां दीयां लड़ियां, ये पकौड़े चलने, लड्डू जलेबियां, सब दिखावा, सब दिखावा, सब छल फरेब होके रह जूगा तुहाडा। साडे अंदर कपट है, अंदर कपट है साडे। बाहरों धोती तूंबड़ी, अंदर विसन कौर। ठाड़ तीर्थां ते तूंबी नूं नलाउंदे फिरो, ओदी कुड़तण नहीं जानी। सप पटाई पाईए विख अंतर मन रोस। बंगाले ने पढ़ के सप जाड़ा कढ़ दित्तियां, पटारी विच पा लिया, पर अंदरला रोस नहीं ओदा गया। बड़े खांदा फिर भी अज खेया को सतनाम, वो हाल साडा होया है। असी जे सिक्खी समझा दिंदे लोकां नूं, किथे ये हाल साडा हुंदा। अज गुरसिख प्यारिओ, हुण भी तुहानूं बेनती है, समझ जाओ कुछ, शांति वरताओ इन्हां स्थानां ते। एवें ही नठ भज, फलाना आ गया मैनू कढ़ दू, वो आ गया उन्हें नहीं छड्डना, असीं आ गए असीं ना छड्डीए। प्रेम प्रेम इको चीज हुंदी है, कब्जा छड्ड देना ओनू कहने प्रेम। कब्जा लैन लाओ ते चढ़ा डांग, अज खेया को सतनाम ते सीधी है। जिथे कब्जा भावना होगी बस उथे डांग। मैं है ही नहीं, जेड़ा मर्जी सांभो डांग। ये है उन्हां लोकां कोल कोई कब्जा भावना है ही नहीं, ईर्खा भावना है ही नहीं। ऐसी अवस्था जब तक असीं नहीं क्रिएट करांगे, साडियां सारियां सोर्सेज जिन्नियां एफर्ट्स ने तुहाडियां एक दिखावा बन के रह गईयां साडे सामने। हुण भी संभलो कुछ, भुलिया ना जानी है जेड़ा रात नूं घर आ जावे। पंजाबी याद रखिया करो, वो रात साडी कद आऊगी जदों असीं भुले होए मुड़ांगे। तुरन तुर तुसीं सतयुग दे विच भी, त्रेते विच भी, द्वापर विच भी सारियां दा तुरा, सारियां नूं आसरा देण वाला गुरु दा घर। ये निमाणियां दा मान, ये निताणियां दा ताण, ये निउटियां दी ओट, ये निआसरियां दा आसरा, इत्थे निपतियां दी पत। देखो कैसा वचन है, जिंदी इज्जत ना किते भी होवे, निपता होवे, ओनू भी इत्थे इज्जत दित्ती जावे। वो है गुरु दा घर। निपतियां दी पत, निलज्जियां दी लज। जो किते भी शर्म ना करे को कर्म करदा, ओनू भी इथों शर्म प्राप्त हो जावे, ओनू भी लज प्राप्त हो जावे इथों। ये तो वो घर बनाया सी, असी की बनाया? कहंदे जे होर नहीं कोई चलदा तां कुर्सियां एक दूए दे मार लो। अज कहे को सतनाम, फिर लज्जियां दी लज किथे हो गया, नपत्तियां दी पत किथे रह गए साडे घर। साम लो हुण भी प्रेमियों, बाजी लै गए मनमतीए। खाली फकीर फिरदे दुनिया च, वो बादशाह बन गए। सिख बादशाह दुनिया दा एडा वड्डा विरसा तुहाडे कोल, वो फकीर बनते जा रहे असीं। फिर पढ़ियो जी तो आद जुगाद अनाद कला धारी त्रिलोक। दर है गुरु रामदास जी, तिन्नों लोकां विच जिहदी शक्ति वरत रही है। तिन्ने लोक जी दे दर ते हथ बन्नी खड़े। ओ गुरु घर, गुरु दा दर, गुरु नानक दा ओ दर बख्शिया है। गुरु नानक ने आख दिता सी बाबा लैणा जी नूं, लैणिया निगाह मार आले दाले की है तेरे। 33 करोड़ देवता, विष्णु शिव जी भगवान इंद्र खड़े चरना विच, गुप्त रूहां खड़ियां, 3 लोकां दी माया। सतगुर कहंदे हाजिर है तेरे, ये तेरी मर्जी है भी वरतनी है कि नहीं, तेरी मर्जी है ना हुक्म देना है कि नहीं, पर तेरे दर ते खड़ियां रहणगियां। ये गुरु नानक दा दर है। बाबा लैणा साहब कहंदे सतगुर
ਭੇਜ ਦੇ ਇਹਨਾਂ ਨੂੰ ਆਪਣੇ ਘਰਾਂ ਨੂੰ, ਮੈਨੂੰ ਤੇਰੇ ਚਰਨਾਂ ਦੀ ਲੋੜ ਹੈ। ਅੱਜ ਕੇ ਆਖੋ ਸਤ। ਇਹ ਤਾਂ ਉਹ ਦਰ ਸੀ ਤਿੰਨਾਂ ਲੋਕਾਂ ਵਿੱਚ ਜਿਸ ਦੀ ਸ਼ਕਤੀ ਮਾਤ ਲੋਕ ਅੱਜ ਇੱਥੇ ਆਪਾਂ ਬੈਠੇ ਆ, ਸੁਰਗ ਲੋਕ, ਦੇਵਤੇ, ਰਾਖਸ਼ ਲੋਕ, ਗੁਰਮੁਖ ਪਿਆਰਿਓ, ਤਿੰਨਾਂ ਲੋਕਾਂ ਵਿੱਚ ਇਸ ਦਰ ਦਾ ਹੁਕਮ ਸਮਾਂ ਹੱਥ ਬੰਨੀ ਖੜਾ ਹੈ। ਸਮਾਂ ਹੱਥ ਬੰਨੀ ਗੁਰੂ ਦੇ ਦਰ ਤੇ। 1 ਮਿੰਟ ਵਿੱਚ ਗੁਰੂ ਨਾਨਕ ਇੱਕ ਦਿਨ ਅੱਧੀ ਰਾਤ ਉੱਠ ਖੜੇ। ਕਰਤਾਰਪੁਰ ਸਮਾਪਤੀ ਹੈ। ਅੱਜ ਚੌਥੇ ਪਾਤਸ਼ਾਹ ਦੀ ਇੱਕੋ ਤੁਕ ਰਹਿੰਦੀ ਹੈ ਤੇ ਕੋਈ ਨਹੀਂ, ਜੇ 2 ਮਿੰਟ ਲੇਟ ਹੋ ਗਏ ਕੱਲ ਨੂੰ ਤਾਂ ਤੁਸੀਂ 9 ਵਜੇ ਉੱਠਣਾ ਹੈ। ਅੱਜ ਕਹੇ ਆਖੋ ਸਤਨਾਮ ਸੰਡੇ ਹੈ। ਐਤਵਾਰ ਨੂੰ ਤਾਂ ਕਿਸੇ ਮੁਲਕ 'ਚ ਚਲੇ ਜਾਓ, ਐ ਸਮਝਦੇ ਆ ਲੋਕ ਐਤਵਾਰ ਨੂੰ ਵੀ ਅੱਜ ਤਾਂ ਸੂਰਜ ਚੜ੍ਹਨਾ ਹੀ ਨਹੀਂ। ਇਹ ਭੁਲੇਖਾ ਤੁਹਾਨੂੰ ਵੀ ਅੱਜ ਐਤਵਾਰ ਆ, ਜੋ ਸੂਰਜ ਨੂੰ ਵੀ ਛੁੱਟੀ ਹੈ। 10 ਵਜੇ ਉੱਠਣਗੇ, ਕੋਈ 10:30 ਵਜੇ। ਉਹ ਅੱਜ ਤਾਂ ਗੁਰਦੁਆਰੇ ਵੀ ਜਾਣਾ, ਤਾਂ ਫਿਰ ਅੱਜ ਆਉਂਦਾ ਗੁਰਦੁਆਰਾ 10 ਵਜੇ। देखो ऐसी अवस्था। तो गुरमुख प्यारे हो, अधी रात उठ खड़े गुरु नानक देव जी, हाका मारन लागे। आगे पुत्र आगे, बाबा लैना जी आगे। पुत्र कहने बापू जी की गल है? सतगुरु नानक देव कहने बाबा श्री चंद जी नो, पुत्र देख रात किन्नी क लंघी है, किन्नी क रहिंदी है, किहड़ा टाइम पी सी। बाबा श्री चंद जी ने तारियां वल निगाह मारी, कहने बापू जी पै जाओ, अधी रात है जे तक कानू उठ खड़े तुसीं। अधी रात उठ खड़े, अधी रात। कहने भाई सवार के देख, कहने महाराज देख ले तारे तिंगड़े जे इधर नहीं आए। कोल खड़े बाबा लैना जी, वो कहने लैने तू दस किन्नी रात लंघी है, किन्नी रहिंदी है? हथ बन ले, अखा भी जल आ गया। सतगुर तेरे हुंदे रात रह जावे ते लंघ जावे। जिन्नी तू हुक्म कीता लंघी, जिन्नी खड़ाई हुई है खड़ी है। अज के आखो सतनाम। तू नारायण खड़े धरती ते तेरे बिना किड्डा बड़ा इत्थे टाइम पीस इलैक्ट्रॉनिक ले आओ, सैले नहीं विच सूइयां कित्थे तुरन गईयां। अज के आखो सतनाम। शक्ति तो तेरे कोल है, ये कित्थे लंघ जावे? जिन्नी तू लंघाई ये शक्ति गुरु नानक दे। तिन्ना लोकां नूं धर तेरी, तिन्ना लोकां नूं गुरु रामदास तेरा आसरा। अगम निगम उदाहरण, अगम गमता तो रहत, आगम निगम कर लो पाठ इनू। वेद पुराण शास्त्र, आगम निगम, आगम कहिए शास्त्र, निगम कहिए वेद। जो वेद पुराणा दा आधार है, मत है, उन्हां दा ज्ञान है, किड्डी वडियाई उन्हां नूं भी सतगुरु रामदास तेरा आसरा है। तेरे आसरे उन्हां दी नीति मर्यादा, तेरे आसरे उहदे सूत्र चल रहे ने वेदां पुराणा दे। तेरा अगम, तू गमता तो रहत। वेद गमता विच है, शास्त्रां दी गमता पाई जा सकती है, पर तू उन्हां तो उपर है। जरा जमा आरोह, जरा ते जमै, जमना ते मरना। गुरसिख प्यारिओ, आरोहे संस्कृत दा शब्द है, असवारी करनी। नोट कर लियो, आरोह है असवार बन जाना। हुण घोड़े ते चढ़ दो तुसीं, घोड़ा तुहाडे वस है। जेड़ा उपर सवार बैठा जिधर नूं मर्जी ले जावे, गड्डी तुहाडे वस है, जिधर नूं मर्जी जिहड़ी मर्जी सड़क ते पा लो। जेड़ा उपर बैठा हुंदा है, इह जन्म मरण दी शक्ति ते भी तुसीं उपर बैठे हो। आरोह है, इहदी तुसीं असवारी, इहनूं तुसीं अपनी चलण वाली चीज बनाई हुई है, तुहाडे अधीन चल रही है। इहदे उत्ते भी तुसीं असवार हो, तुसीं मालक हो, तुहाडी शक्ति वरत रही है। दूजा अर्थ, एडी शक्ति दे तुसीं मालक हो। उत्थे एक चीज की लोड़ पैनी है, जिहदा तुहानूं हुण दिमाग खुरचना पऊ थोड़ा जिहा। जिहदे कोल जम्मण मरण की शक्ति आ जावे, जिन्हों मर्जी मारना, जिन्हों मर्जी जवा देना, सोचो तुहानूं की गुण रखना पऊ। ओनूं कदे आरोह है, रो गुस्सा नहीं आना चाहिए। अज के आखो सतनाम। नहीं तो संज तक अद्धे टब्बर का ही कल्याण कर दूगा। अज के आखो सतनाम। यह शक्ति आई नहीं है, पिंड वाले दे मारे नहीं। देखो कैसे बचन ने जिन्हां नाल तुसीं जुड़ो कदे। जम्मण मरण आरोह है, ये एडी वड्डी शक्ति का मालक है तू, पर शांति हो शांति समाई हुई है तुसीं अंदर। भावें तेरे हुक्म भी चलदे ने, तू असवार है इन्हां दे उत्ते मालिक है, पर आरोह है। क्योंकि गुस्सा करूं आप तो विरोधियां नूं खत्म, खुशी करूं
ਆਪਣੇ ਰਿਸ਼ਤੇਦਾਰਾਂ ਨੂੰ ਉਤਾਰ ਦੂਗਾ। ਇਹ ਤਾਂ ਇੱਥੇ ਘਰ ਵਿੱਚ ਹੈ ਨਹੀਂ, ਇੱਥੇ ਤਾਂ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਤੁਸੀਂ ਇਹਨਾਂ ਦੇ ਮਾਲਕੋਂ ਚਲਾਉਣ ਵਾਲੇ। ਗੁਰ ਅਮਰਦਾਸ ਸਿਰ ਥੱਪਿਓ, ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਹੋਈ, ਤੁਹਾਨੂੰ ਥਾਪਿਆ ਪਰ ਥਿਰ ਸਦਾ ਰਹਿਣ ਵਾਲੀ ਗੱਦੀ। ਪਰਗਾਮੀ ਤਾਰਨ ਤਰਨ, ਤੁਸੀਂ ਤਰਨ ਜਹਾਜ਼ ਬਣਾ ਦਿਓ ਪਰਗਾਮੀ ਸੰਸਾਰ ਨੂੰ ਪਾਰ ਕਰਨ ਵਾਸਤੇ। ਸਾਰੇ ਲੋਕਾਂ ਨੂੰ, ਤਿੰਨਾਂ ਗੁਣਾ ਵਾਲਿਆਂ ਨੂੰ, ਤਿੰਨਾਂ ਕਾਲਾਂ ਵਾਲਿਆਂ ਨੂੰ ਤੁਸੀਂ ਪਰਗਾਮੀ ਪਾਰਗਾਮੀ, ਤੁਸੀਂ ਗਮਤਾ ਤੋਂ ਪਰੇ। ਉਹ ਥਾਪ ਦਿੱਤੀ ਤੁਹਾਡੀ ਗੱਦੀ ਜੋ ਕਿਸੇ ਸੋਚ ਵਿਚਾਰ ਪੜ੍ਹਨ ਲਿਖਣ ਵਿੱਚ ਨਹੀਂ ਆ ਸਕਦੀ। ਆਗ ਅੰਤਕ ਬਣੇ ਨਾ ਸਲ ਕਵ, ਅਗ ਅੰਤਕ ਵਧੈ ਨਾ ਸਲ ਕਬ। ਪਿਛਲੀ ਤੋਂ ਕਹੇ ਭਾਈ ਪਿਆਰ ਨਾਲ ਸੁਣਿਓ। ਅਗ ਕਹੀਏ ਪਾਪ, ਅੰਤਕ ਕਹੀਏ ਜਮਰਾਜ ਧਰਮਰਾਜ। ਅੰਤਕ ਜਮਰਾਜ ਦਾ ਨਾਮ ਹੈ, ਧਰਮਰਾਜ ਦਾ। ਵਧੈ ਨਾ ਸਲ ਕਬ, ਜਿਹੜੇ ਤੇਰੇ ਸਿੱਖੀ ਨੂੰ ਧਾਰਨ ਕਰਨਗੇ, ਤੇਰੇ ਬਚਨਾਂ ਨੂੰ, ਤੇਰੇ ਦਰ ਨਾਲ ਜੁੜ ਜਾਣਗੇ, ਉਹ ਜਮਾਂ ਨੂੰ, ਪਾਪਾਂ ਨੂੰ, ਦੋਸ਼ਾਂ ਨੂੰ ਨਾ ਵਧੈ। ਉਹਨਾਂ ਨੇ ਮੰਨਣਾ ਹੀ ਨਹੀਂ ਕੋਈ ਹੁੰਦਾ ਹੈ। ਅੱਜ ਕਹੇ ਆਖੋ ਸਤਿਨਾਮ। ਆਪਾਂ ਕਹਿੰਦੇ ਆ ਪੰਜਾਬੀ ਚ ਤਾਂ ਕਿਸੇ ਨੂੰ ਵੱਧਦਾ ਹੀ ਨਹੀਂ, ਕਿਸੇ ਨੂੰ ਮੰਨਦਾ ਹੀ ਨਹੀਂ, ਆਪਣੇ ਆਪੇ ਬਣਿਆ ਫਿਰਦਾ। ਉਹ ਸ਼ਬਦ ਹੈ ਇੱਥੇ। ਪਾਪ ਜਮ ਕਾਲ ਦੇ ਜਮਰਾਜ, ਉਹ ਵੀ ਸਿੱਖ ਨਹੀਂ ਮੰਨਣਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਉਸ ਗੁਰੂ ਦੀ ਸੰਗਤ ਕੀਤੀ ਹੈ। ਸਾਧ ਕੇ ਸੰਗ ਧਰਮ ਰਾਏ ਕਰੇ ਸੇਵਾ। ਉਹ ਤਾਂ ਹੱਥ ਬੰਨ ਕੇ ਖੜੂਗਾ। ਜੋ ਗੁਰਮਤ ਨੂੰ ਵਿਚਾਰ ਵਿੱਚ ਲੈ ਲੈਂਦੇ ਨੇ, ਗੁਰੂ ਦੇ ਬਣ ਜਾਂਦੇ ਨੇ। ਅਗ ਅੰਤਕ ਵਧੈ ਨ ਸਲ ਕਬ। ਕਵੀ ਸਲ ਜੀ ਕਹਿੰਦੇ ਹਨ, ਬਚਨ ਕਰਦੇ ਨੇ, ਉਹ ਨਹੀਂ ਜਮਾ ਨੂੰ ਮੰਨਣਗੇ। ਉਹ ਨਹੀਂ ਪਾਪਾਂ ਦੋਖਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰਾਂ ਨੂੰ, ਉਹ ਸਿਆਣਨਗੇ ਹੀ ਨਹੀਂ ਇਹਨਾਂ ਨੂੰ ਕੌਣ ਹੁੰਨੇ, ਨਿਗਾਹ ਵਿੱਚ ਨਹੀਂ ਲਿਆਉਣਗੇ। ਗੁਰੂ ਰਾਮਦਾਸ ਤੇਰੀ ਸ਼ਰਨ। ਇਹ ਗੁਰੂ ਰਾਮਦਾਸ ਜੀ ਜੋ ਤੁਹਾਡੀ ਸ਼ਰਨ ਵਿੱਚ ਆ ਜਾਣਗੇ। ਦੂਜਾ ਪਾਠ ਸੁਣਿਓ। ਅਗ ਅੰਤ ਕਬ ਦੈਨ ਸਲ ਕਬ। ਦੇਖੋ ਕੈਸੇ ਬਚਨ ਨੇ। ਉਹਨਾਂ ਨੂੰ ਅਗ ਪਾਪ ਅੰਤਕ ਜਮ ਕਦੋਂ ਨੇੜੇ ਆਉਣਗੇ? ਕਦ ਆਉਣਗੇ ਲੈਣ ਉਹਨਾਂ ਨੂੰ ਜਮ? ਉਹ ਤਾਂ ਦੂਰੋਂ ਤਾਂ ਹੀ ਜਮ ਭਾਗਣਗੇ ਜਿੱਥੇ ਵਾਹਿਗੁਰੂ ਦਾ ਨਾਮ ਹੈ। ਤੀਜਾ ਪਾਠ ਅਗ ਅੰਤ ਬਦੈਨ ਸਲ ਕਬ। ਇਹ ਸਤਿਗੁਰ ਗੁਰੂ ਰਾਮਦਾਸ ਜੀ ਬਦੈਨ ਹੁੰਦੇ ਬੋਲਣਾ, ਵਧਣਾ, ਬੋਲਣਾ, ਉਚਾਰਨਾ। ਤੁਸੀਂ ਉਹ ਬਾਣੀ ਉਚਾਰੀ ਹੈ, ਉਹ ਸ਼ਬਦ ਉਪਦੇਸ਼ ਦਿੰਦੇ ਹੋ। ਜਮਰਾਜ ਨੇੜੇ ਹੀ ਨਹੀਂ ਆਉਣਗੇ, ਪਾਪ ਨੇੜੇ ਹੀ ਨਹੀਂ ਆਉਣਗੇ। ਅਗ ਅੰਤ ਕਬ ਦੈਨ ਕਬਤਾ। ਤੁਸੀਂ ਸਾਰਿਆਂ ਤੋਂ ਸ਼੍ਰੋਮਣੀ ਕਵੀ ਜੋ ਤੁਸੀਂ ਧੁਰਗੀ ਬਾਣੀ ਦਾ ਦੇਣਾ ਕੀਤਾ ਸੰਸਾਰ ਨੂੰ। ਪਾਠ ਤਾਂ ਜੁਦੇ ਜੁਦੇ ਨੇ, ਪਰ ਪਾਠ ਜਦੋਂ ਕਰਨੇ ਇੱਕੋ ਕਰਨੇ। ਅਗ ਅੰਤਕ ਵਧੈ ਨ ਸਲ ਕਬ। ਇਹ ਦਮਦਮੀ ਟਕਸਾਲ, ਦਮਦਮੇ ਸਾਹਿਬ ਦਾ ਇਹ ਪਾਠ ਹੈ। ਅਗ ਅੰਤਕ ਵਧੈ ਨ ਸਲ ਕਬ। ਜਨਮ ਮਰਨ ਤੋਂ ਰਹਿਤ ਹੋ ਜਾਣਗੇ। ਜਮਰਾਜ ਉਹਨਾਂ ਦੇ ਨੇੜੇ ਵੀ ਨਹੀਂ ਆਊਗਾ। ਇਹ ਜਿਹੜੇ ਕਾਮ ਕ੍ਰੋਧ ਵਿਸ਼ੇ ਵਿਕਾਰ ਰੂਪ ਰਸ ਗੰਧ ਸਪਰਸ਼ ਆਦਿਕ ਵਿਸ਼ੇ ਹਨ, ਇਹ ਨੇੜੇ ਵੀ ਨਹੀਂ ਆਉਣਗੇ। ਕਿਹਦੇ? ਗੁਰੂ ਰਾਮਦਾਸ ਤੇਰੀ ਸ਼ਰਨ। ਜਿਹੜੇ ਗੁਰੂ ਰਾਮਦਾਸ ਜੀ ਤੁਹਾਡੀ ਸ਼ਰਨ ਵਿੱਚ ਆ ਜਾਣਗੇ, ਸੱਚਾ ਸਤਿਗੁਰ ਸਮਝ ਕੇ ਜਿਹੜੇ ਧਿਆਉਣਗੇ, ਦਰਸ਼ਨ ਕਰਨਗੇ, ਜਨਮ ਮਰਨ ਤੋਂ ਇੱਥੇ ਭਾਈ ਹੁਣ ਚੌਥੇ ਪਾਤਸ਼ਾਹ ਜੀ ਦੇ 60 ਸਵਈਏ ਇੱਥੇ ਪੂਰੇ ਹੋ ਜਾਂਦੇ ਨੇ। ਮਹਾਰਾਜ ਦੀ ਕਿਰਪਾ ਹੋਈ ਹੈ। 62 ਸਵਈਏ ਪਹਿਲੇ ਨੇ, 60 ਇਹ, 122। ਹੁਣ ਇਸ ਤੋਂ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਸਤਤੀ ਦੇ ਸਿਫਤੀ ਦੇ ਸਵਈਏ ਆਰੰਭ ਹੋਣਗੇ। ਉਹ ਕੱਲ ਦੇ ਦੀਵਾਨ ਵਿੱਚ ਆਪਾਂ ਸ਼ੁਰੂਆਤ ਕਰਾਂਗੇ, ਕੱਲ ਨੂੰ ਤੁਹਾਡੇ ਚਰਨਾਂ ਵਿੱਚ, ਕਿਉਂਕਿ ਜਿਸ ਗੁਰੂ ਦੇ ਸਵਈਏ ਆਰੰਭ ਹੋਣੇ ਹੈ ਉਸ ਗੁਰੂ ਦਾ ਪਹਿਲਾ ਅਮਰ ਜੀਵਨ, ਉਹ ਆਪਾਂ ਕੱਲ ਦੇ ਸਮੇਂ ਵਿੱਚ ਵਿਚਾਰਾਂਗੇ। ਬਹੁਤ ਧੰਨਵਾਦ ਤੁਹਾਡਾ ਵੀ, ਸੰਗਤ ਦਾ, ਤੇ ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੇ ਸਵਈਆਂ ਦੀ ਕਿਰਪਾ ਕਰਕੇ ਅੱਜ ਸੰਪੂਰਨਤਾ ਕਰਾਈ ਹੈ। ਬਹੁਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰ ਤੇ ਸੰਗਤ ਬਖਸ਼ਣਹਾਰ ਹੈ। ਅੱਗੋਂ ਲਈ ਸੁਧ ਸੇਵਾ ਕਰਨ ਦਾ ਬਲ ਬਖਸ਼ਣਾ। ਇਕ ਓੰਕਾਰ ਸਤਿਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਬੇਸ਼ੁਮਾਰ ਅਥਾਹ ਅਗਣਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਤਾਰਨ ਗਗਨ ਨਭ ਖੰਡ ਮਹਿ ਜੋਤ ਸਵਰੂਪੀ ਰਹੋ ਭਰ ਪਣ ਮਥੁਰਾ ਕਿਛ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ ਪਣ ਮਥੁਰਾ ਕਿਛ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੈ ਮੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਵਈਏ ਮਹੱਲੇ ਪੰਜਵੇਂ ਕੇ ਪੰਜਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚਖੰਡੀ ਦਰਬਾਰ ਆਪ ਸੰਗਤਾਂ ਗੁਰੂ ਦੇ ਬਖਸ਼ੇ ਹੋਏ ਉਦਮ ਪ੍ਰੇਰਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਦਾ ਨਿਰਮੋਲਕ ਸਮਾਂ ਅਮੋਲਕ ਦਾਤ ਮਹਾਰਾਜ ਨੇ ਬਖਸ਼ੀ ਹੈ। ਆਪ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਵੈੰਗ ਸਰੂਪ ਅਕਾਲ ਪੁਰਖ ਸਤਿਚਿਤ ਪਰਮੇਸ਼ਰ ਵਾਹਿਗੁਰੂ ਦੇ ਸ਼ਬਦ ਸਰੂਪ ਦਰਸ਼ਨ ਦਿਦਾਰ ਬਖਸ਼ੇ ਹਨ। ਗੁਰਬਾਣੀ ਦੇ ਜਾਪ ਬਖਸ਼ੇ ਹਨ। ਸਤਿਗੁਰਾਂ ਦੀ ਮਿਹਰ ਦਾ ਸਦਕਾ, ਜੋ ਤੁਹਾਡੀ ਸੰਗਤ ਦੇ ਉਦਮ ਦਾ ਸਦਕਾ, ਸਤਿਗੁਰਾਂ ਦੀ ਪਵਿੱਤਰ ਬਾਣੀ ਭੱਟਾਂ ਦੇ ਸਵਈਆਂ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਹੋਈ ਹੈ। ਜੋ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਤਿਗੁਰਾਂ ਦੀ ਹੀ ਕਿਰਪਾ ਦੁਆਰਾ ਵਿਚਾਰ ਚੱਲ ਰਹੀ ਹੈ। ਮਿਹਰ ਕੀਤੀ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਵਈਏ ਗੁਰੂ ਦੀ ਕਿਰਪਾ ਦੁਆਰਾ ਸੰਪੂਰਨ ਹੋਏ ਹਨ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਪ੍ਰਤੱਖ ਹਰ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਵੈੰਗ ਸਰੂਪ ਦੋਹੇਤਾ ਬਾਣੀ ਕਾ ਬੋਹੇਤਾ ਸ਼ਹੀਦਾਂ ਦੇ ਸਿਰਤਾਜ ਸਤਿਗੁਰ, ਉਹਨਾਂ ਦੀ ਮਹਿਮਾ ਦੇ ਜੋ ਭੱਟ ਸਵਈਏ ਉਚਾਰ ਰਹੇ ਹਨ, ਸਾਰੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਇਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਜੋ ਅਦਵੈਤ ਸਰੂਪ ਹੈ, ਓੰਗ ਜੋ ਸਾਰਿਆਂ ਨੂੰ ਪ੍ਰਕਾਸ਼ਕ ਰੂਪ ਹੈ, ਜੋ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਵਈਏ ਮਹੱਲੇ ਪੰਜਵੇਂ ਕੇ ਪੰਜਵਾ। ਇਹ ਪੰਜਵੇਂ ਮਹੱਲੇ ਦੇ ਭਾਵ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਥਾਏ ਸ਼ੋਭਾ ਉਚਾਰ ਰਹੇ ਹਨ। ਸਿਮਰਨ ਸੋਈ ਪੁਰਖ ਅਚਲ ਅਬਨਾਸੀ। ਇਸ ਤੁਕ ਦੇ ਵਿੱਚ ਭੱਟ ਵਿਦਵਾਨ ਮਹਾਨ ਗੁਰੂ ਦੀ ਕਿਰਪਾ ਦੇ ਪਾਤਰ ਬਣ ਚੁੱਕੇ ਹਨ। ਇਹ ਸਵਈਏ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰ ਰਹੇ ਹਨ। ਤਿੰਨ ਤਰ੍ਹਾਂ ਦਾ ਮੰਗਲ ਹੁੰਦਾ ਹੈ ਗੁਰਸਿੱਖ ਪਿਆਰਿਓ। ਤਿੰਨ ਤਰ੍ਹਾਂ ਦਾ ਮੰਗਲ ਵਿਦਵਾਨ ਮਹਾਂਪੁਰਖ ਰਿਸ਼ੀ ਮੁਨੀ ਸਾਡੇ ਸਤਿਗੁਰ ਵੀ ਜਦੋਂ ਕੋਈ ਕਾਰਜ ਆਰੰਭ ਕਰਨਾ ਹੋਵੇ ਮੰਗਲ ਕਰਨਾ ਪੈਂਦਾ। ਮੰਗਲਾਚਰਨ ਸਾਰੇ ਧਰਮਾਂ ਵਿੱਚ ਇੱਕ ਵਸਤੂ ਨਿਰਦੇਸ਼ ਮੰਗਲ ਹੁੰਦਾ ਹੈ, ਇੱਕ ਆਸ਼ੀਰਵਾਦਾਤਮਕ ਮੰਗਲ ਹੁੰਦਾ ਹੈ,
ਇਹ ਗੁਣਮੁਖ ਪਿਆਰਿਓ ਗੁਣਾਤਮਕ ਮੰਗਲ ਹੁੰਦਾ ਹੈ। ਇੱਕ ਮਹਾਰਾਜ ਦੇ ਨਮਸਕਾਰਾਤਮਕ ਮੰਗਲ ਹੁੰਦਾ ਹੈ। ਤਿੰਨ ਤਰ੍ਹਾਂ ਦੇ ਮੰਗਲ ਹਨ। ਵਸਤੂ ਨਿਰਦੇਸ਼ ਮੰਗਲ ਉਹ ਹੁੰਦਾ ਹੈ ਜਿਸ ਵਿੱਚ ਉਸ ਵਸਤੂ ਦੇ ਗੁਣ ਦੱਸੇ ਜਾਣ ਕਿ ਸਾਡਾ ਸਤਿਗੁਰ ਹੈ ਕਿਹੋ ਜਿਹਾ। ਇਹ ਇੱਕ ਓਂਕਾਰ ਮੰਗਲ ਹੈ, ਉਹ ਇੱਕ ਹੈ, ਪ੍ਰਕਾਸ਼ਕ ਹੈ, ਗੁਰੂ ਦੀ ਕਿਰਪਾ ਨਾਲ ਇਹ ਗੁਣ ਦੱਸੇ ਗਏ ਨੇ। ਉੱਥੇ ਵਸਤੂ ਨਿਰਦੇਸ਼ ਮੰਗਲ ਹੁੰਦਾ ਹੈ ਜਦੋਂ ਕਿਸੇ ਦੇ ਗੁਣ ਦੱਸੇ ਜਾਣ। ਦੂਸਰਾ ਹੁੰਦਾ ਹੈ ਨਮਸਕਾਰਾਤਮਕ ਮੰਗਲ, ਆਪਣੇ ਇਸ਼ਟ ਨੂੰ, ਆਪਣੇ ਗੁਰੂ ਨੂੰ ਕਾਰਜ ਆਰੰਭ ਕਰਨ ਤੋਂ ਪਹਿਲਾਂ ਨਮਸਕਾਰ ਕਰਨੀ, ਉਹਦਾ ਆਸਰਾ ਲੈਣਾ, ਉਹਨੂੰ ਨਮਸਕਾਰਾਤਮਕ ਮੰਗਲ ਕਹਿੰਦੇ ਨੇ। ਤੀਸਰਾ ਹੁੰਦਾ ਹੈ ਗੁਰਮੁਖ ਪਿਆਰਿਓ ਆਸ਼ੀਰਵਾਦਾਤਮਕ ਮੰਗਲ, ਜਦੋਂ ਕੋਈ ਆਪਾਂ ਕਾਰਜ ਆਰੰਭ ਕਰਦੇ ਹਾਂ ਆਪਣੇ ਗੁਰੂ ਤੋਂ ਆਸ਼ੀਰਵਾਦ ਲੈਣੀ, ਅਰਦਾਸ ਕਰਨੀ, ਮੇਰਾ ਕਾਰਜ ਸਤਿਗੁਰੂ ਜੀ ਤੁਸੀਂ ਸੰਪੂਰਨ ਕਰਿਓ। ਇਹ ਆਸ਼ੀਰਵਾਦ ਬਖਸ਼ਿਸ਼ ਪ੍ਰਾਪਤ ਕਰਨੀ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਇਹ ਗੁਰੂ ਤੋਂ ਆਸ਼ੀਰਵਾਦ ਲੈਣੀ ਹੈ। ਇਹ ਤਿੰਨ ਤਰ੍ਹਾਂ ਦੇ ਮੰਗਲ ਹੁੰਦੇ ਆ ਭਾਈ, ਵਸਤੂ ਨਿਰਦੇਸ਼, ਨਮਸਕਾਰਾਤਮਕ ਮੰਗਲ, ਆਸ਼ੀਰਵਾਦਾਤਮਕ ਮੰਗਲ। ਧੰਨ ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਦੇ ਸਵਈਏ ਆਰੰਭ ਹੋ ਰਹੇ ਨੇ, ਇਹਨਾਂ ਨੇ ਐਸੀ ਵੱਡੀ ਵਿਸ਼ੇਸ਼ਤਾ ਮੰਗਲਾਂ ਦੀ ਦੱਸੀ ਹੈ। ਤੁਸੀਂ ਇੱਕ ਸ਼ਲੋਕ ਸੁਣਦੇ ਹੋ, ਬਹੁਤ ਵਾਰ ਸੁਣਿਆ ਹੋਣਾ, ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਸ਼ਲੋਕ ਸਾਦਾ ਜਿਹਾ ਲੱਗਦਾ ਆਪਾਂ ਨੂੰ ਪੜ੍ਹਨ ਨੂੰ, ਪਰ ਇਹਦੇ ਵਿੱਚ ਗੁਰੂ ਪਾਤਸ਼ਾਹ ਨੇ ਤਿੰਨੇ ਮੰਗਲ ਇਕੱਠੇ ਕਰਤੇ। ਤਿੰਨੇ ਮੰਗਲ ਇੱਕੋ ਸ਼ਲੋਕ ਵਿੱਚ ਦੋ ਤੁਕਾਂ ਵਿੱਚ ਇਕੱਠੇ ਕੀਤੇ ਨੇ। ਡੰਡਾਉਤ ਬੰਧਨ ਨਮਸਕਾਰ, ਇਹ ਨਮਸਕਾਰਾਤਮਕ ਮੰਗਲ ਆ ਗਿਆ, ਮੈਂ ਤੁਹਾਨੂੰ ਸਤਿਗੁਰੂ ਜੀ ਮੱਥਾ ਟੇਕਦਾ। ਤੇ ਸਰਬ ਕਲਾ ਸਮਰੱਥ ਹੈ ਜਿਹੜਾ ਵਸਤੂ ਨਿਰਦੇਸ਼ ਮੰਗਲ ਆ ਗਿਆ, ਉਹ ਗੁਣ ਦੱਸਦੇ ਆਪਣੇ ਗੁਰੂ ਦੇ ਕਿ ਮੇਰੇ ਸਤਿਗੁਰੂ ਜੀ ਤੁਸੀਂ ਸਾਰੀ ਕਲਾ ਸੰਪੂਰਨ ਹੋ, ਸਾਰੀਆਂ ਸ਼ਕਤਾਂ ਦੇ ਮਾਲਕ ਹੋ। ਇਹ ਵਸਤੂ ਨਿਰਦੇਸ਼ ਮੰਗਲ ਆ ਗਏ, ਆਪਣੇ ਗੁਰੂ ਦੇ ਗੁਣ ਦੱਸ ਦਿੱਤੇ। ਉਹ 12 14 8 ਕਲਾ ਨਹੀਂ ਹੈ, ਮੇਰੇ ਸਤਿਗੁਰੂ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਤੁਸੀਂ ਸਰਬ ਕਲਾ ਸਮਰੱਥ ਹੋ। ਇਹ ਆ ਗਿਆ ਵਸਤੂ ਨਿਰਦੇਸ਼। ਗਾਹ ਆ ਗਿਆ ਆਸ਼ੀਰਵਾਦਕ ਮੰਗਲ, ਉਹ ਆਸ਼ੀਰਵਾਦ ਮੰਗ ਲਈ, ਡੋਲਨ ਤੇ ਰਾਖੋ ਪ੍ਰਭੂ, ਮੈਨੂੰ ਡੋਲਣ ਤੇ ਰੱਖਿਆ ਕਰਨੀ, ਮੈਨੂੰ ਵਿਸ਼ੇ ਵਿਕਾਰ ਡਲਾ ਨਾ ਸਕਣ ਮਨ ਦੀਆਂ ਬਿਰਤੀਆਂ। ਇਹ ਭਾਈ ਮੰਗ ਹੋ ਗਈ, ਇਹ ਮੰਗ ਹੋ ਗਿਆ। ਹੁਣ ਆਸ਼ੀਰਵਾਦ ਮੰਗਲ, ਨਾਹਨ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਵੇਂ ਕੋਈ ਬਿਰਧ ਸਰੀਰ ਗਿਰਨ ਲੱਗਿਆ ਹੋਵੇ, ਉਹਨੂੰ ਹੱਥ ਦਾ ਆਸਰਾ ਦੇ ਦਈਏ। ਕੋਈ ਚੀਜ਼ ਗਿਰਨ ਲੱਗੀ ਉਹਨੂੰ ਹੱਥ ਦਾ ਆਸਰਾ ਦੇ ਕੇ ਆਪਾਂ ਟਿਕਾ ਦਿੰਦੇ, ਗਿਰਨ ਨਹੀਂ ਦਿੰਦੇ। ਇਸ ਤਰ੍ਹਾਂ ਸਤਿਗੁਰੂ ਜੀ ਆਪਣਾ ਗਿਆਨ ਸਰੂਪ, ਸ਼ਬਦ ਸਰੂਪ, ਉਪਦੇਸ਼ ਸਰੂਪ ਮੈਨੂੰ ਹੱਥ ਦੇ ਕੇ ਇਹਨਾਂ ਵਿਸ਼ੇ ਵਿਕਾਰਾਂ ਤੋਂ ਡੋਲਣ ਤੋਂ ਰੱਖਣਾ। ਇਹ ਤਿੰਨ ਤਰ੍ਹਾਂ ਦੇ ਭਾਈ ਮੰਗਲ ਹੋਣੇ। ਜਿਵੇਂ ਤੁਸੀਂ ਹਿੰਦੂ ਸਮਾਜ ਬ੍ਰਾਹਮਣਾਂ ਦੇ ਵੇਖਿਆ ਹੋਣਾ, ਪੰਡਤਾਂ ਦੇ, ਉਹ ਜਦੋਂ ਵੀ ਕੋਈ ਕੰਮ ਆਰੰਭ ਕਰਨਗੇ ਮੰਗਲ ਕਰਦੇ ਨੇ। ਉਹ ਕਹਿਣਗੇ ਪਹਿਲੇ ਗਣਪਤ ਪੂਜੀਏ, ਸਭ ਤੋਂ ਪਹਿਲਾਂ ਗਣੇਸ਼ ਜੀ ਦਾ ਨਾਮ ਲੈਣਗੇ। ਉਹਨਾਂ ਦਾ ਮੰਤਰ ਹੀ ਮੰਗਲ ਚਰਨੇ, ਓਮ ਸ੍ਰੀ ਗਣੇਸ਼ਾਏ ਨਮः, ਓਮ ਸ੍ਰੀ ਲక్ష్ਮੀ ਨਾਰਾਇਣ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਮੁਸਲਮਾਨਾਂ ਦਾ ਇਲਾਹ ਇਲਾਹਾ ਇਲਾਹ ਲਾਹੌਲ ਬਿਲਾ ਕੁਬਤ, ਇਹ ਉਹਨਾਂ ਦਾ ਗੁਰਮੁਖ ਪਿਆਰਿਓ ਅਕਾਲ ਪੁਰਖ ਜਿਵੇਂ ਕਹਿੰਦੇ ਉਹ ਅੱਲਾਹ ਕਹਿੰਦੇ। ਗੁਰਮੁਖ ਪਿਆਰਿਓ ਕੁਬਤ ਨਾਮ ਹੈ ਸ਼ਕਤੀ, ਸਾਰਿਆਂ ਤੋਂ ਵੱਡੀ ਸ਼ਕਤੀ ਤੇਰੇ ਵਿੱਚ ਹੈ। ਉਹ ਵੀ ਉਹ ਖੁਦਾ ਦਾ ਮੰਗਲ ਕਰਦੇ ਨੇ। ਸਾਰਿਆਂ ਨੇ ਮੰਗਲ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਂ ਜੋ 10ਵਾਂ ਗ੍ਰੰਥ ਆਰੰਭ ਕੀਤਾ ਉਦੋਂ ਅਕਾਲ ਪੁਰਖ ਦਾ ਮੰਗਲ ਕੀਤਾ। ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕੇ। ਇਹਦੇ ਵਿੱਚ ਵੀ ਤਿੰਨੇ ਮੰਗਲ ਆ ਗਏ ਗੁਰੂ ਗੋਬਿੰਦ ਸਿੰਘ ਜੀ ਦੇ। ਹੁਣ ਇਹ ਭੱਟ ਪੰਚਮ ਪਾਤਸ਼ਾਹ ਦੇ ਸਵਈਏ ਆਰੰਭ ਕਰਦੇ ਨੇ, ਇਹ ਭਾਈ ਮੰਗਲ ਕਰਦੇ ਨੇ। ਫਿਰ ਪੜਿਓ ਜੀ। ਸਿਮਰਨ ਸੋਈ ਪੁਰਖ ਅਚਲ ਅਬਨਾਸੀ। ਇਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਅਸੀਂ ਆਰੰਭ ਕਰਨ ਲੱਗੇ ਸਵਈਏ। ਉਹਨਾਂ ਆਰੰਭ ਕਰਨ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕਰਨਾ। ਉਹ ਜੋ ਅਚਲ ਅਬਨਾਸੀ ਸਦਾ ਰਹਿਣ ਵਾਲਾ ਪਰਮੇਸ਼ਰ ਹੈ, ਸਦਾ ਥਿਰ ਹੈ, ਆਦ ਸੱਚ ਜੁਗਾ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦਾ ਆਸਰਾ ਲੈਂਦੇ ਹਾਂ, ਉਹਨਾਂ ਦੀ ਟੇਕ ਧਾਰਨ ਕਰਦੇ ਹਾਂ। ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ, ਕੋਈ ਆਸਰਾ ਚਾਹੇ ਮਨ ਕਰਕੇ ਲਈਏ, ਬਾਣੀ ਕਰਕੇ ਲਈਏ, ਕਰਮ ਕਰਕੇ ਲਈਏ, ਉਦੋਂ ਆਪਾਂ ਨੂੰ ਆਸਰਾ ਲੈਣਾ ਪੈਂਦਾ ਭਾਈ ਸਤਿਗੁਰਾਂ ਦਾ। ਮਨ ਵਿੱਚ ਆਪਾਂ ਤੁਰਨ ਲੱਗੇ ਵੀ ਸਤਿਗੁਰ ਕਿਰਪਾ ਕਰੀ, ਰਸਤੇ ਵਿੱਚ ਅੰਗ ਸੰਗ ਸਾਈ ਹੋਈ। ਫਿਰ ਤਨ ਕਰਕੇ ਲੈਣਾ, ਦਰਸ਼ਨਮਾਂ ਦੀ ਕਿਰਤ ਵਿੱਚੋਂ ਅਰਚਾ ਪੂਜਨ ਆ ਕੇ ਮੱਥਾ ਟੇਕਣਾ, ਭੇਟਾ ਦੇਣੀ, ਇਹ ਤਨ ਕਰਕੇ ਗੁਰੂ ਦਾ ਆਸਰਾ ਲੈਣਾ ਭਾਈ। ਫਿਰ ਬਚਨਾ ਕਰਕੇ ਮੁਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਤੁਰਨਾ। ਹਰ ਕੰਮ ਦੇ ਮੂਹਰੇ ਸਤਨਾਮ ਵਾਹਿਗੁਰੂ ਲਾਉਣਾ। ਆਪਣੇ ਬਜ਼ੁਰਗ ਹੁੰਦੇ ਸੀ, ਉਹਨਾਂ ਦਾ ਦੇਖਿਆ ਹੀ ਹੈ ਤੁਸੀਂ ਹਾਲ। ਜੇ ਬਹੁਤ ਦਾ ਰੱਸਾ ਵੀ ਖੋਲਣਾ ਤਾਂ ਸਤਨਾਮ ਵਾਹਿਗੁਰੂ, ਜੇ ਪੰਜਾਲੀ ਚੱਕਣੀ ਤਾਂ ਸਤਨਾਮ ਵਾਹਿਗੁਰੂ।
ਪ੍ਰੈਣੀ ਵੀ ਚੱਕਣੀ ਸਤਨਾਮ ਵਾਹਿਗੁਰੂ, ਦਾਤੀ ਚੱਕਣੀ ਸਤਨਾਮ ਵਾਹਿਗੁਰੂ। ਇਹ ਆਸਰਾ ਬਾਣੀ ਕਰਕੇ ਲੈਣਾ ਗੁਰੂ ਦਾ ਹਰ ਕਾਰਜ ਦੇ ਵਿੱਚ। ਇੱਥੇ ਹੁਣ ਪਟ ਬਚਨ ਕਰਦੇ ਨੇ, ਸਿਮਰਨ ਸੋਈ ਮੈਂ ਉਸ ਅਕਾਲ ਪੁਰਖ ਨੂੰ ਯਾਦ ਕਰਦਾ, ਮਹਾਨ ਕਾਰਜ ਗੁਰੂ ਦੀ ਸ਼ੋਭਾ ਕਰਨ ਲੱਗੇ ਆ, ਉਹਦੀ ਕਿਰਪਾ ਬਿਨਾਂ ਇਹ ਪ੍ਰਾਪਤ ਨਹੀਂ ਹੋਣੀ। ਜਿਸ ਸਿਮਰਤ ਦੁਰਮਤ ਮਲ ਨਾਸੀ, ਉਸ ਅਕਾਲ ਪੁਰਖ ਦਾ ਸਿਮਰਨ ਕੈਸਾ ਹੈ? ਉਹ ਖੋਟੀ ਮਲ, ਖੋਟੀ ਮਤ, ਵਿਸ਼ੇ ਵਿਕਾਰਾਂ ਦੀ ਵਿਸ਼ੈਣੀ ਬੁੱਧੀ ਹੈ ਜਿਹੜੀ। ਖੋਟੀ ਬੁੱਧੀ ਚੰਗਾ ਕੰਮ, ਚੰਗਾ ਗੁਣ ਸੋਚ ਨਹੀਂ ਸਕਦੀ ਹੁੰਦੀ। ਜਿਹਦੀ ਮਤ ਖਰਾਬ ਹੈ ਉਹਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ। ਗੁਰਸਿੱਖ ਪਿਆਰਿਓ, ਉਹ ਸੋਭਾ ਕਿੱਥੇ ਕਰ ਲੂ? ਉਹ ਨਿੰਦਿਆ ਤਾਂ ਕਿਸੇ ਦੀ ਕਰ ਲੂਗਾ। ਸੋਭਾ ਕਰਨ ਖਾਤਰ ਨਿਰਮਲ ਮਤ ਚਾਹੀਦੀ ਹੈ, ਬੁਰਿਆਈ ਕਰਨ ਖਾਤਰ ਬੁਰੀ ਮਤ ਚਾਹੀਦੀ ਹੈ। ਮੈਂ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਇਸ ਕਾਰਜ ਨੂੰ ਆਰੰਭ ਕਰਨ ਲੱਗੇ ਸਵਈਆਂ ਨੂੰ, ਜਿਹਦੇ ਸਿਮਰਨ ਵਿੱਚੋਂ ਖੋਟੀ ਮਤ ਨਾਸ ਹੋ ਜਾਂਦੀ ਹੈ। ਮਨ ਦੀ ਮਤ ਮਹਿਲ ਹੈ ਜਿਹੜੀ ਬੁੱਧੀ ਦੀ, ਉਹ ਖਤਮ ਹੋ ਜਾਂਦੀ ਹੈ। ਸਤਿਗੁਰ ਚਰਨ ਕਵਲ ਰਿਦ ਧਾਰਨ, ਫਿਰ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਇਹ ਵੀ ਮੰਗਲ ਹੈ, ਨਮਸਕਾਰ ਆਤਮਕ ਮੰਗਲ। ਭੱਟ ਜੀ ਕਹਿੰਦੇ ਮੈਂ ਸਾਰੇ ਗੁਰੂਆਂ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰਦਾ, ਨਮਸਕਾਰ ਕਰਦਾ ਗੁਰੂ ਦੇ ਚਰਨਾਂ ਨੂੰ। ਇਹ ਆਰੰਭ ਕਰਨ ਲੱਗੇ ਸਵਈਏ। ਗੁਰ ਅਰਜਨ ਗੁਣ ਸਹਿਜ ਵਿਚਾਰਿਉ, ਹੁਣ ਸਹਿਜ ਦੇ ਨਾਲ ਮੈਨੂੰ ਗੁਰੂ ਮਹਾਰਾਜ ਜੀ ਕਿਰਪਾ ਕਰਨ। ਸਹਿਜ ਕਹੀਏ ਗਿਆਨ, ਸਹਿਜ ਕਹੀਏ ਟਿਕਾ, ਸਹਿਜ ਕਹੀਏ ਧੀਰਜ ਗੁਰਸਿੱਖ ਪਿਆਰਿਓ, ਸਹਿਜ ਕਹੀਏ ਸ਼ਾਂਤੀ, ਸਹਿਜ ਕਹੀਏ ਗਿਆਨ ਪ੍ਰਕਾਸ਼। ਇਹ ਅਰਦਾਸ ਕਰਦੇ ਨੇ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰੋ, ਮੈਂ ਸ਼ੁੱਧ ਬਿਰਤੀ ਦੇ ਨਾਲ, ਸ਼ੁੱਧ ਗਿਆਨ ਦੇ ਨਾਲ, ਸ਼ੁੱਧ ਬੁੱਧੀ ਦੇ ਨਾਲ ਤੁਹਾਡੇ ਗੁਣ ਉਚਾਰ ਸਕਾਂ, ਤੁਹਾਡੀ ਸ਼ੋਭਾ ਕਰ ਸਕਾਂ, ਤੁਹਾਡੇ ਸਵਈਏ ਉਚਾਰ ਸਕਾਂ। ਗੁਰ ਰਾਮਦਾਸ ਘਰ ਕੀਓ ਪ੍ਰਗਾਸਾ। ਹੁਣ ਉਹ ਸਵਈਏ ਆਰੰਭ ਕਰਦੇ ਨੇ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਪ੍ਰਕਾਸ਼ ਕਹੀਏ ਪ੍ਰਗਟ ਹੋਏ। 3 ਸੁਪੁੱਤਰ ਗੁਰੂ ਰਾਮਦਾਸ ਜੀ ਦੇ ਹੋਏ ਗੁਰਸਿੱਖ ਪਿਆਰਿਓ। ਸਭ ਤੋਂ ਪਹਿਲੇ ਵੱਡੇ ਪ੍ਰਿਥੀ ਚੰਦ ਜੀ, ਉਹ 1615 ਵਿੱਚ ਉਹਨਾਂ ਨੇ ਅਵਤਾਰ ਲਿਆ ਸੀ, ਉਹ ਵੀ ਗੁਰੂ ਦੇ ਸੁਪੁੱਤਰ। ਉਹ ਤੋਂ ਫਿਰ ਮਹਾਦੇਵ ਜੀ ਗੁਰਸਿੱਖ ਪਿਆਰਿਓ 1617 ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਅੰਮ੍ਰਿਤਸਰ ਸਾਹਿਬ। ਫਿਰ ਗੁਰਸਿੱਖ ਪਿਆਰਿਓ 1620 ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪੰਚਮੀ ਵਾਲੇ ਦਿਨ, ਉਹ ਅੰਗਰੇਜ਼ੀ ਤਰੀਕ ਹੈ ਜਿਹੜੀ 15 ਅਪ੍ਰੈਲ 1563 ਬਣਦੀ ਹੈ। 1620 ਬਿਕਰਮੀ ਸੀ, ਪੰਚਮੀ ਸੀ। ਗੁਰੂ ਰਾਮਦਾਸ ਕਰਕਿਓ ਪ੍ਰਕਾਸ਼ਾ ਸ੍ਰੀ ਲਾਹੌਰ ਦੇ ਵਿੱਚ ਚੂਨਾ ਮੰਡੀ ਦੇ ਵਿੱਚ ਬਾਬਾ ਹਰਦਾਸ ਜੀ ਦੇ ਘਰ ਸੋਢੀਆਂ ਦੀ ਕੁਲ ਵਿੱਚ। ਇਹ ਹਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਗੁਰਸਿੱਖ ਪਿਆਰੇ ਗੁਰੂ ਰਾਮਦਾਸ ਜੀ ਦੇ ਪਿਤਾ ਸਨ, ਤੇ ਗੁਰੂ ਅਰਜਨ ਦੇਵ ਜੀ ਦੇ ਪਿਤਾ ਗੁਰੂ ਰਾਮਦਾਸ ਜੀ, ਉਹਨਾਂ ਦੇ ਘਰ ਆਪ ਜੀ ਨੇ ਪ੍ਰਗਟ ਹੋਣਾ ਕੀਤਾ। ਸਗਲ ਮਨੋਰਥ ਪੂਰੀ ਆਸਾ। ਕੈਸਾ ਅਵਤਾਰ ਹੋਇਆ ਗੁਰਸਿੱਖ ਪਿਆਰਿਓ। ਜਿਸ ਤਰ੍ਹਾਂ ਬੱਚਾ ਆਪਣੇ ਘਰ ਜਨਮ ਲੈਂਦਾ ਹੈ ਤੇ ਸਾਰੇ ਹੀ ਕਹਿੰਦੇ ਮਹਾਰਾਜ ਨੇ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਜਦੋਂ ਪੁੱਤਰ ਦੀ ਦਾਤ। ਇਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਤੁਸੀਂ ਇੱਕ ਪਰਿਵਾਰ ਖਾਤਰ ਨਹੀਂ ਪ੍ਰਗਟ ਹੋਏ, ਇੱਕ ਘਰ ਨੂੰ ਖੁਸ਼ੀਆਂ ਨਹੀਂ ਦਿੱਤੀਆਂ, ਤੁਸੀਂ ਤਾਂ ਸਗਲ ਮਨੋਰਥ ਪੂਰੀ ਆਸਾ। ਤੁਸੀਂ ਐਸੀ ਬਾਣੀ ਰਚੀ, ਐਸਾ ਹਰਿਮੰਦਰ ਸਾਹਿਬ ਬਣਾਇਆ, ਐਸੇ ਤੀਰਥ ਬਣਾਏ, ਸਾਰੇ ਸੰਸਾਰ ਦੀਆਂ ਹੀ ਆਸਾਂ। ਮਨੋਰਥ ਦਾ ਅਰਥ ਹੁੰਦਾ ਹੈ ਮਨੋ ਅਰਥ। ਅਰਥ ਕਹਿੰਦੇ ਕੰਮ ਨੂੰ ਆਪਾਂ ਗੁਰਸਿੱਖ ਪਿਆਰੇ ਕਿਸ ਅਰਥ ਆਏ ਹੈ ਤੂੰ, ਕਿਹੜੇ ਅਰਥ ਲਾਈਏ ਮਾਇਆ, ਇਹ ਆਪਾਂ ਕਹਿੰਦੇ ਨਹੀਂ। ਮਨੋ ਅਰਥ ਉਹਦਾ ਅਸਲ ਇਕੱਠਾ ਸ਼ਬਦ ਬਣ ਗਿਆ ਮਨੋਰਥ। ਇਹਦੇ ਵਿੱਚ ਇੱਕ ਆੜਾ ਲੋਪਤ ਹੈ, ਅਸਲ ਹੈ ਮਨੋ ਅਰਥ। ਮਨ ਦੀਆਂ ਲੋੜਾਂ, ਮਨ ਦੀਆਂ ਇੱਛਾਵਾਂ, ਉਹ ਤੁਸੀਂ ਸਾਰੀਆਂ ਹੀ ਪੂਰਨ ਕਰਤੀਆਂ। ਦੂਜਾ ਅਰਥ ਇਹ ਕੀਤਾ ਸੰਪਰਦਾ ਨੇ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਹਾਡੀਆਂ ਸਾਰੀਆਂ ਹੀ ਆਸਾਂ ਪੂਰੀਆਂ ਕਰ ਦਿੱਤੀਆਂ। ਕਿਉਂਕਿ ਬੀਬੀ ਭਾਨੀ ਸਾਹਿਬ ਜੀ ਨੇ ਸੇਵਾ ਕਰਕੇ ਆਸਾ ਰੱਖੀ ਸੀ ਨਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਇਸ਼ਨਾਨ ਕਰਾਉਂਦੇ ਹੁੰਦੇ ਸੀ। ਬੀਬੀ ਭਾਨੀ ਜੀ ਜਿਹੜੇ ਹੋਏ ਨੇ ਗੁਰਮੁਖ ਪਿਆਰਿਓ, ਇਹ ਭਗਤੀ ਦਾ ਅਵਤਾਰ ਹੋਏ ਨੇ, ਭਗਤੀ ਦਾ ਅਵਤਾਰ ਸੀ ਬੀਬੀ ਭਾਨੀ ਜੀ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਵੀ ਗਾਹਾਂ ਬਾਣੀ ਆਊਗੀ, ਉਹਨੂੰ ਵੀ ਭਗਤੀ ਦਾ ਹੀ ਸਰੂਪ ਬਾਣੀ ਨੇ ਦੱਸਿਆ। ਤੁਸੀਂ ਭਗਤ ਨਹੀਂ ਹੈ, ਤੁਸੀਂ ਭਗਤੀ ਦਾ ਸਰੂਪ ਪ੍ਰਗਟ ਹੋਏ ਹੋ। ਬੀਬੀ ਭਾਨੀ ਜੀ ਭਗਤੀ ਦਾ ਸਰੂਪ ਸਨ। ਗੋਇੰਦਵਾਲ ਸਾਹਿਬ ਐਵੇਂ ਨਹੀਂ ਸੀ ਰਹੇ ਵਿਆਹ ਤੋਂ ਬਾਅਦ। ਉਹਨਾਂ ਦੀ ਮੰਗ ਸੀ ਕਿ ਸਤਿਗੁਰ ਚਾਹੇ ਮੈਨੂੰ ਵਿਆਹ ਦਿਓ ਪਰ ਆਪਣੀ ਸੇਵਾ ਤੋਂ ਮੈਨੂੰ ਪਾਸੇ ਨਾ ਕਰਿਓ, ਮੇਰੀ ਸੇਵਾ ਦਾ ਨਿਤਨੇਮ ਨਾ ਟੁੱਟ ਜਾਵੇ। ਇਹ ਧੀ ਨੇ ਮੰਗ ਮੰਗੀ ਸੀ, ਤਾਂ ਹੀ ਆਪਣੇ ਪੇਕੇ ਹੀ ਘਰ ਰੱਖਿਆ ਸੀ ਉਹਨਾਂ ਨੂੰ, ਨਹੀਂ ਤਾਂ ਲਾਹੌਰ ਚਲੇ ਜਾਂਦੇ, ਹੋਰ ਜਗ੍ਹਾ ਚਲੇ ਜਾਂਦੇ ਕਿਤੇ। ਇਹ ਬੀਬੀ ਭਾਨੀ ਜੀ ਭਗਤੀ ਦਾ ਅਵਤਾਰ ਹੋਏ ਨੇ ਭਾਈ ਗੁਰਸਿੱਖੋ। ਉਹਨਾਂ ਨੇ ਮੰਗ ਸੀ ਕਿ ਮੈਂ ਪਿਤਾ ਦੀ ਉਹ ਸੇਵਾ ਕਰਨੀ ਹੈ, ਪੇਕੇ ਘਰੇ ਰਹਿ ਕੇ ਕਰੂੰਗੀ। ਦੇਖ ਲੋ ਫਿਰ ਕੈਸੀ ਸੇਵਾ ਕਰੀ। 2 ਵਜੇ ਇਸ਼ਨਾਨ ਕਰਾਉਣੇ ਪਿਤਾ ਜੀ ਦੇ। ਤੁਹਾਨੂੰ ਪਤਾ ਹੀ ਹੈ ਗੁਰੂ ਅਮਰਦਾਸ ਜੀ ਦੀ ਉਹ ਸਭ ਤੋਂ ਵੱਡੀ ਉਮਰ ਸੀ। ਫਿਰ ਗੁਰੂ ਰਾਮਦਾਸ ਮਹਾਰਾਜ ਗੁਰਸਿੱਖ ਪਿਆਰਿਓ
ਗੁਰੂ ਅਮਰਦਾਸ ਜੀ ਬਿਰਧ ਸਰੀਰ ਵਿੱਚ 96 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ 6 ਸਾਲ 11 ਮਹੀਨੇ 17 ਦਿਨ ਦੀ ਉਮਰ ਚੌਥੇ ਪਾਤਸ਼ਾਹ ਨੂੰ ਬਖਸ਼ੀ ਆਪਣੀ ਤੀਜੇ ਪਾਤਸ਼ਾਹ ਜੀ ਨੇ। ਇੰਨੀ ਬਿਰਧ ਅਵਸਥਾ ਵਿੱਚ ਇਸ਼ਨਾਨ ਕਰਾਉਣੇ ਤੜਕੇ ਤੇ ਚੌਂਕੀ ਦਾ ਪਾਵਾ ਟੁੱਟ ਗਿਆ ਸੀ। ਸਗਲ ਮਨੋਰਥ ਪੂਰੀ ਆਸਾ। ਗੁਰੂ ਰਾਮਦਾਸ ਜੀ ਨੇ ਤੁਹਾਡੀਆਂ ਸਾਰੀਆਂ ਆਸਾਂ ਪੂਰੀਆਂ ਕੀਤੀਆਂ। ਬੀਬੀ ਭਾਨੀ ਜੀ ਨੇ ਕੀ ਕੀਤਾ, ਨਾਲੇ ਪਾਣੀ ਪਾਈ ਗਏ, ਪਾਵਾ ਟੁੱਟ ਗਿਆ ਤੇ ਪਾਵੇ ਦੇ ਹੇਠ ਆਪਣਾ ਪੈਰ ਕਰ ਦਿੱਤਾ ਚਰਨ, ਕਿਤੇ ਬਿਰਧ ਸਰੀਰ ਨੂੰ ਝਟਕਾ ਨਾ ਪੈ ਜਾਵੇ। ਜੇ ਪਾਵਾ ਟੁੱਟ ਜਾਵੇ ਫਿਰ ਉੱਪਰ ਖੜਾ ਬੰਦਾ ਗਿਰ ਜਾਂਦਾ ਹੈ। ਗੁਰਸਿੱਖ ਪਿਆਰਿਓ, ਉਹ ਪਾਵੇ ਦੇ ਹੇਠ ਆਪਣਾ ਪੈਰ ਦੇ ਦਿੱਤਾ। ਹੁਣ ਜਦੋਂ ਲੱਕੜੀ ਟੁੱਟਦੀ ਹੈ ਤੁਹਾਨੂੰ ਪਤਾ ਹੀ ਹੈ ਤਿੱਖੀ ਹੋ ਜਾਂਦੀ ਹੈ। ਜਦੋਂ ਲੱਕੜੀ ਟੁੱਟੂਗੀ ਉਹ ਛਿੱਲੀ ਜਾਣੀ ਹੈ ਤਿੱਖੀ। ਉਹ ਤਿੱਖੀ ਲੱਕੜੀ ਬੀਬੀ ਭਾਨੀ ਜੀ ਦੇ ਚਰਨ ਵਿੱਚ ਖੁੱਭ ਗਈ ਗੁਰਸਿੱਖ ਪਿਆਰਿਓ, ਤੇ ਲਹੂ ਚੱਲਣ ਲੱਗ ਪਿਆ। ਉੱਪਰੋਂ ਪਾਣੀ ਪਾਈ ਜਾਣ, ਪਿਤਾ ਦੇ ਸਰੀਰ ਨੂੰ ਇਸ਼ਨਾਨ ਕਰਾਈ ਜਾਣ। ਜਾਣਦੇ ਸੀ ਮਹਾਰਾਜ ਸਭ ਕੁਝ, ਨਿਮਾਣੇ ਦੇ ਮਾਣ, ਪਰ ਫੇਰ ਵੀ ਇੱਕ ਪਰਖ ਐਡੀ ਕਰ ਲਈ, ਦੂਜੀ ਫੇਰ ਪਰਖ ਦਾ ਪਰਚਾ ਪਾਤਾ। ਤੇ ਸਤਿਗੁਰ ਗੁਰੂ ਅਮਰਦਾਸ ਜੀ ਕਹਿੰਦੇ ਉਹ ਪਾਣੀ ਵਿੱਚ ਖੂਨ ਮਿਲ ਕੇ ਤੁਰਨ ਲੱਗ ਗਏ ਨਾ। ਤੇ ਗੁਰੂ ਅਮਰਦਾਸ ਜੀ ਕਹਿੰਦੇ ਪੁੱਤਰੀ ਅੱਜ ਪਾਣੀ ਮੈਨੂੰ ਸਾਫ਼ ਨਹੀਂ ਲੱਗਦਾ ਇਸ਼ਨਾਨ ਨਾਲ। ਦੇਖੋ ਕੈਸਾ ਪਰਖ ਦਾ ਪਰਚਾ ਪਾਇਆ। ਅੱਜ ਪਾਣੀ ਮੈਲਾ ਜਿਹਾ ਲੱਗਦਾ ਪੁੱਤਰੀ। ਫੇਰ ਵੀ ਹੱਥ ਬੰਨ ਲਏ, ਸਤਿਗੁਰ ਮੈਂ ਭੁੱਲਣ ਹਾਰ ਹੈ, ਭੁੱਲ ਗਈ ਹੋਵਾਂਗੀ, ਮੈਨੂੰ ਬਖਸ਼ ਦੋ, ਕੱਲ ਨੂੰ ਸ਼ੁੱਧ ਜਲ ਲਿਆਵਾਂਗੀ। ਫੇਰ ਵੀ ਇੰਨੀ ਨਿਮਰਤਾ ਗੁਰਮੁਖੋ, ਇਹੀ ਗੁਣੂ ਕਰ ਜੋ ਸਿੱਖਣ ਵਾਲੇ ਕੰਮ ਨੇ ਸਾਡੇ। ਪਾ ਖੂਨ ਚੱਲ ਰਿਹਾ ਹੈ, ਫੇਰ ਵੀ ਕਹਿਤਾ ਮੈਨੂੰ ਬਖਸ਼ ਦੋ, ਮੈਂ ਬੱਚੀ ਹਾਂ ਤੁਹਾਡੀ ਭੁੱਲਣ ਹਾਰ ਹੈ, ਕੱਲ ਨੂੰ ਸ਼ੁੱਧ ਪਾਣੀ ਲਿਆਉਂਗੀ। ਬਸ ਫੇਰ ਗੁਰਮੁਖ ਪਿਆਰਿਓ, ਇੱਥੇ ਤੱਕ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਉਹਨਾਂ ਗਿੱਲੇ ਵਸਤਰਾਂ ਨਾਲੇ ਕਹਿਤਾ ਪੁੱਤਰੀ ਹੁਣ ਮੰਗ ਲੈ ਜੋ ਕੁਛ ਮੰਗਣਾ, ਤੇਰੀ ਸੇਵਾ ਪੂਰੀ ਹੋ ਗਈ। ਐਨੀ ਨਿਮਰਤਾ। ਤੇ ਗੁਰਸਿੱਖ ਪਿਆਰਿਓ, ਕਿਤਾ ਗੁਰੂ ਅਮਰਦਾਸ ਦੀ ਧੀ ਹੋਵੇ, ਐਡੀਓ ਵੱਡੀ ਪਦਵੀ ਗੁਰਸਿੱਖ ਪਿਆਰਿਓ, ਫੇਰ ਐਡੀ ਨਿਮਰਤਾ ਤੇਰੇ ਵਿੱਚ। ਹੁਣ ਮੰਗ ਲੈ ਜੋ ਕੁਛ ਮੰਗਣਾ। ਫੇਰ ਵੀ ਕਹਿ ਦਿੱਤਾ ਸਤਿਗੁਰ ਜੀ ਮੇਰੀ ਮੰਗ ਤਾਂ ਤੁਸੀਂ ਪੂਰੀ ਕਰ ਦਿੱਤੀ, ਜੋ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ, ਵਿਆਹ ਕੇ ਮੈਨੂੰ ਘਰ ਤੋਂ ਨਹੀਂ ਭੇਜਿਆ। ਮੇਰੇ ਚਰਨ, ਮੇਰੀ ਮੰਗ ਸੀ ਤੁਹਾਡੀ ਸੇਵਾ ਕਰਦੀ ਰਵਾਂ, ਤੁਸੀਂ ਪੂਰੀ ਕਰ ਦਿੱਤੀ। ਸਤਿਗੁਰ ਨੇ ਫੇਰ ਕਿਹਾ ਮੰਗ ਲੈ ਪੁੱਤਰੀ ਜੋ ਕੁਝ ਮੰਗਣਾ। ਤੀਜੇ ਬਚਨ ਤੋਂ ਆਖਿਆ ਸੀ ਜੇ ਸਤਿਗੁਰ ਕੁਝ ਦੇਣੇ ਤਾਂ ਫਿਰ ਇੱਕ ਚੀਜ਼ ਦੇ ਦੋ, ਆ ਜਿਹੜੀ ਗੱਦੀ ਹੈ ਗੁਰੂ ਨਾਨਕ ਦੀ, ਇਹਨੂੰ ਘਰ ਵਿੱਚ ਰਹਿਣ ਦਿਓ, ਬਾਹਰ ਨਾ ਜਾਣ ਦਿਓ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ। ਗੁਰੂ ਅਮਰਦਾਸ ਦੀ ਵਾਰੀ ਸੀ, ਹੁਣ ਉਹ ਪਿਤਾ ਜੀ ਸੀ ਗੁਰਸਿੱਖ ਪਿਆਰਿਓ, ਇਹ ਘਰ ਵਿੱਚ ਰਹਿਣ ਦਿਓ, ਇਹਨੂੰ ਬਾਹਰ ਨਾ ਦਿਓ। ਉਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ, ਪੁੱਤਰੀ ਤੂੰ ਬਚਨ ਤਾਂ ਕਰਤਾ, ਅਸੀਂ ਤੈਨੂੰ ਬਚਨ ਦੇ ਚੁੱਕੇ ਹਾਂ। ਉਦੋਂ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ, ਸਰਤਾ ਜਲ ਚਲਤਾ ਤੁਮ ਰੋਕਿਓ, ਇਹ ਜਿਹੜਾ ਤੂੰ ਵਰ ਮੰਗਿਆ ਇਹ ਤੂੰ ਸਮੁੰਦਰ ਨੂੰ ਬੰਨ ਲਾਇਆ, ਇਹ ਤਾਂ ਗੱਦੀ ਸਮੁੰਦਰ ਵਤਾ ਥਾ ਹੈ। ਪੁੱਤਰੀ ਸਮੁੰਦਰ ਨੂੰ ਬੰਨ ਲਾਉਣਾ ਕੋਈ ਸਖਾਲਾ ਨਹੀਂ, ਦੁੱਖ ਆਉਣਗੇ, ਆਖੋ ਸਤਨਾਮ, ਸੰਕਟ ਆਊਗਾ। ਇਹ ਕੋਈ ਨਦੀ ਨਹੀਂ ਸੀ ਜਿਹਨੂੰ ਹੈਡ ਬਣਾ ਲਓ ਬੰਨ ਲਾ ਕੇ, ਇਹ ਤਾਂ ਦਰਿਆਵਾਂ ਤੇ ਹੈਡ ਬਣਦੇ, ਕਦੇ ਸਮੁੰਦਰਾਂ ਤੇ ਹੈਡ ਬਣਦੇ ਦੇਖੇ, ਉਹ ਰੋਕੇ ਨਹੀਂ ਜਾ ਸਕਦਾ। ਤੂੰ ਸਰਤਾ ਜਲ ਚਲਤਾ ਤੁਮ ਰੋਕਿਓ, ਤੈਨੂੰ ਸਭ ਕੁਝ ਸੰਕਟ ਸਹਿਣੇ ਪੈਣਗੇ। ਉਦੋਂ ਬੀਬੀ ਭਾਨੀ ਜੀ ਦੀ ਦਿਵ ਦ੍ਰਿਸ਼ਟੀ ਸੀ, ਉਸ ਦਿਵ ਦ੍ਰਿਸ਼ਟੀ ਦੇ ਨਾਲ ਕੀ ਦੁੱਖ ਝੱਲਣੇ ਪੈਣਗੇ। ਤੇਰੇ ਪੁੱਤਰ ਦੇ ਸੀਸ ਤੇ ਰੇਤ ਪਊਗੀ, ਤਵੀ ਤੇ ਬੈਠਣਾ ਪਊਗਾ। ਫਿਰ ਤੇਰੇ ਪੋਤੇ ਨੂੰ ਜੰਗ ਕਰਨੇ ਪੈਣਗੇ। ਕਿੰਨੇ ਜੰਗ ਪੋਤੇ ਹੀ ਸੀ ਨਾ, ਹਰਗੋਬਿੰਦ ਸਾਹਿਬ ਜੀ ਨੇ 4 ਜੰਗ। ਫਿਰ ਤੇਰੇ ਪੋਤੇ ਦੇ ਪੋਤੇ ਨੂੰ, ਉਹਨੂੰ ਛੋਟੀ ਜੀ ਉਮਰ ਵਿੱਚ ਜੋਤੀ ਜੋਤ ਸਮਾਉਣਾ ਪਊ। ਪੋਤੇ ਦੇ ਪੋਤੇ ਦੇ ਪੁੱਤ ਨੂੰ ਗੁਰੂ ਤੇਗ ਬਹਾਦਰ ਮਹਾਰਾਜ, ਹਰਗੋਬਿੰਦ ਸਾਹਿਬ ਜੀ ਪੋਤੇ, ਉਹਨਾਂ ਦੇ ਪੁੱਤ ਗੁਰੂ ਤੇਗ ਬਹਾਦਰ ਪੜਪੋਤੇ ਲੱਗੇ ਨਾ, ਉਹਨਾਂ ਨੂੰ ਦਿੱਲੀ ਵਿੱਚ ਚਾਂਦਨੀ ਚੌਂਕ ਵਿੱਚ ਸੀਸ ਕਟਾਉਣਾ ਪਊ। ਕਹਿੰਦੀ ਸਤ ਵਚਨ ਠੀਕ ਹੈ। ਆਖਰੀ ਕਹਿਤਾ ਫਿਰ ਗਾਹਾਂ ਜਿਹੜਾ ਤੇਰਾ ਪੋਤਾ ਹਰਗੋਬਿੰਦ, ਉਹਦਾ ਪੋਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਪੁੱਤਰ, ਤੇ ਉਹਦਾ ਪੋਤਾ ਗੁਰਸਿੱਖ ਪਿਆਰਿਓ ਹਰਗੋਬਿੰਦ ਸਾਹਿਬ ਦੇ ਪੋਤਰੇ ਸੀ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨੂੰ ਤਾਂ ਫਿਰ ਸਾਰਾ ਸਰਬਾਸੇ ਲੇਖੇ ਲਾਉਣਾ ਪਊਗਾ। ਦੇਖ ਲੋ ਕੈਸੀ ਕਿਰਿਆ। ਉਦੋਂ ਹੱਥ ਬੰਨ ਕੇ ਬੀਬੀ ਭਾਨੀ ਨੇ ਬਚਨ ਕੀਤਾ, ਸਤਿਗੁਰੂ ਹੁਣ ਮੈਂ ਬਚਨ ਮੰਗ ਚੁੱਕੀ ਹਾਂ, ਸਾਰੀ ਦੁਨੀਆ ਦੇ ਸੁੱਖ ਦੁੱਖ ਝੋਲੀ ਵਿੱਚ ਪਾ ਦੇ, ਪੱਲਾ ਅੱਡ ਲਿਆ ਸੀ, ਪਰ ਇਹ ਗੁਰਗੱਦੀ ਘਰ ਵਿੱਚ ਰਹਿਣ ਦੇ। ਤਾਂ ਭਾਈ ਫਿਰ ਭਾਈ ਜੇਠਾ ਆਪਣੇ ਜਵਾਈ ਨੂੰ ਗੱਦੀ ਮਿਲੀ ਸੀ, ਨਹੀਂ ਸੇਵਕਾਂ ਨੂੰ ਹੋਰ ਨੂੰ ਦੇ ਦੇਣੀ ਸੀ। ਉਹ ਬਚਨ ਮੰਨਿਆ ਸੀ, ਸਗਲ ਮਨੋਰਥ ਪੂਰੀ ਆਸਾ। ਇਹ ਗੁਰੂ ਅਰਜਨ ਦੇਵ ਜੀ, ਬੀਬੀ ਭਾਨੀ ਜੀ ਤੁਹਾਡੀ ਮਾਤਾ ਜੀ ਨੇ ਆ ਜਿਹੜੀ ਤੁਹਾਨੂੰ ਗੱਦੀ ਮਿਲੀ ਹੈ, ਇਹ ਤੁਹਾਨੂੰ ਪਤਾ ਹੀ ਹੈ ਗੁਰਸਿੱਖ ਪਿਆਰਿਓ,
ਮਹਾਰਾਜ ਸੇਵਾ ਕਰਦੇ ਹੁੰਦੇ ਸੀ। 11 ਸਾਲ ਰਹੇ ਨੇ ਪੰਜਵੇਂ ਪਾਤਸ਼ਾਹ ਗੋਇੰਦਵਾਲ ਸਾਹਿਬ। ਇੱਕ ਦਿਨ ਲਿਬੜੇ ਹੋਏ ਮਿੱਟੀ 'ਚ, ਛੋਟੀ ਜੀ ਉਮਰ, ਸਤਿਗੁਰ ਅਮਰਦਾਸ ਨਾਨੇ ਕੋਲ ਚਲੇ ਗਏ ਤੇ ਗੁਰਸਿੱਖ ਪਿਆਰਿਓ ਬੀਬੀ ਭਾਨੀ ਜੀ ਨੱਠੇ ਨੱਠੇ ਆਏ ਕਿ ਕੱਪੜੇ ਲਿਬੜੇ ਨੇ ਬੱਚਿਆਂ ਦੇ, ਦੇਖ ਲਓ ਇਹ ਗੁਰੂ ਅਮਰਦਾਸ ਦੇ ਕੱਪੜਿਆਂ ਨੂੰ ਨਾ ਲੱਗ ਜਾਣ, ਨਾਲ ਨਾ ਲੱਗ ਜਾਣ। ਗੁਰੂ ਅਮਰਦਾਸ ਜੀ ਕਹਿੰਦੇ ਪੁੱਤਰੀ ਖੜਾ ਰਹਿਣ ਦੇ ਨੂੰ। ਉਹ ਸਮਝਦੇ ਸੀ ਕਿ ਗੁਰੂ ਕੇ ਬਚਨ ਐਵੇਂ ਨਹੀਂ ਹੁੰਦੇ। ਸ੍ਰੀ ਗੁਰੂ ਅਮਰਦਾਸ ਜੀ ਨੇ ਕੀ ਕੀਤਾ, ਦੋਹਾਂ ਬਾਹਾਂ ਦੇ ਨਾਲ ਜਿਵੇਂ ਕੋਈ ਚੀਜ਼ ਤੋਲੀ ਦੀ ਹੈ, ਏਦਾਂ ਦੋਹਾਂ ਬਾਹਾਂ ਦੇ ਨਾਲ ਤੋਲਿਆ ਗੁਰੂ ਅਰਜਨ ਪਾਤਸ਼ਾਹ ਦੇ ਸਰੀਰ ਨੂੰ ਛੋਟੀ ਜੀ ਉਮਰ ਵਿੱਚ। ਤੇ ਗੁਰਸਿੱਖ ਪਿਆਰਿਓ ਤੋਲ ਕੇ ਕਹਿੰਦੇ ਪੁੱਤਰੀ ਇਹ ਬੱਚਾ ਨਹੀਂ ਹੈ, ਇਹਨੂੰ ਨਿਆਣਾ ਨਾ ਸਮਝ, ਇਹ ਦੋਹਿਠਾ ਬਾਣੀ ਦਾ ਬੋਹਿਠਾ ਹੈ। ਉਹ ਬਚਨ ਸਗਲ ਮਨੋਰਥ ਪੂਰੀ ਆਸ਼ਾ। ਫਿਰ ਇੱਕ ਦਿਨ ਖੇਡਦੇ ਖੇਡਦੇ ਗੁਰੂ ਅਰਜਨ ਦੇਵ ਮਹਾਰਾਜ ਚੌਕੀ ਦੇ ਉੱਤੇ ਜਿੱਥੇ ਬੈਠਦੇ ਸੀ, ਗੁਰੂ ਅਮਰਦਾਸ ਮਹਾਰਾਜ ਨਿਮਾਣਿਆਂ ਦੇ ਮਾਣ, ਬੱਚਿਆਂ ਦਾ ਸੁਭਾਅ ਹੁੰਦਾ, ਆਪਣੇ ਹੱਥ ਨਾਲ ਚੱਕ ਕੇ ਨਾ ਆਪਣਾ ਪੈਰ ਚੌਕੀ ਪਰ ਰੱਖਣ ਲੱਗ ਪਏ, ਪੈਰ ਆਪਣਾ ਚਰਨ। ਤੇ ਗੁਰੂ ਅਮਰਦਾਸ ਜੀ ਕਹਿੰਦੇ ਦੋਤਿਆ ਕਾਲੀ ਨਾ ਕਰ, ਆਪਣੇ ਬਾਪੂ ਤੇ ਲਈ ਅੱਜ ਕੇ ਕੋ ਸਤਨਾਮ ਇਹ ਬਚਨ ਕਰਤਾ ਸੀ। ਨਾਨੇ ਤੇ ਕਾਹਨੂੰ ਗੱਦੀ ਮੰਗਦੇ, ਬਾਪੂ ਦਊਗਾ ਤੈਨੂੰ। ਆਪਣੇ ਬਾਪੂ ਤੋਂ ਇਹ ਬਚਨ ਸਗਲ ਮਨੋਰਥ ਪੂਰੀ ਆਸ਼ਾ। ਉਹ ਸ੍ਰੀ ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਸਾਰੇ ਸੰਸਾਰ ਦੇ ਸਿੱਖਾਂ ਸੇਵਕਾਂ ਦੇ, ਇਸ ਘਰ ਦੇ ਸਾਰੇ ਅਰਥ ਮਨੋਰਥ, ਮਨੋ ਅਰਥ ਮਨੋ ਦੀਆਂ ਕਾਮਨਾਵਾਂ ਉਹ ਸਾਰੀਆਂ ਗੁਰੂ ਘਰ ਵਿੱਚੋਂ ਪੂਰੀਆਂ ਹੁੰਦੀਆਂ ਹਨ। ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਬਹੁਤ ਵੱਡੀ ਗੱਲ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ। ਗੁਰੂ ਅਰਜਨ ਦੇਵ ਪਾਸੇ ਐਸੇ ਸਾਹਿਬਜ਼ਾਦੇ ਹੋਏ ਨੇ ਗੁਰੂ, ਜਿਨ੍ਹਾਂ ਨੇ ਜਨਮ ਤੋਂ ਹੀ ਗੁਰਮਤਿ ਪ੍ਰਾਪਤ ਕੀਤੀ ਤੇ ਗੁਰਮਤਿ ਵਿੱਚੋਂ ਬ੍ਰਹਮ ਪਰਮੇਸ਼ਰ ਨੂੰ, ਆਪਣੇ ਆਪ ਨੂੰ ਪਛਾਣਨਾ, ਰੱਬ ਦੀ ਪਛਾਣ ਕਰਨੀ ਗੁਰਮਤਿ ਵਿੱਚੋਂ। ਦੇਖੋ ਕੈਸਾ ਬਚਨ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। 2 ਅਵਤਾਰ ਵੱਡੇ ਹੋਏ ਨੇ, ਕ੍ਰਿਸ਼ਨ ਮਹਾਰਾਜ ਤੇ ਰਾਮਚੰਦਰ ਜੀ, ਤੇਤੇ ਤੇ ਦੁਆਪਰ ਵਿੱਚ। ਉਹਨਾਂ ਯੁਗਾਂ ਦੇ ਵੱਡੇ ਸੀ। ਉਹਨਾਂ ਬਾਬਤ ਬਾਣੀ ਨੇ ਕੀ ਆਖਿਆ ਭਾਈ? ਲੋਕ ਤਾਂ ਕਹਿੰਦੇ ਰਾਮ ਜੀ ਨੇ ਬਹੁਤ ਕਰਾਮਾਤ ਦਾ ਰਾਵਣ ਨੂੰ ਮਾਰਤਾ, ਪੱਥਰ ਤਾਰਤੇ। ਕ੍ਰਿਸ਼ਨ ਜੀ ਨੇ ਪਹਾੜ ਚੱਕ ਲਿਆ, ਬੜੀ ਕਰਾਮਾਤ ਦਿਖਾਈ। ਮੇਰੇ ਸਤਿਗੁਰਾਂ ਨੇ ਲਾਇਆ ਥਰਮਾਮੀਟਰ ਪੂਰਾ, ਇਹਨਾਂ ਨੇ ਪਰਖ ਕੀਤੀ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰਮਤਿ ਸਾਇਰ ਪਾਹਣ ਤਾਰੇ। ਔਰ ਰਾਮ ਨੂੰ ਨਾ ਕਹੋ ਪੱਥਰ ਤਾਰੇ, ਉਹਨੇ ਗੁਰੂ ਦੀ ਮੱਤ ਦੁਆਰਾ, ਗੁਰੂ ਦੀ ਮੱਤ ਜਿਹੜੀ ਮਿਲੀ ਉਹਦੀ ਸ਼ਕਤੀ ਨਾਲ ਪੱਥਰ ਤਾਰੇ ਸੀ। ਸੇਤ ਕੀ ਓਜਨ ਸਾਗਰ ਪਏ, ਸਮੁੰਦਰ ਪਰ ਪੁਲ ਬਣਿਆ ਸੀ। ਉਹ ਗੁਰੂ ਦੀ ਮੱਤ ਦਸੀ ਹੋਈ ਸੀ ਗੁਰਸਿੱਖ ਪਿਆਰਿਓ, ਕਿ ਰਾਮ ਨਾਮ ਲਿਖਦੀ ਉੱਪਰ ਪੱਥਰ ਤਰ ਜਾਣਗੇ। ਉਹ ਗੁਰੂ ਨੇ ਦੱਸਿਆ ਸੀ, ਆਪਣੀ ਗੱਲ ਨਹੀਂ ਸੀ, ਗੁਰੂ ਦੇ ਕਹੇ ਤੋਂ। ਤੇ ਇਹ ਅਗਲੀ ਗੱਲ, ਗੁਰਮਤਿ ਕ੍ਰਿਸ਼ਨ ਗੋਵਰਧਨ ਧਾਰੇ। ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਗੋਵਰਧਨ ਗੁਰਮੁਖ ਪਿਆਰਿਓ ਪਹਾੜ ਦਾ ਨਾਮ ਹੈ, ਤੇ ਕ੍ਰਿਸ਼ਨ ਜੀ ਨੇ ਚੀਚੀ ਪਰ ਚੱਕ ਲਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੰਨਿਓ ਨਾ ਕਿਤੇ ਕ੍ਰਿਸ਼ਨ ਨੇ ਚੱਕਿਆ, ਇਹ ਵੀ ਨੁਕਤਾ ਉਹਦੇ ਗੁਰੂ ਨੇ ਦੱਸਿਆ ਸੀ। ਅੱਜ ਕੇ ਕੋ ਸਤਨਾਮ, ਤਾਂ ਗੱਲ ਬਣੀ ਸੀ। ਉਹਨਾਂ ਨੇ ਵੀ ਗੁਰੂ ਦੀ ਮੱਤ ਦੁਆਰਾ ਸ਼ਕਤੀਆਂ ਪ੍ਰਾਪਤ ਕੀਤੀਆਂ। ਤੇ ਸਾਨੂੰ ਵੀ ਗੁਰਮਤਿ ਗੁਰਸਿੱਖ ਪਿਆਰਿਓ ਤੇ ਜਨਮਤ ਗੁਰਮਤਿ ਬ੍ਰਹਮ ਪਛਾਣਿਓ, ਇਹ ਨੀਂਹ ਰੱਖੀ ਗਈ ਗੁਰੂ ਅਰਜਨ ਪਾਤਸ਼ਾਹ ਦੀ। ਜਨਮ ਤੋਂ ਹੀ ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰਮਤਿ ਮਿਲੀ ਉਹਨਾਂ ਨੂੰ, ਆਪਣੇ ਮਾਮੇ ਮੋਹਨ ਜੀ ਤੋਂ ਗੁਰਮਤਿ ਮਿਲੀ। ਬਾਬਾ ਮੋਹਰੀ ਜੀ ਉਹਨਾਂ ਦੇ ਸਕੂਲ ਦੇ ਟੀਚਰ ਹੁੰਦੇ ਸੀ, ਛੋਟੇ ਮਾਮੇ ਤੇ ਬੜੇ ਮਾਮੇ ਮੋਹਨ ਜੀ ਉਹਨਾਂ ਦੇ ਧਾਰਮਿਕ ਗੁਰੂ ਹੁੰਦੇ ਸੀ, ਅਧਿਆਤਮਕਵਾਦ ਦੇ। ਉਹਨਾਂ ਨੇ ਬ੍ਰਹਮ ਗਿਆਨ ਯੋਗ ਅਭਿਆਸ ਸਿਖਾਇਆ ਸੀ। ਬਾਬਾ ਬੁੱਢਾ ਜੀ ਨੇ ਗੁਰਮਤਿ ਦੀ ਦਾਤ। ਇਹ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਤੋਂ ਹੀ ਗੁਰਮਤਿ ਨੂੰ ਧਾਰਨ ਕੀਤਾ, ਕਿਉਂਕਿ 11 ਸਾਲ ਨਾਨੇ ਤੋਂ ਲੈ ਕੇ ਗੁਰੂ ਘਰ ਵਿੱਚ ਰਹਿਣਾ ਪਿਆ। ਕਲ ਜੋੜ ਕਰ ਸੋ ਜਸ ਵਖਾਣਿਓ। ਇਹ ਗੁਰੂ ਅਰਜਨ ਜੀ ਮੇਰੇ ਕੋਲ ਸ਼ਕਤੀ ਨਹੀਂ ਹੈਗੀ। ਕੱਲ ਭਗਤ ਜੀ, ਭੱਟ ਦਾ ਨਾਮ ਹੈ ਗੁਰਮੁਖ ਪਿਆਰਿਓ। ਕੱਲ ਆਪ ਜੀ ਦੇ ਹੱਥ ਬੰਨ ਕੇ ਨਿਮਰਤਾ ਦੇ ਨਾਲ, ਆਪ ਜੀ ਦੀ ਕਿਰਪਾ ਨਾਲ ਜਦੋਂ ਹੱਥ ਬੰਨਾਂਗੇ, ਕਹੀਦਾ ਹੁਣ ਤੇਰੀ ਕਿਰਪਾ ਹੈ, ਆਪ ਮੇਰੇ ਤੇ ਮਿਹਰ ਕਰੋ, ਮਿਹਰ ਕਰੋ। ਮੈਂ ਹੱਥ ਜੋੜ ਕੇ ਬੇਨਤੀ ਕਰਦੇ, ਮੈਂ ਤੁਹਾਡਾ ਸੁਜਸ, ਸ਼੍ਰੋਮਣੀ ਜਸ, ਉੱਤਮ ਜਸ, ਸਾਰਿਆਂ ਤੋਂ ਵਧੀਆ ਨਿਰਮਲ ਜਸ ਹੈ ਜਿਹੜਾ, ਉਹ ਮੈਂ ਕਹਾਂ ਮੇਰੇ ਉੱਤੇ ਕਿਰਪਾ ਕਰੋ। ਭਗਤ ਜੋਗ ਕੋ ਜੈਤਵਾ। ਇੱਥੋਂ ਹੁਣ ਉਪਮਾ ਸ਼ੁਰੂ ਹੋਈ ਗੁਰੂ ਅਰਜਨ ਦੇਵ ਜੀ ਦੀ। ਭਗਤ ਜੋਗ ਜੈਤਵਾਰ ਕੈਸੇ ਸ਼ਬਦ ਨੇ? ਇੱਕ ਭਗਤੀ ਹੈ, ਇੱਕ ਜੋਗ ਹੈ। ਜੈਤ ਨਾਮ ਹੈ ਜਿੱਤਣ ਦਾ, ਵਾਰ ਕਹੀਏ ਵਾਲਾ। ਇਹ ਸਤਿਗੁਰੂ ਜੀ ਪਿੱਛੇ ਭਗਤ ਵੀ ਹੋਏ, ਜੋਗੀ ਵੀ ਹੋਏ, ਪਰ ਤੁਹਾਡੇ ਵਿੱਚ ਇੱਕ ਨਵੀਂ ਗੱਲ ਹੈ। ਜਿਹੜੇ ਭਗਤ ਸੀ ਉਹ ਜੋਗੀ ਨਹੀਂ ਸੀ, ਜਿਹੜੇ ਜੋਗੀ ਸੀ ਉਹ ਭਗਤ ਨਹੀਂ ਸੀ।
ਇਹ ਦੋ ਗੱਲਾਂ ਨੂੰ ਤੁਸੀਂ ਕੱਲਿਆਂ ਨਹੀਂ ਜਿੱਤ ਲਿਆ, ਤੁਸੀਂ ਭਗਤ ਵੀ ਤੇ ਜੋਗੀ ਵੀ। ਭਗਤੀ ਤੁਹਾਡੇ ਵਰਗੀ ਗੁਰਸਿੱਖ ਪਿਆਰਿਓ, ਜੋ ਬਚਨ ਕਹਿਤਾ ਸਭ ਤੋਂ ਵੱਡੀ ਭਗਤੀ ਕੀ ਹੈ? ਗੁਰੂ ਦਾ ਬਚਨ ਮੰਨਣਾ। ਆਗਿਆ ਸਮ ਨਹੀਂ ਸੇਵਾ ਔਰ, ਜਿਹੜੀ ਸੇਵਾ ਭਗਤੀ ਹੈ, ਇਹ ਬਚਨ ਮੰਨਣ ਤੋਂ ਵੱਡੀ ਕੋਈ ਭਗਤੀ ਹੋ ਨਹੀਂ ਗੁਰਸਿੱਖ ਪਿਆਰਿਓ। ਉਹਨੂੰ ਕਹਿ ਦਿੱਤਾ ਮੰਨੇ ਕੀ ਗਤ ਕਹੀ ਨਾ ਜਾਏ। ਤੁਹਾਡੇ ਵਿੱਚ ਦੋਵੇਂ ਗੱਲਾਂ ਨੂੰ ਜਿੱਤ ਲਿਆ ਤੁਸੀਂ। ਕਈ ਭਗਤੀ ਕਰਦੇ ਸੀ, ਕਈ ਜੋਗੀ ਬਣਦੇ ਸੀ, ਪਰ ਤੁਸੀਂ ਭਗਤ ਜੋਗ ਕੋ ਜੈਤ ਵਾਰ, ਤੁਸੀਂ ਦੋਹਾਂ ਨੂੰ ਇਕੱਠੇ ਹੀ ਜਿੱਤਣ ਵਾਲੇ ਹੋ। ਹਰ ਜਨ ਕੋ ਉਪਾਇਓ। ਤੇ ਹਰੀ ਰੂਪ ਜਨਕ, ਜਨਕ ਦੇ ਦੋ ਅਰਥ ਨੇ। ਜਨਕ ਦਾ ਅਰਥ ਹੈ ਗਿਆਨ, ਜਨਕ ਦਾ ਅਰਥ ਹੈ ਪਿਤਾ। ਪਿਤਾ ਜਨਕ ਦਾ ਅਰਥ ਹੈ ਗੁਰੂ ਪਿਆਰਿਓ ਜਨਕ, ਜਨਨ ਪੈਦਾ ਕਰਨ ਵਾਲਾ। ਤੁਸੀਂ ਹਰ ਜਨ ਕੋ ਪਾਇਓ, ਤੁਹਾਡਾ ਹਰੀ ਪ੍ਰਮਾਤਮਾ ਨੇ ਐਸਾ ਰੂਪ ਦਿੱਤਾ ਜਨਕ ਗਿਆਨ ਸਰੂਪ। ਜੋ ਹਰੀ ਸਾਰਿਆਂ ਦਾ ਪ੍ਰਤਪਾਲਕ ਪਿਤਾ ਹੈ, ਉਹੀ ਸਰੂਪ ਧਾਰਨ ਕਰਕੇ ਤੁਹਾਡੇ ਰੂਪ ਵਿੱਚ ਗੁਰੂ ਅਰਜਨ ਪ੍ਰਤੱਖ ਹਰ, ਜਿਹੜਾ ਨਿਰਗੁਣ ਸਰੂਪ ਵਿੱਚ ਲੁਕਿਆ ਹੋਇਆ ਹਰੀ ਹੈ, ਸਰ ਜਗ੍ਹਾ ਵਿਆਪਕ ਹੈ, ਉਹੀ ਹਰੀ ਪ੍ਰਤੱਖ ਬਣ ਕੇ ਜਨਕ ਸੰਸਾਰ ਦੇ ਪੈਦਾ ਕਰਨ ਵਾਲਾ, ਜਨਕ ਸੰਸਾਰ ਨੂੰ ਗਿਆਨ ਦੇਣ ਵਾਲਾ ਪ੍ਰਕਾਸ਼ਕ, ਉਹੀ ਰੂਪ ਧਾਰ ਕੇ ਤੁਸੀਂ ਆਏ ਹੋ। ਸ਼ਬਦ ਗੁਰੂ ਪ੍ਰਕਾਸ਼ਿਓ। ਤੇ ਤੁਸੀਂ ਕੀ ਕੀਤਾ ਹੈ? ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਹਾਡੇ ਹਿਰਦੇ ਵਿੱਚ ਸ਼ਬਦ ਦਾ ਪ੍ਰਕਾਸ਼, ਸ਼ਬਦ ਦਾ ਗਿਆਨ। ਸਾਰੇ ਗੁਰੂਆਂ ਨੇ ਗੁਰਮੁਖ ਪਿਆਰਿਓ, ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ। ਦੇਖੋ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ 6 ਗੁਰੂਆਂ ਦੇ ਦਰਸ਼ਨ ਕੀਤੇ, 5 ਗੁਰੂਆਂ ਨੂੰ ਗੁਰਗੱਦੀ ਦਿੱਤੀ, 6 ਗੁਰੂ ਉਹਨਾਂ ਦੇ ਸਾਹਮਣੇ ਆਏ ਤੇ ਭਾਈ ਗੁਰਦਾਸ ਜੀ ਨੇ ਸਾਫ਼ ਲਿਖਿਆ ਕਿ ਉਹਨਾਂ ਦੇ ਹੁੰਦੇ ਵੀ ਗੁਰੂ ਸ਼ਬਦ ਹੈ, ਤਾਂ ਸ਼ਬਦ ਦਾ ਹੀ ਗਿਆਨ ਦਿੰਦੇ ਰਹੇ ਨੇ, ਆਪਣਾ ਗਿਆਨ ਕਿਸੇ ਗੁਰੂ ਨੇ ਨਹੀਂ ਦਿੱਤਾ। ਸਗੋਂ ਕਹਿ ਦਿੱਤਾ ਅਸੀਂ ਤਾਂ ਇਹਦੇ ਚੇਲੇ ਹਾਂ, ਅਸੀਂ ਤਾਂ ਸੇਵਕ ਹਾਂ, ਗੁਰੂ ਤਾਂ ਸ਼ਬਦ ਹੈ। ਇਹ ਜੋ ਗੁਰੂ ਨਾਨਕ ਦੇ ਦਰ ਨੇ ਸ਼ਬਦ ਦਾ ਪ੍ਰਕਾਸ਼ ਕੀਤਾ, ਆਪਣਾ ਨਹੀਂ ਕੀਤਾ, ਸ਼ਬਦ ਦੇ ਨਾਲ ਦੁਨੀਆ ਨੂੰ ਤਾਰਿਆ ਜੋੜਿਆ, ਉਹੀ ਗੁਰੂ ਰਾਮਦਾਸ ਜੀ ਨੇ ਤੁਹਾਡੇ ਹਿਰਦੇ ਵਿੱਚ। ਤੁਸੀਂ ਫਿਰ ਉਹੀ ਬਾਣੀ ਦਾ ਪ੍ਰਕਾਸ਼, ਚਾਰੇ ਗੁਰੂਆਂ ਦੀ ਬਾਣੀ ਇਕੱਠੀ ਕਰਕੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਦਾ ਰੂਪ, ਫਿਰ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ, ਇਹ ਸ਼ਬਦ ਦਾ ਪ੍ਰਕਾਸ਼ ਕਰਤਾ। ਸੁਲਾ ਕੁਲ ਸਾਰਿਆਂ ਨੂੰ ਸਾਂਝਾ। ਚਾਨਣਾ ਜਿਹੜਾ ਹੁੰਦਾ ਹੈ ਨਾ ਪ੍ਰਕਾਸ਼, ਇਹ ਰੱਬ ਖਾਤਰ ਕਿਉਂ ਵਰਤਿਆ ਭਾਈ? ਇਹ ਦੇਖੋ ਸਾਦੀ ਗੱਲ ਹੈ। ਆ ਹੁਣ ਚਾਨਣਾ ਹੈ, ਇਹਨੇ ਦੇਖਣਾ ਇਨ ਵੀ ਹਿੰਦੂ ਆਇਆ ਕਿ ਸਿੱਖ ਆਇਆ। ਇਹ ਚਾਨਣੇ ਨੇ ਇਹ ਵੀ ਨਹੀਂ ਦੇਖਣਾ ਕਿ ਚੋਲੇ ਵਾਲਾ ਬਾਬਾ ਆਇਆ ਕਿ ਚੋਰ ਆਇਆ ਹੈ। ਅੱਜ ਕੋ ਸਤਨਾਮ, ਇੰਨੀ ਵਡਿਆਈ ਹੈ ਚਾਨਣੇ ਚ। ਐਵੇਂ ਨਹੀਂ ਰੱਬ ਨੂੰ ਚਾਨਣਾ ਕਿਹਾ, ਐਵੇਂ ਨਹੀਂ ਸ਼ਬਦ ਨੂੰ ਪ੍ਰਕਾਸ਼ ਸਾਡੇ ਗੁਰੂਆਂ ਨੂੰ ਕਿਹਾ ਤੁਸੀਂ ਸ਼ਬਦ ਰੂਪ ਪ੍ਰਕਾਸ਼ ਹੋ। ਇਹ ਵੈਰੀ ਮਿੱਤਰ ਦੇਖਦਾ ਹੀ ਨਹੀਂ। ਤੁਸੀਂ ਦੇਖੋਗੇ ਮੇਰਾ ਸੱਜਣ ਆਇਆ, ਇਹ ਵੈਰੀ ਹੈ, ਇਹਨੇ ਨਹੀਂ ਦੇਖਣਾ, ਇਹਨੂੰ ਦੋਏ ਬਰਾਬਰ ਨੇ। ਇਹਨੂੰ ਤਾਂ ਗੁਰਦੁਆਰੇ ਬੈਠੇ ਆਪਾਂ ਹੁਣ, ਇਹਨੂੰ ਗੋਲਕ ਚ ਪੈਸੇ ਪਾਉਣ ਵਾਲੇ ਵੀ ਬਰਾਬਰ ਹੈ, ਕੱਢਣ ਵਾਲੇ ਵੀ ਬਰਾਬਰ ਹੈ। ਅੱਜ ਕੋ ਸਾਤਨ ਉਹਨਾਂ ਨੂੰ ਵੀ ਉਨੀ ਰੋਸ਼ਨੀ ਦਊ। ਇਹਨੇ ਨਹੀਂ ਦੇਖਣਾ ਵੀ ਇੱਥੇ ਕੱਢਣ ਆਇਆ ਕਿ ਪਾਉਣ ਆਇਆ। ਇੰਨੀ ਵਿਆਪਕਤਾ, ਇੰਨੀ ਸਮਤਾ ਕਿਸੇ ਚ ਹੋਣੀ ਔਖੀ ਹੈ ਗੁਰਸਿੱਖ ਪਿਆਰਿਓ। 4 ਪੁੱਤ ਹੋਣੇ ਇੱਕ ਬਾਪੂ ਦੇ, ਉਹਨਾਂ ਚ ਵੀ ਥੋੜਾ ਬਹੁਤਾ ਫਰਕ ਪਾ ਦਿੰਦਾ। ਬਾਪੂ ਕਿਸੇ ਨਾਲ ਜ਼ਿਆਦਾ ਲਾਡ ਕਰਦਾ, ਕਿਸੇ ਨੂੰ ਘੱਟ। ਹਾਂ, ਐਸਾ ਪ੍ਰਕਾਸ਼ ਵਾਹਿਗੁਰੂ ਦੇ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦਾ। ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸ਼ੇ ਕੋ ਦ੍ਰਿੜੇ, ਤਿਸਕਾ ਹੋਏ ਉਦਾ। ਇਸ ਕਰਕੇ ਪ੍ਰਕਾਸ਼ ਕਿਹਾ ਸ਼ਬਦ ਨੂੰ। ਉਹ ਪ੍ਰਕਾਸ਼ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਗੁਰੂ ਨਾਨਕ ਤੋਂ ਲੈ ਕੇ ਸ਼ਬਦ ਦਾ ਹੋਇਆ, ਵਾਹਿਗੁਰੂ ਦਾ ਵਾਸਾ, ਪਰਮੇਸ਼ਰ ਦਾ ਵਾਸਾ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਉਹ ਰਸਨਾ ਨੂੰ ਧਨ ਕਿਹਾ ਜਿਸ ਰਸਨਾ ਤੇ ਸਤਨਾਮ ਵਾਹਿਗੁਰੂ ਵਸਦਾ ਹੈ। ਕਬੀਰ ਸਾਹਿਬ ਨੇ ਵੀ ਕਹਿਤਾ, ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਹੀਏ ਰਾਮ। ਜਿਸ ਮੁਖ ਤੋਂ ਰਾਮ ਨਿਕਲਦਾ ਉਹ ਮੁਖ ਧਨ ਹੈ। ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏਗੋ, ਤਿਸਕੀ ਉਹਦੇ ਤਾਂ ਪੈਰਾਂ ਦੀ ਜੁੱਤੀ ਬਣਨ ਨੂੰ ਕਿਹਾ, ਜਿਉਂ ਸੁਪਨੇ ਵਿੱਚ ਵੀ ਰਾਮ ਨਿਕਲ ਜਾਵੇ ਮੂੰਹ ਤੋਂ। ਐਸਾ ਮੁਖ ਹੈ ਆਪਣਾ 24 ਘੰਟੇ ਵਾਹਿਗੁਰੂ ਸਤਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਸ਼ਬਦ ਪ੍ਰਕਾਸ਼ ਤੋਂ ਬਿਨਾਂ ਹੋਰ ਕੋਈ ਚੀਜ਼ ਤੁਹਾਡੀ ਰਸਨਾ ਤੇ ਨਹੀਂ ਵਸਦੀ। ਰਸਨਾ ਤੋਂ ਸਦਾ ਹੀ ਵਾਹਿਗੁਰੂ ਦਾ ਨਾਮ। ਗੁਰੂ ਨਾਨਕ ਅੰਗਦ ਅਮਰ ਲਾਗ। ਇਹ ਜਿਹੜਾ ਸ਼ਬਦ ਤੁਹਾਡੀ ਰਸਨਾ ਤੇ ਹੈ, ਇਹੀ ਗੁਰੂ ਨਾਨਕ ਦੀ ਸੰਗਤ ਕਰਕੇ ਬਾਬਾ ਲਹਿਣਾ ਜੀ ਅੰਗਦ ਬਣ ਗਏ। ਉਹਨਾਂ ਨੇ ਪ੍ਰਾਪਤ ਕੀਤਾ। ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ ਜਿਹਨੂੰ ਦੁਨੀਆ ਅਮਰੂ ਨਿਥਾਵਾਂ ਕਹਿੰਦੀ ਸੀ, ਉਹ ਨਿਮਾਣਿਆਂ ਦੇ ਮਾਣ ਬਣ ਗਏ। ਉਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਕੇ, ਸ਼ਬਦ ਪ੍ਰਾਪਤ ਕਰਕੇ, ਘੁੰਗਣੀਆਂ ਵੇਚਣ ਵਾਲਾ ਯਤੀਮ ਬੱਚਾ
ਛੋਟੀ ਜੀ ਉਮਰ ਵਿੱਚ ਮਾਂ-ਬਾਪ ਚੜ੍ਹਾਈ ਕਰ ਗਏ। ਚੌਥੇ ਪਾਤਸ਼ਾਹ ਬਾਬਾ ਜੇਠਾ ਜੀ ਦੇ ਉਹ ਗੁਰੂ ਰਾਮਦਾਸ ਸੋਢੀ ਸੁਲਤਾਨ ਬਣ ਗਏ। ਉਹੀ ਸ਼ਬਦ ਹੁਣ ਆਪ ਜੀ ਨੂੰ ਪ੍ਰਾਪਤ ਹੋਇਆ ਹੈ ਸ੍ਰੀ ਗੁਰੂ ਰਾਮਦਾਸ ਜੀ ਤੋਂ। ਉਤਮ ਪਦ ਪਾਇਓ। ਉਹ ਜਿਹੜੇ ਪਹਿਲੇ ਗੁਰੂਆਂ ਨੇ ਉੱਤਮ ਪਦ ਪਾਇਆ ਉਹੀ ਤੁਹਾਨੂੰ ਪ੍ਰਾਪਤੀ ਹੋਈ ਹੈ। ਗੁਰ ਅਰਜਨ ਘਰ ਗੁਰੂ ਰਾਮਦਾਸ। ਇਹ ਗੁਰੂ ਅਰਜਨ ਦੇਵ ਜੀ ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ, ਆਪਾਂ ਕਹਿੰਦੇ ਨਹੀਂ ਫਲਾਣੇ ਦੇ ਘਰ ਪੁੱਤਰ ਪੈਦਾ ਹੋਏ, ਫਲਾਣੇ ਦੇ ਘਰ ਬੱਚੀ ਪੈਦਾ ਹੋਈ ਹੈ। ਇਹ ਗੁਰੂ ਅਰਜਨ ਦੇਵ ਜੀ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿੱਚ ਬਾਬਾ ਹਰਦਾਸ ਜੀ ਦੇ ਘਰ ਗੁਰੂ ਰਾਮਦਾਸ ਜੀ ਤੁਸੀਂ ਉਹਨਾਂ ਦੇ ਘਰ ਭਗਤ ਉਤਰ ਆਇਓ। ਤੁਸੀਂ ਭਗਤ ਨਹੀਂ, ਭਗਤੀ ਦਾ ਸਰੂਪ। ਜਿੱਥੋਂ ਭਗਤੀ ਫੁੱਲਦੀ ਹੈ ਪੈਦਾ ਹੁੰਦੀ ਹੈ ਉਹ ਭਗਤੀ ਸੰਸਾਰ ਵਿੱਚ ਪ੍ਰਗਟ ਕਰਨ ਵਾਸਤੇ, ਪ੍ਰੇਮਾ ਭਗਤੀ ਦੱਸਣ ਵਾਸਤੇ ਭਗਤੀ ਦਾ ਸਰੂਪ ਹੀ ਆ ਕੇ ਪ੍ਰਗਟ ਹੋ ਗਿਆ। ਤੁਸੀਂ ਭਗਤੀ ਦਾ ਹੀ ਸਰੂਪ ਹੋ। ਵੱਡ ਭਾਗੀ ਉਨਮਾਨਿਓ। ਉਨਮਾਨ ਹੁੰਦਾ ਵਿਚਾਰ ਕਰਨਾ। ਉਨਮਨੀ ਅਵਸਥਾ ਇੱਕ ਗੁਰਸਿੱਖ ਪਿਆਰੇ ਜੋਗੀਆਂ ਦੀ। ਪਰ ਉਨਮਾਨ ਨੂੰ ਤੁਹਾਨੂੰ ਸਿੱਧੀ ਪੰਜਾਬੀ ਵੀ ਜੇ ਸਮਝਣਾ ਨਾ ਤਾਂ ਇਹਦਾ ਏਦਾਂ ਸਮਝ ਲਓ, ਅਨੁਮਾਨ ਲਾਉਣਾ। ਅਨੁਮਾਨ ਲਾ ਕਿੰਨੀ ਕੁ ਚੀਜ਼ ਹੈ। ਉਨਮਾਨ ਲਾਇਆ ਵੀ ਇਹ ਕੰਮ ਏਦਾਂ ਹੋਊਗਾ। ਉਹ ਵਿਚਾਰ ਆ ਗਈ ਨਾ ਵੀ ਵਿਚਾਰ ਕਰੀਏ ਇੰਨੀ ਕੁ ਚੀਜ਼ ਹੈ। ਉਨਮਾਨ ਦਾ ਅਰਥ ਕਰਨਾ ਹੈ ਵਿਚਾਰ। ਵੱਡ ਭਾਗੀ ਉਨਮਾਨਿਓ। ਪਰ ਜਿਹੜੇ ਗੁਣ ਤੁਹਾਡੇ ਵਿੱਚ ਹਨ ਗੁਰੂ ਅਰਜਨ ਦੇਵ ਜੀ ਉੱਪਰ ਦੱਸੇ ਹਨ, ਇਹ ਹਰ ਇੱਕ ਨੂੰ ਨਹੀਂ, ਇਹ ਜਿਨ੍ਹਾਂ ਨੇ ਵਿਚਾਰ ਕੀਤੀ ਹੈ, ਜਿਨ੍ਹਾਂ ਨੇ ਬੁੱਧ ਨਾਲ ਵਿਚਾਰਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਦੇ ਪੁੱਤਰ ਨਹੀਂ ਪੈਦਾ ਹੋਏ, ਇਹ ਤਾਂ ਭਗਤੀ ਨੇ ਆਪਣਾ ਸਰੂਪ ਪ੍ਰਗਟ ਕੀਤਾ। ਜਿਨ੍ਹਾਂ ਦੀ ਰਚਨਾ ਤੇ 24 ਘੰਟੇ ਹਰੀ ਪ੍ਰਮਾਤਮਾ ਵਸਦਾ ਹੈ, ਜਿਨ੍ਹਾਂ ਨੇ ਸੰਸਾਰ ਨੂੰ ਸ਼ਬਦ ਦਾ ਪ੍ਰਕਾਸ਼ ਦਿੱਤਾ ਹੈ, ਜਿਨ੍ਹਾਂ ਨੇ ਉਨਮਾਨ, ਉਹ ਵੱਡਿਆਂ ਭਾਗਾਂ ਵਾਲੇ, ਉੱਚਿਆਂ ਭਾਗਾਂ ਵਾਲੇ, ਜਿਨ੍ਹਾਂ ਦੇ ਮਨ ਵਿੱਚ ਵਿਚਾਰ ਆ ਗਈ ਕਿ ਗੁਰੂ ਅਰਜਨ ਤਾਂ ਪ੍ਰਤੱਖ ਹਰੀ ਦਾ ਸਰੂਪ ਹਨ। ਵੱਡ ਭਾਗੀ ਉਨਮਾਨਿਓ। ਦੂਜਾ ਅਰਥ ਲੈ ਲਓ, ਇਹ ਵਿਚਾਰ ਕਿਹਨਾਂ ਨੂੰ ਆਉਂਦੀ ਹੈ? ਸਿੱਧੀ ਪੰਜਾਬੀ ਵਿੱਚ ਅਰਥ ਕਰ ਲਓ, ਆਪ ਤੋਂ ਵੱਡਾ ਕੌਣ? ਕਿਸੇ ਨੂੰ ਕਦ ਮੰਨਾਂਗੇ ਆਪਾਂ? ਜਦੋਂ ਸਾਡੇ ਅੰਦਰੋਂ ਵੱਡਾਪਣ ਨੱਠੂਗਾ ਤਾਂ ਹੀ ਕਿਸੇ ਨੂੰ ਦੂਜੇ ਨੂੰ ਵੱਡਾ ਮੰਨਾਂਗੇ ਨਾ। ਜੇ ਆਪਾਂ ਆਪਣੇ ਆਪ ਨੂੰ ਇਹ ਵੱਡਾ ਮੰਨੀ ਫਿਰਦੇ ਆਪਾਂ ਕਿਹਨੂੰ ਵੱਡਾ ਮੰਨਾਂਗੇ? ਵੱਡ ਭਾਗੀ ਜਿਨ੍ਹਾਂ ਦੇ ਹਿਰਦੇ ਵਿੱਚੋਂ ਵੱਡਾਪਣ ਹਉਮੈ ਨਿਕਲ ਗਿਆ ਉਹੀ ਦੂਜੇ ਨੂੰ ਵੱਡਾ ਮੰਨਦਾ। ਵੱਡ ਭਾਗੀ ਉਨਮਾਨਿਓ। ਜਿਨ੍ਹਾਂ ਦੇ ਹਿਰਦੇ ਵਿੱਚੋਂ ਹਉਮੈ ਵੱਡਾਪਣ ਭੱਜ ਜਾਵੇ, ਨੀਵੇਂ ਹੋ ਜਾਣ, ਉਹਨਾਂ ਨੇ ਆਪ ਨੂੰ ਵਿਚਾਰਿਆ ਜਾਣਿਆ ਹੈ। ਰਿੱਧ ਸ਼ਬਦ ਵਸਾਇਓ। ਹਿਰਦੇ ਵਿੱਚ ਸ਼ਬਦ, ਇਹ ਬਸਣਾ ਵੀ ਉੱਥੇ ਹੀ ਹੈ ਗੁਰਮੁਖ ਪਿਆਰਿਓ। ਜਿਸ ਹਿਰਦੇ ਵਿੱਚ ਹਉਮੈ ਨਹੀਂ ਨਾ ਹੋਵੇਗੀ ਉੱਥੇ ਹੀ ਵਾਹਿਗੁਰੂ ਦਾ ਸ਼ਬਦ ਵਸੂਗਾ, ਉੱਥੇ ਹੀ ਨਾਮ ਵਸੂਗਾ। ਇਹਨੂੰ ਤਾਂ ਐਡਾ ਕਹਿਤਾ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਥਾਂ। ਇਹ ਇੱਕ ਜਗ੍ਹਾ ਬਸੇ ਨਹੀਂ ਸਕਦੇ। ਭਾਈ ਤਾਂ ਵਿਰੋਧੀ ਹੋ ਜਾਂਦੇ ਆ ਪਰ ਜੁਦੇ ਹੋ ਕੇ ਇੱਕੋ ਪਿੰਡ 'ਚ ਤਾਂ ਵਸੀ ਜਾਂਦੇ। ਇਹ ਵਾਹਿਗੁਰੂ ਦਾ ਨਾਮ ਤੇ ਪ੍ਰਮਾਤਮਾ ਤੇ ਹਉਮੈ ਇਹ ਇੰਨੇ ਵਿਰੋਧੀ ਹੈ, ਇਹ ਦੇਹੀ ਰੂਪੀ ਇੱਕ ਪਿੰਡ ਘਰ ਵਿੱਚ ਵਸੇ ਨਹੀਂ ਸਕਦੇ। ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ, ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ। ਵਡ ਭਾਗੀ ਉਨਮਾਨਿਓ ਰਿਦ ਸ਼ਬਦ ਵਸਾਇਓ। ਜਿਨ੍ਹਾਂ ਦੇ ਹਿਰਦੇ ਵਿੱਚੋਂ ਵੱਡਾਪਣ ਹਉਮੈ ਨਿਕਲ ਗਿਆ, ਉਹਨਾਂ ਨੇ ਵਿਚਾਰ ਕਰਕੇ ਕਿ ਗੁਰੂ ਅਰਜਨ ਪਾਤਸ਼ਾਹ ਦਾ ਜਿਹੜਾ ਨਾਮ ਹੈ ਇਹ ਤਾਂ ਹਰੀ ਪ੍ਰਮਾਤਮਾ ਦਾ ਹੀ ਨਾਮ ਹੈ। ਉਹਨਾਂ ਨੇ ਆਪਣੀ ਰਸਨਾ ਤੋਂ ਗੁਰੂ ਅਰਜਨ ਨੂੰ ਇਹ ਹਰੀ ਪ੍ਰਮਾਤਮਾ ਸਮਝ ਕੇ ਉਚਾਰਿਆ। ਪਰ ਵਿਚਾਰ ਕੇ ਜਿਨ੍ਹਾਂ ਨੇ ਉਨਮਾਨ, ਜਿਨ੍ਹਾਂ ਨੇ ਵਿਚਾਰ ਲਾਈ ਕਿ ਕੋਈ ਪਰਖ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਉਹਨਾਂ ਦੇ ਹਿਰਦੇ ਵਸ ਗਏ ਗੁਰੂ ਅਰਜਨ ਪਾਤਸ਼ਾਹ, ਉਹਨਾਂ ਦੇ ਹਿਰਦੇ ਵਸ ਗਿਆ ਵਾਹਿਗੁਰੂ ਦਾ ਨਾਮ। ਜਿਨ੍ਹਾਂ ਨੇ ਨਿਮਰਤਾ ਦੇ ਨਾਲ, ਜਿਨ੍ਹਾਂ ਨੇ ਵਿਚਾਰ ਦੇ ਨਾਲ ਤੁਹਾਡੇ ਦਰਸ਼ਨ ਕੀਤੇ ਤੇ ਦਰਸ਼ਨਾਂ ਤੋਂ ਹੀ ਪਤਾ ਲੱਗ ਗਿਆ ਤਾਂ ਭਗਤੀ ਦਾ ਹੀ ਸਰੂਪ ਹਨ, ਇਹ ਤਾਂ ਪਰਮੇਸ਼ਰ ਦਾ ਹੀ ਸਰੂਪ ਹਨ। ਮਨ ਮਾਨਕ ਸੰਤੋਖਿਓ। ਬਸ ਉਹਨਾਂ ਗੁਰਸਿੱਖਾਂ ਦੇ ਫਿਰ ਤੁਹਾਡੇ ਵਾਂਗ ਜਿਵੇਂ ਤੁਸੀਂ ਗੁਰੂ ਰਾਮਦਾਸ ਜੀ ਦੇ ਸ਼ਬਦ ਪ੍ਰਕਾਸ਼ ਕਰਕੇ ਉਹਨਾਂ ਨੂੰ ਵੱਡਾ ਮੰਨ ਕੇ ਆਪ ਤੋਂ ਤੁਹਾਡੇ ਮਨ ਮਾਨਕ, ਮਨ ਰੂਪੀ ਹੀਰਾ ਮੋਤੀ ਮਾਨਕ ਸੁੱਧ ਬਣ ਗਿਆ। ਹੀਰੇ ਮੋਤੀ ਸੁੱਧ ਹੁੰਦੇ ਨੇ ਉਸ ਸ਼ਬਦ ਦੇ ਪ੍ਰਕਾਸ਼ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ। ਮਨ ਮਾਨਕ ਜਿਨ ਪਰਖੇ ਹਮਾਰਾ ਦੀ ਬਾਣੀ ਵਿੱਚ ਬਹੁਤ ਵਾਰ, ਮਨ ਮੋਤੀ ਜੇ ਗਹਿਣਾ ਹੋਵੇ, ਸੂਤ ਹੋਵੇ, ਪੌਣ ਹੋਵੇ ਸੂਤਾਰੀ, ਇਹ ਮੋਤੀ ਹੀਰਾ ਕਦੋਂ ਬਣਨੇ? ਜਦੋਂ ਇਹਦੇ ਵਿੱਚ ਗੁਰੂ ਦਾ ਉਪਦੇਸ਼ ਸ਼ਬਦ ਉਹੀ ਸੁੱਧ ਕਰ ਸਕਦਾ ਹੈ। ਗੁਰਸਿੱਖ ਪਿਆਰਿਓ,
ਦੇਖੋ ਕੀਰਤਨ ਨਿਰਮੋਲਕ ਹੀਰਾ ਲਿਖਿਆ, ਉਧਰ ਮਨੁੱਖ ਜਨਮ ਹੀਰਾ ਲਿਖਿਆ। ਇਹ ਕਿਉਂ ਦੋਹਾਂ ਦਾ ਮੇਲ ਕੀਤਾ ਭਾਈ ਬਾਣੀ ਵਿੱਚ? ਕਿੱਥੇ ਕੀਰਤਨ, ਕਿੱਥੇ ਮਨੁੱਖ ਜਨਮ? ਇਹ ਹੀਰਾ ਜਨਮ ਅਮੋਲਕ ਹੈ ਭਾਰੀ, ਉਧਰ ਕੀਰਤਨ ਨਿਰਮੋਲਕ ਹੀਰਾ। ਇਹ ਦੋਹਾਂ ਨੂੰ ਹੀਰੇ ਕਿਹਾ। ਇਹਦੇ ਵਿੱਚ ਇੱਕੋ ਟੈਕਨੀਕ ਹੈ ਗੁਰਮੁਖ ਪਿਆਰਿਓ। ਜਿਹੜੇ ਹੀਰੇ ਹੁੰਦੇ ਨੇ ਨਾ, ਸਾਰੀਆਂ ਧਾਤਾਂ ਨੂੰ ਕੱਟਣ ਖਾਤਰ ਆਰੀਆਂ ਬਣ ਗਈਆਂ। ਸਭ ਧਾਤਾਂ ਕੱਟੀਆਂ ਹੋ ਜਾ ਸਕਦੀਆਂ ਨੇ, ਕਾਰੇ ਬਣ ਗਏ, ਸਾਧਨ ਬਣ ਗਏ। ਪਰ ਨੋਟ ਕਰ ਲਿਓ, ਲੱਕੜੀ ਨੂੰ ਕੱਟਣ ਖਾਤਰ ਲੋਹੇ ਦੀ ਆਰੀ, ਲੋਹੇ ਨੂੰ ਕੱਟਣ ਖਾਤਰ ਸਟੀਲ ਦੀ ਆਰੀ, ਸਭ ਬਣ ਗਿਆ ਨਾ। ਆਪਾਂ ਨੇ ਬਣਾ ਲਿਆ ਇੱਕ ਦੂਏ ਨੂੰ। ਹੀਰੇ ਨੂੰ ਕੱਟਣ ਖਾਤਰ ਅੱਜ ਤੱਕ ਸਾਇੰਸ ਕੋਈ ਆਰੀ ਨਹੀਂ ਬਣਾ ਸਕੀ। ਨੋਟ ਕਰ ਲਿਓ, ਟੈਕਨੀਕਲ ਪੁਆਇੰਟ ਹੈ। ਜਿਹੜਾ ਹੀਰਾ ਹੈ ਨਾ, ਕੋਈ ਧਾਤ ਉਹਨੂੰ ਕੱਟ ਨਹੀਂ ਸਕਦੀ। ਤੇ ਹੀਰੇ ਵਿੱਚ ਫਿਰ ਹੀਰੇ ਨੂੰ ਕੱਟਿਆ ਕਾਹਦੇ ਨਾਲ ਜਾਂਦਾ? ਜੇ ਹੀਰੇ ਨੂੰ ਕੱਟਣਾ, ਆਰੀ ਵੀ ਹੀਰੇ ਦੀ ਉਹ ਬਣੂਗੀ। ਸਮਝਣਾ ਇਸ ਪੁਆਇੰਟ ਨੂੰ। ਹੀਰੇ ਵਿੱਚ ਜਦੋਂ ਛੇਕ ਪਾਉਨੇ ਨਾ, ਉਹ ਬਰਮਾ ਵੀ ਹੀਰੇ ਦਾ ਹੀ ਹੁੰਦਾ। ਹੀਰੇ ਹੀਰ ਮਿਲ ਵੇਧਿਆ, ਬਾਣੀ ਪੜੋ। ਹੀਰੇ ਹੀਰ ਵਧਾਈਏ। ਹੀਰੇ ਨੂੰ ਜੇ ਵੇਧਣਾ, ਉਹਦੇ ਵਿੱਚ ਛੇਕ ਕਰਨਾ, ਬਰਮਾ ਹੀਰੇ ਦਾ ਹੀ ਬਣੂ। ਲੋਹਾ ਉਹਨੂੰ ਵੇਧ ਨਹੀਂ ਸਕਦਾ। ਸਟੀਲ ਦਾ ਬਰਮਾ ਉੱਥੇ ਚੱਲੇ ਨਹੀਂ ਸਕਦਾ। ਗੁਰਸਿੱਖ ਪਿਆਰਿਓ, ਉਹ ਹੀਰੇ ਦੀ ਉਹ ਕਲਮ ਬਣਾਉਣੀ ਪੈਂਦੀ ਹੈ ਜਦ ਹੀਰੇ ਨੂੰ ਤਰਾਸ਼ਣਾ ਹੈ। ਤੇ ਇਹ ਮਨੁੱਖ ਜਨਮ ਵੀ ਹੀਰਾ ਹੈ, ਵਾਹਿਗੁਰੂ ਦਾ ਨਾਮ ਵੀ ਹੀਰਾ ਹੈ। ਇਹ ਵੀ ਹੀਰੇ ਨੂੰ ਹੀਰਾ ਹੀ ਵੇਧੂਗਾ। ਅੱਜ ਕੇ ਆਖੋ ਸਤਨਾਮ। ਇੱਥੇ ਵੀ ਹੋਰ ਗੱਲਾਂ ਨਹੀਂ ਚੱਲਣੀਆਂ ਗੁਰਸਿੱਖ ਪਿਆਰਿਓ। ਇਹ ਵਾਹਿਗੁਰੂ ਦਾ ਨਾਮ ਹੀਰਾ ਹੈ, ਇਹ ਮਨ ਵੀ ਹੀਰਾ। ਮਨ ਮਾਣਕ ਜਿਨ ਪਰਖਿਆ, ਮਹਾਰਾਜ ਦੀ ਬਾਣੀ ਵਿੱਚ ਵੀ ਆਉਂਦਾ ਹੈ। ਇਹਨੂੰ ਵੀ ਜੇ ਵੇਧਣਾ, ਬਿੰਨਣਾ ਤਾਂ ਗੁਰੂ ਦਾ ਸ਼ਬਦ, ਗੁਰੂ ਦਾ ਹੀਰਾ ਰਤਨ ਨਾਲ ਨਾਮ ਹੀ ਬਿਨ ਸਕਦਾ ਹੈ। ਫਿਰ ਪੜਿਓ ਜੀ, ਮਨ ਮਾਨਕ ਸੰਤੋਖਿਓ। ਉਹ ਫਿਰ ਮਨ ਮਾਨਕ ਬਣ ਗਏ, ਉਹਨਾਂ ਦੇ ਨਿਰਮਲੇ ਬਨ ਹੋ ਗਏ, ਵੇਧੇ ਗਏ। ਤੇ ਵੇਧੇ ਹੋਏ ਮਨ ਵਿੱਚ ਵਾਸ਼ਨਾ ਨਹੀਂ ਰਹਿੰਦੀ, ਕਲਪਨਾ ਨਹੀਂ ਰਹਿੰਦੀ, ਫੁਰਨੇ ਨਹੀਂ ਰਹਿੰਦੇ। ਸੰਤੋਖਿਓ, ਸੰਤੋਖ ਆ ਜਾਂਦਾ। ਮੇਰੇ ਮਨ ਵਿੱਚ ਕਦੇ ਸੰਤੋਖ ਆਊਗਾ ਭਾਈ? ਉਹ ਕਿਸੇ ਦੀਆਂ ਗੱਲਾਂ ਕਰਨੇ, ਆਪਾਂ ਨੂੰ ਆਪ ਪਤਾ। ਜਦ ਮਨ ਵਿੱਚ ਮੈਲ ਹੁੰਦੀ ਹੈ, ਸਭ ਕਾਮੀਓ ਪੁਰਸ਼ ਦਿਖਣਗੇ, ਸਭ ਚੋਰੇ ਦਿਖਣਗੇ, ਸਭ ਬੁਰੇ ਹੀ ਦਿਖਣਗੇ, ਕਿਉਂਕਿ ਆਪਣਾ ਮਨ ਮੈਲ ਹੈ। ਗੁਰਸਿੱਖ ਪਿਆਰਿਓ, ਮਹਾਰਾਜ ਦੀ ਬਾਣੀ ਨੇ ਤਾਂ ਹੀ ਕਹਿਤਾ, ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜਿਹਦਾ ਮਨ ਰੋਗੀ ਹੈ ਨਾ, ਮਨ ਵਿੱਚ ਮੈਲ ਹੈ, ਉਹਨੂੰ ਸੰਤ ਵੀ ਚੋਰੇ ਦਿਖਣਾ ਹੈ। ਅੱਜ ਕੇ ਆਖੋ ਸਤਨਾਮ। ਹੋਰ ਤਾਂ ਕੀ? ਜਦ ਮਨ ਵਿੱਚ ਮੈਲ ਆ ਜਾਂਦੀ ਹੈ, ਗ੍ਰਸਤੀਆਂ ਆਪਾਂ, ਬਾਪੂ ਨੂੰ ਫਿਰ ਪੁੱਤੇ ਚੋਰ ਦਿਖਦਾ। ਪੁੱਤ ਕਹੂਗਾ ਬਾਪੂ ਇਹ ਚੋਰ ਹੈ, ਇਹਨੇ ਜ਼ਮੀਨ ਹੋਰ ਨੂੰ ਦੇ ਦੇਣੀ ਹੈ। ਮਨ ਵਿੱਚ ਮੈਲ, ਇਹਨੂੰ ਜੇ ਸਾਫ਼ ਕਰਾਂਗੇ, ਇਹਨੂੰ ਸਾਫ਼ ਕਰ ਲੋ, ਸਾਰੀ ਸਾਫੇ ਰੱਬੇ ਰੱਬ ਦਿਖਣ ਲੱਗ ਜਾਣਾ। ਮਨ ਮਾਨਕ ਗੁਰਮੁਖ ਪਿਆਰਿਓ, ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਤੁਹਾਡੇ ਮਨ ਨੂੰ ਸ਼ੁੱਧ ਕਰ ਦਿੱਤਾ। ਉਹਦੇ ਵਿੱਚ ਸ਼ੁੱਧ ਮਨ ਵਿੱਚ ਸੰਤੋਖ ਹੁੰਦਾ ਹੈ। ਉਹ ਪਰਾਈ ਵਸਤੂ ਨੂੰ ਆਪਣੀ ਬਣਾਉਣ ਦੀ ਇੱਛਾ ਨਹੀਂ ਕਰਦਾ, ਪਰਾਈ ਵਸਤੂ ਨੂੰ ਚਰਾਉਣ ਦੀ ਇੱਛਾ ਨਹੀਂ ਕਰਦਾ। ਉਹ ਪਰਾਏ ਸਰੂਪ ਨੂੰ ਮੈਲਾ ਨਹੀਂ ਵੇਖਦਾ। ਜਿਹਦਾ ਮਨ ਨਿਰਮਲ ਹੈ, ਉਹਦੇ ਵਿੱਚ ਮੈਲੇ ਮਨ ਵਿੱਚ ਕਦੇ ਸੰਤੋਖ ਨਹੀਂ ਆ ਸਕਦਾ, ਕਦੇ ਟਿਕਾ ਨਹੀਂ ਆ ਸਕਦਾ। ਗੁਰ ਨਾਮ ਦ੍ਰਿੜਾਇਓ। ਇਹ ਕਿੱਥੋਂ ਆਇਆ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਤੋਂ ਲਿਆ ਕੇ ਜਿਹੜਾ ਨਾਮ ਦਿੱਤਾ, ਬਾਬਾ ਪਹਿਦਾ ਸੱਚਖੰਡ, ਨੌਨਦ ਨਾਮ ਗਰੀਬੀ ਪਾਈ। ਉਹ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਰਾਮਦਾਸ ਜੀ ਨੇ ਤੁਹਾਨੂੰ ਨਾਮ ਦੀ ਬਖਸ਼ਿਸ਼, ਸ਼ਬਦ ਦੀ ਬਖਸ਼ਿਸ਼ ਕੀਤੀ। ਅਗਮ ਅਗੋਚਰ ਪਾਰ ਬ੍ਰਹਮ। ਉਸ ਸ਼ਬਦ ਦੁਆਰਾ ਹੀ ਤੁਸੀਂ ਜੋ ਗਮਤਾ ਤੋਂ ਰਹਿਤ, ਇੰਦਰੀਆਂ ਤੋਂ ਪਰੇ, ਮਨ ਬੁੱਧ ਤੋਂ ਪਰੇ, ਪਾਰ ਬ੍ਰਹਮ, ਪਾਪ ਪੁੰਨ ਤੋਂ ਵੀ ਪਰੇ ਜੋ ਵਾਹਿਗੁਰੂ ਹੈ। हे ਗੁਰੂ ਅਰਜਨ ਦੇਵ ਜੀ, ਤੁਸੀਂ ਉਸੇ ਨੂੰ ਜਾਣਿਆ, ਉਸੇ ਨੂੰ, ਉਸੇ ਦਾ ਸਰੂਪ, ਉਹੀ ਸਰੂਪ ਤੁਸੀਂ ਆਪਣੇ ਸਿੱਖਾਂ ਨੂੰ ਦਰਸਾਇਆ, ਸੰਗਤਾਂ ਨੂੰ ਦਰਸਾਇਆ ਹੈ। ਸਤਿਗੁਰ ਦਰਸਾਇਓ। ਦਰਸਾਇਓ। ਗੁਰੂ ਰਾਮਦਾਸ ਜੀ ਨੇ ਤੁਹਾਨੂੰ ਦਿਖਾਤਾ ਤੇ ਤੁਸੀਂ ਹੁਣ ਸਾਰੇ ਸੰਸਾਰ ਨੂੰ ਦਰਸਾ ਰਹੇ ਨੇ। ਦਰਸਾ ਦੇਣਾ, ਰਸਤਾ ਦੱਸ ਦੇਣਾ, ਗਿਆਨ ਦੱਸ ਦੇਣਾ, ਕਿਸੇ ਦੀ ਕੋਈ ਗੁੰਡੀ ਸੁਲਝਾ ਦੇਣੀ, ਪ੍ਰੋਬਲਮ ਸਾਲਵ ਕਰ ਦੇਣੀ। ਉਹ ਜਿਹੜਾ ਤੁਹਾਨੂੰ ਨਾਮ ਮਿਲਿਆ ਗੁਰੂ ਰਾਮਦਾਸ ਜੀ ਤੋਂ, ਉਹੀ ਤੁਸੀਂ ਹੁਣ ਬੀੜ ਰਚ ਕੇ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਬਣਾ ਕੇ ਕਥਾ ਕੀਰਤਨ ਦੁਆਰਾ, ਉਪਦੇਸ਼ ਦੁਆਰਾ ਤੁਸੀਂ ਸੰਸਾਰ ਨੂੰ ਦਰਸਾ ਰਹੇ ਹੋ। ਗੁਰ ਅਰਜਨ ਘਰ ਗੁਰ ਰਾਮਦਾਸ। हे ਗੁਰੂ ਅਰਜਨ ਪਾਤਸ਼ਾਹ ਜੀ, ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਜਾਂ ਦੂਜਾ, हे ਗੁਰੂ ਅਰਜਨ ਪਾਤਸ਼ਾਹ ਜੀ, ਤੁਹਾਡੇ ਘਰ ਵਿੱਚ, ਹਿਰਦੇ ਰੂਪੀ ਘਰ ਵਿੱਚ
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਨਭਉ ਠਹਿਰਾਇਓ ਅਨਭਉ ਭੈ ਤੋਂ ਰਹਿਤ ਜੋ ਵਾਹਿਗੁਰੂ ਸਦਾ ਰਹਿਣ ਵਾਲਾ ਹੈ। ਸਾਰੀ ਸੁਨ ਦੁਨੀਆ ਭੈ ਵਿੱਚ ਹੈ। ਗੁਰਮੁਖ ਪਿਆਰਿਓ, ਡਰ ਪੈ ਧਰਤਾ ਕਾਸਨ ਕਥਰਾ, ਦਰ ਪੈ ਇੰਦਰ ਵਿਚਾਰਾ ਧਰਮਰਾਜ, ਦੇ ਤਾਰਾ ਦੇਵਾ ਡਰ ਪੈ। ਸਾਰੀ ਦੁਨੀਆ ਡਰ ਵਿੱਚ ਹੈ। ਇੱਕ ਭੈ ਤੋਂ ਰਹਿਤ ਵਾਹਿਗੁਰੂ ਹੈ। ਇੱਕ ਅਕਾਲ ਪੁਰਖ ਭੈ ਤੋਂ ਰਹਿਤ ਹੈ। ਹੋਰ ਸਾਰੇ ਡਰ ਵਿੱਚ ਨੇ। ਧਰਮ ਰਾਜਾ ਵੀ ਡਰਦਾ ਕਿਤੇ ਗਲਤ ਇਨਸਾਫ ਨਾ ਹੋ ਜਾਵੇ, ਫਸ ਜਾਊਂਗਾ ਮੈਂ। ਦੇ ਤਾਰ ਦੇਵਾ ਡਰ ਪਏ। ਇੰਦਰ ਵੀ ਡਰਦਾ ਵਿਚਾਰਾ, ਇੰਦਰਪੁਰੀ ਵਿੱਚ ਬੈਠਾ। ਉਹਨੂੰ ਤਾਂ 24 ਘੰਟੇ ਹੀ ਡਰ ਰਹਿੰਦਾ ਵੀ ਤੇ ਰਾਖਸ਼ ਨਾ ਆ ਜਾਣ, ਅੱਜ ਆਖੋ ਸਤਨਾਮ ਕੱਢ ਦੇਣਗੇ ਮੈਨੂੰ। 24 ਘੰਟੇ ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ। ਕੌਣ? ਇੱਕ ਵਾਹਿਗੁਰੂ, ਇੱਕ ਉਹਦੇ ਗੁਣ ਗਾਉਣ ਵਾਲੇ, ਇੱਕ ਉਹਦੇ ਨਾਲ ਜੁੜੇ ਹੋਏ, ਉਹ ਭੈ ਤੋਂ ਰਹਿਤ ਹੁੰਦੇ ਹੈ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਹਾਡੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਪ੍ਰਕਾਸ਼ ਕਰਕੇ ਅਨਭਉ ਠਹਿਰਾਇਓ। ਅਨਭਵੀ ਗਿਆਨ ਦਿਵ ਦ੍ਰਿਸ਼ਟੀ, ਤਿੰਨਾਂ ਲੋਕਾਂ ਦੀ ਅੰਤਰਯਾਮਤਾ, ਸਾਰੇ ਭੈ ਤੋਂ ਰਹਿਤ ਤੁਹਾਡੇ ਹਿਰਦੇ ਵਿੱਚ ਗਿਆਨ ਵਸਾ ਦਿੱਤਾ ਹੈ। ਇਸੇ ਤਰ੍ਹਾਂ ਤੁਸੀਂ ਹੁਣ ਆਪਣੀਆਂ ਸਿੱਖ ਸੰਗਤਾਂ ਨੂੰ ਗੁਰੂ ਦੇ ਸ਼ਬਦ ਦੁਆਰਾ, ਕਥਾ ਕੀਰਤਨ ਦੁਆਰਾ ਸਿੱਖਾਂ ਦੇ ਹਿਰਦੇ ਵਿੱਚ ਭੈ ਤੋਂ ਰਹਿਤ। ਦੇਖ ਲਓ ਵੀ ਕੈਸੇ ਭੈ ਤੋਂ ਰਹਿਤ। ਫੜਿਆ ਤਾਂ ਮਹਾਰਾਜ ਗੁਰੂ ਅਰਜਨ ਦੇਵ ਨੂੰ ਸੀ ਜਹਾਂਗੀਰ ਨੇ। ਸਿੱਖ ਕਹਿੰਦੇ ਅਸੀਂ ਨਾਲ ਜਾ ਕੇ ਸ਼ਹੀਦੀ ਪਾਵਾਂਗੇ। ਉਹ ਸ਼ਬਦ ਦਾ ਐਸੇ ਹੀ ਪ੍ਰਕਾਸ਼ ਹੈ। ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦਾ ਸੰਸਕਾਰ ਕਰਨ ਲੱਗੇ, ਦੇਖ ਲਓ ਸਿੱਖ ਨੇ ਨਾਲੇ ਜਾ ਕੇ ਅੰਗੀਠੇ ਵਿੱਚ ਛਾਲ ਮਾਰੀ। ਭੈ ਤੋਂ ਰਹਿਤ ਕੀਤੇ ਹੋਏ ਸੀ। ਤੇ ਗੁਰਮੁਖ ਪਿਆਰਿਓ, ਸੰਤ ਈਸ਼ਰ ਸਿੰਘ ਜੀ ਜਦੋਂ ਰਾੜੇ ਸਾਹਿਬ ਵਾਲੇ ਦਰਿਆ ਵਿੱਚ ਜਲ ਪ੍ਰਵਾਹ ਕੀਤੇ ਨੰਗਲ, ਉਹਨਾਂ ਦੇ ਸੇਵਕ ਨੇ ਵੀ ਨਾਲੇ ਛਾਲ ਮਾਰੀ। ਗੁਰਸਿੱਖ ਪਿਆਰੇ, ਇਹ ਤਾਂ ਹੋਰ ਜੀਵ ਜੰਤੂ ਵੀ ਭੈ ਤੋਂ ਰਹਿਤ ਹੋ ਜਾਣੇ ਜਿਨ੍ਹਾਂ ਦੇ ਹਿਰਦੇ ਵੱਜਵੇ। ਤੁਹਾਡੇ ਯਾਦ ਹੋਣਾ ਇੱਕ ਬਚਨ ਜਥੇਦਾਰ ਚੇਤ ਸਿੰਘ ਜੀ ਹੁੰਦੇ ਸੀ, ਨੰਗਾ ਸਿੰਘਾਂ ਦੇ 96 ਕਰੋੜੀ ਬਾਬਾ ਚੇਤ ਸਿੰਘ ਜੀ। ਇਹਨਾਂ ਤੋਂ ਪਹਿਲਾਂ ਸੀ, ਚਲੋ ਹੁਣ ਤਾਂ ਇਹ ਪੰਥ ਨੇ ਬਖਸ਼ਤਾ। ਉਹ ਤਾਂ ਪਹਿਲਾਂ ਤਾਂ ਇਹ ਸੰਤੂਏ ਕਹਿੰਦੇ ਹੁੰਦੇ ਸੀ ਅਸੀਂ, ਹੁਣ ਸੰਤਾ ਸਿੰਘ ਕਹਿਣਾ ਪੈਂਦਾ ਕਿਉਂਕਿ ਕਾਲ ਤੱਕ ਜਾ ਕੇ ਨੇ ਮਾਫੀ ਮੰਗ ਲਈ। ਪਰ ਮਾਫੀ ਤਾਂ ਮੰਗ ਲਈ, ਕਲੰਕ ਨਹੀਂ ਰਹਿੰਦਾ ਹੁੰਦਾ। ਅੱਜ ਆਖੋ ਸਤਨਾਮ, ਉਹਦਾ ਨਾਲੇ ਰਹਿਣਾ। ਗੁਰਮੁਖ ਪਿਆਰੇ, ਜਿਹੜੇ ਪੰਥ ਦੀ ਵਿਰੋਧੀ ਕੀਤੀ ਉਦੋਂ ਦਿੱਲੀ ਸਰਕਾਰ ਦਾ ਬਣ ਕੇ ਟਾਊਟੇ ਨੇ ਆਪੇ ਬਣਾਤਾ ਕਾਲ ਤਖਤ। ਐਸੀ ਗੱਲ ਇਹਨਾਂ ਤੋਂ ਪਹਿਲਾਂ ਜਿਹੜੇ ਜਥੇਦਾਰ ਸੀ ਨਾ, ਉਹ ਬਾਬਾ ਚੇਤ ਸਿੰਘ ਜੀ ਸੀ। ਪਿਆਰਿਓ, ਬਹੁਤ ਵੱਡੀ ਉੱਚੀ ਬਿਰਤੀ ਸੀ ਉਹਨਾਂ ਦੀ, ਬਹੁਤ ਸਿਮਰਨ ਵਾਲੇ ਸੀ। ਤੇ ਇੰਨੇ ਨਿਹੰਗ ਸਿੰਘ ਉਹਨਾਂ ਦੇ ਨਾਲ ਹੁੰਦੇ ਸੀ, ਗਲਤ ਬੰਦੇ ਨੂੰ ਰਹਿਣੇ ਨਹੀਂ ਸੀ ਦਿੰਦੇ। ਜਦੋਂ ਉਹਨੂੰ ਸੋਧਾ ਕਰਕੇ ਛੱਡ ਦਿੰਦੇ ਤੇ ਨਿਕਲ ਜਾ ਸਾਡੇ ਨੰਗਾ ਸਿੰਘਾਂ ਵਿੱਚ ਨਹੀਂ ਰਹਿਣਾ। ਸਾਰਿਆਂ ਤੋਂ ਭਜਨ ਪਾਠ ਕਰਾਉਂਦੇ ਹੁੰਦੇ ਸੀ। ਤੇ ਮੈਂ ਆਪ ਉਹਨਾਂ ਦੇ ਦਰਸ਼ਨ ਸੰਗਤ ਕੀਤੀ ਹੈ। ਗੁਰਮੁਖ ਪਿਆਰਿਓ, ਉਹਨਾਂ ਦੀ ਬਚਨ ਸਿੱਧੀ ਸੀ। ਜੋ ਮੂੰਹ ਤੋਂ ਬਚਨ ਕਰ ਦੇਣ ਬਸ ਉਹ ਹੋਏ ਗਿਆ। ਇੰਨੀ ਬਿਰਤੀ ਸੀ ਬਾਬਾ ਚੇਤ ਸਿੰਘ ਜੀ ਨਿਹੰਗ ਜਿਹੜੇ ਜਥੇਦਾਰ ਸੀ ਇਹਨਾਂ ਤੋਂ ਪਹਿਲਾਂ। ਬਹੁਤ ਉੱਚੀ ਬਿਰਤੀ ਦੇ ਮਾਲਕ ਸੀ, ਰਹਿਤ ਬਹਿਤ ਦੇ ਮਾਲਕ ਸੀ। ਉਹਨਾਂ ਦੇ ਕੋਲ ਇੱਕ ਕੁੱਤਾ ਰੱਖਿਆ ਹੋਇਆ ਸੀ ਅਲਸ਼ੇਸ਼ਨ, ਖੜੇ ਕੰਨਾਂ ਵਾਲਾ, ਬਹੁਤ ਵੱਡਾ ਤੇ ਤਕੜਾ ਵੀ ਹੋਇਆ। ਬਤਾ ਤਕੜਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਰੋਜ਼ ਖੁਰਾਕ ਮਿਲਦੀ ਤੀ। ਅੱਜ ਕੋ ਸਤਨਾਮ, ਡਲੇ ਡੁਲੇ ਬਣਾਉਂਦੇ ਤੇ ਉਹਨੂੰ ਛਕਾਉਂਦੇ ਤੇ ਆਪ ਛਕਦੇ ਤੇ ਉਹ ਚਟੰਗੇ ਚੁੰਡੂਗੇ ਝਟਕਦੇ ਤੇ ਨਿਹੰਗ ਸਿੰਘ। ਤੇ ਕੁੱਤੇ ਦੀ ਖੁਰਾਕ ਹੈ ਅਲਸ਼ੇਸ਼ਨ ਦੀ, ਤੇ ਜ਼ਰੂਰੀ ਉਹਨੂੰ ਦੇਣਾ ਪੈਂਦਾ। ਉਹਦਾ ਨਾਂ ਸੀ ਪ੍ਰੇਮਾ ਕੁੱਤੇ ਦਾ। ਉਹ ਉਹਦੇ ਦੀ ਜੀਪ ਤੇ ਰਹਿੰਦਾ ਸੀ, ਮੰਜੇ ਦੇ ਹੇਠੇ ਰਹਿੰਦਾ ਸੀ 24 ਘੰਟੇ ਬਾਬਾ ਚੇਤ ਸਿੰਘ ਜੀ ਦੇ। ਲਓ ਗੁਰਮੁਖੋ, ਸ਼ਬਦ ਦਾ ਪ੍ਰਕਾਸ਼ ਅਨਭਉ ਠਹਿਰਾਇਓ। ਇਹ ਅਨਭਵੀ ਗਿਆਨ ਭੈ ਤੋਂ ਰਹਿਤ। ਜਦੋਂ ਬਾਬਾ ਚੇਤ ਸਿੰਘ ਜੀ ਦਾ ਸੰਸਕਾਰ ਕਰਨ ਚੱਲੀ ਨਾ ਸੰਗਤਾਂ ਹਜ਼ਾਰਾਂ, ਉਹ ਪ੍ਰੇਮਾ ਕੁੱਤਾ ਨਾਲੇ ਗਿਆ। ਬਸ ਉਹ 16 ਸਾਹਿਬ ਪੜ੍ਹਦੇ ਸੀ, ਅੰਗੀਠਾ ਚੱਲ ਪਿਆ। 16 ਸਾਹਿਬ ਪੜ੍ਹਦੇ ਹੀ ਉਸ ਕੁੱਤੇ ਨੇ ਅੰਗੀਠੇ ਵਿੱਚ ਛਾਲ ਮਾਰੀ। ਨਾਲੇ ਗੁਰਮੁਖ ਪਿਆਰੇ ਉਹ ਸੀ ਚੜਾਈ ਕਰ ਗਏ। ਇਹ ਅਨਭਉ ਠਹਿਰਾਇਓ। ਇਹ ਤਾਂ ਜੀਵ ਜਨਤਾ ਵਿੱਚ ਵੀ ਭੈ ਰਹਿਤ ਕਰਦਾ ਹੈ। ਅਸੀਂ ਜੁੜੇ ਹੀ ਨਹੀਂ ਇਹਦੇ ਨਾਲ।